ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਅੱਜ ਲੈ ਕੇ ਆਏ ਹਾਂ ਬੇਟੇ ਤੁਹਾਡੀ ਨੈਕਸਟ ਵੀਡੀਓ, ਜਿਹੜੀ ਕਿ ਆਪਾਂ ਪੰਜਾਬ ਜੀਕੇ ਕਰ ਰਹੇ ਹਾਂ ਬਹੁਤ ਵਧੀਆ ਢੰਗ ਦੇ ਨਾਲ। ਲਾਸਟ ਟਾਈਮ ਆਪਾਂ ਪੜ੍ਹਿਆ ਸੀਗਾ ਗੁਰੂ ਹਰਕ੍ਰਿਸ਼ਨ ਜੀ ਬਾਰੇ, ਤੇ ਤੁਹਾਨੂੰ ਮੈਂ ਦੱਸਿਆ ਸੀ, ਸ਼ਾਇਦ ਤੁਹਾਨੂੰ ਯਾਦ ਹੋਵੇ, ਕਿ ਲਾਸਟ ਟਾਈਮ ਤੇ ਜਦੋਂ ਗੁਰੂ ਜੀ ਆਪਣਾ ਸਰੀਰ ਤਿਆਗਦੇ ਆ ਤਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਆਖਰੀ ਸ਼ਬਦ ਨਿਕਲਦੇ ਆ ਬਾਬਾ ਬਕਾਲਾ। ਤੇ ਸੰਗਤਾਂ ਕਿਉਂਕਿ ਪੁੱਛਦੀਆਂ ਨੇ, ਗੁਰੂ ਜੀ ਦੇ ਮਾਤਾ ਪੁੱਛਦੇ ਨੇ ਕਿ ਅਸੀਂ ਗੁਰੂ ਨਾਨਕ ਜੋਤ ਦੇ ਦਰਸ਼ਨ ਕਿਵੇਂ ਕਰਾਂਗੇ, ਤਾਂ ਉਹ ਕਹਿੰਦੇ ਨੇ ਜੀ ਬਾਬਾ ਬਕਾਲਾ। ਹੁਣ ਚੱਕਰ ਕੀ ਪੈ ਜਾਂਦਾ, ਜਿਹੜਾ ਬਾਬਾ ਬਕਾਲਾ ਹੈ, ਬਕਾਲੇ ਕੀ ਹੁੰਦਾ ਬੇਟੇ, ਉੱਥੇ ਘੱਟੋ ਘੱਟ 22 ਭੇਖੀ ਹੁੰਦੇ ਆ। ਭੇਖੀ ਦਾ ਮਤਲਬ ਕੀ ਹੁੰਦਾ ਕਿ 22 ਬੰਦੇ ਦਾਅਵੇਦਾਰ ਬਣ ਜਾਂਦੇ ਆ ਗੱਦੀ ਦੇ। ਦੇਖੋ ਦੁਨੀਆਦਾਰੀ ਹੈ, ਹਰੇਕ ਬੰਦਾ ਕਹਿੰਦਾ ਕਿ ਕੋਈ ਮੈਨੂੰ ਆ ਕੇ ਮੱਥਾ ਟੇਕ ਕੇ ਚੜਾਵਾ ਚੜੇ, 4-5 ਮੇਰੇ ਅੱਗੇ ਪਿੱਛੇ ਚੇਲੇ ਘੁੰਮਣ, ਠੀਕ ਹੈ। ਤਾਂ ਹਰੇਕ ਜਿਹੜੀ ਆਪਣਾ ਦੁਨੀਆਦਾਰੀ ਦੇ ਬੰਦੇ ਆ, ਜਿੰਨੀ ਕੁ ਆਪਣੀ ਸੋਚ ਹੈ, ਆਪਾਂ ਚੌਧਰ ਦੇ ਭੁੱਖੇ ਆ। ਤਾਂ ਉਸ ਟਾਈਮ ਤੇ ਵੀ ਲੋਕ ਇਦਾਂ ਦੇ ਹੀ ਸੀਗੇ, ਤੇ 22 ਬੰਦੇ ਉਸ ਟਾਈਮ ਤੇ ਇਹ ਮਤਲਬ ਦਾਵਾ ਪੇਸ਼ ਕਰਦੇ ਸੀ ਕਿ ਅਸੀਂ ਨੈਕਸਟ ਗੱਦੀ ਦੇ ਕੀ ਆ, ਵਾਰਿਸ ਆ। ਪਰ ਉਸ ਟਾਈਮ ਤੇ ਇੱਕ ਗੁਰੂ ਘਰ ਦੇ ਬਹੁਤ ਪਿਆਰੇ ਸਿੱਖ ਸੀਗੇ, ਭਾਈ ਲੱਖੀ ਸ਼ਾਹ ਲੁਬਾਣਾ, ਸੌਰੀ ਭਾਈ ਮੱਖਣ ਸ਼ਾਹ ਲੁਬਾਣਾ। ਲੱਖੀ ਸ਼ਾਹ ਲੁਬਾਣਾ ਦਾ ਜ਼ਿਕਰ ਅੱਗੇ ਜਾ ਕੇ ਆਊਗਾ। ਭਾਈ ਮੱਖਣ ਸ਼ਾਹ ਲੁਬਾਣਾ ਜੀ ਕੀ ਸੀਗੇ, ਗੁਰੂ ਘਰ ਦੇ ਸਿੱਖ ਸੀਗੇ। ਤੇ ਹੁਣ ਥੋੜੀ ਜਿਹੀ ਮੈਂ ਤੁਹਾਨੂੰ ਕਹਾਣੀ ਸੁਣਾ ਦਿੰਦਾ। ਇਹ ਕਹਾਣੀ ਸੁਣਾਉਣੀ ਜ਼ਰੂਰੀ ਹੈ, ਤਾਂ ਹੀ ਤੁਹਾਨੂੰ ਪਤਾ ਲੱਗੂਗਾ ਕਿ ਗੱਦੀ ਅੱਗੇ ਗੁਰੂ ਤੇਗ ਬਹਾਦਰ ਜੀ ਕੋਲੇ ਕਿਉਂ ਗਈ। ਭਾਈ ਮੱਖਣ ਸ਼ਾਹ ਲੁਬਾਣਾ ਜੀ ਕੀ ਸੀਗੇ, ਇੱਕ ਟਾਈਮ ਤੇ ਨਾ ਸਮੁੰਦਰ ਦੇ ਵਿੱਚ ਜਹਾਜ਼ ਦੇ ਵਿੱਚ ਸਫ਼ਰ ਕਰ ਰਹੇ ਸੀਗੇ। ਇਹ ਆਪਣੀ ਕਿਸ਼ਤੀ 'ਚ ਸਫ਼ਰ ਕਰ ਰਹੇ ਸੀਗੇ, ਤੇ ਭਿਆਨਕ ਤੂਫਾਨ ਆ ਜਾਂਦਾ ਹੈ ਬਹੁਤ ਜ਼ਿਆਦਾ। ਤਾਂ ਇਹਨਾਂ ਨੂੰ ਐਂ ਲੱਗਦਾ ਕਿ ਮੇਰੀ ਮੌਤ ਬਿਲਕੁਲ ਸਾਹਮਣੇ ਹੈ, ਤੂਫਾਨ ਬਹੁਤ ਜ਼ਿਆਦਾ ਕੀ ਹੁੰਦਾ, ਭਿਆਨਕ ਹੁੰਦਾ ਹੈ। ਤੇ ਆਪਣੇ ਉੱਥੇ ਖੜ ਕੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਨੂੰ ਵੀ ਮੇਰੀ ਜਿਹੜੀ ਜਹਾਜ਼ ਦਾ ਬੇੜਾ ਹੈਗਾ ਡੁੱਬਦਾ ਬਚਾ ਲਓ, ਤੇ ਮੈਂ ਗੁਰੂ ਘਰ ਦੇ ਵਿੱਚ 500 ਮੋਹਰਾਂ ਕੀ ਕਰੂੰਗਾ, ਭੇਂਟ ਕਰੂੰਗਾ। ਆਪਾਂ ਵੀ ਅੱਜ ਕੱਲ੍ਹ ਆਹੀ ਕਰਦੇ ਆ ਨਾ, ਹਰੇਕ ਬੰਦਾ ਕੋਈ ਨਾ ਕੋਈ ਸੁੱਖ ਲੈਂਦਾ ਕਿ ਮੈਨੂੰ ਜੌਬ ਮਿਲ ਜੇ ਜੀ, ਮੈਂ ਆਹ ਕਰੂੰਗਾ, ਮੈਂ ਪਾਠ ਕਰਵਾਊਂਗਾ, ਮੈਂ ਬਾਹਰ ਚਲਾ ਜਾਵਾਂ, ਮੈਂ ਆਹ ਕੰਮ ਕਰਾਊਂਗਾ। ਤਾਂ ਉਹਨਾਂ ਨੇ ਸੁੱਖਿਆ ਕਿ ਮੈਂ 500 ਮੋਹਰਾਂ ਭੇਂਟ ਕਰੂੰਗਾ, 500 ਸੋਨੇ ਦੀਆਂ ਕੀ ਕਰੂੰਗਾ, ਮੋਹਰਾਂ ਭੇਂਟ ਕਰੂੰਗਾ, ਠੀਕ ਹੈ। ਤਾਂ ਭਾਈ ਮੱਖਣ ਸ਼ਾਹ ਲੁਬਾਣਾ ਜੀ ਚਲੇ ਗਏ ਜੀ। ਇਹਨਾਂ ਨੇ ਕੀ ਕੀਤਾ, ਜਿਹੜੇ 22 ਬੰਦੇ ਸੀ ਇਹਨਾਂ ਕੋਲੇ 1 ਬਾਏ 1 ਗਏ, ਹਰੇਕ ਅੱਗੇ 5 ਮੋਹਰਾਂ ਭੇਟ ਕਰਦੇ ਸੀਗੇ। ਤੇ ਜਿਹੜਾ ਬੰਦਾ ਲਾਲਚੀ ਹੋਊਗਾ ਬੇਟਾ, ਉਹਨੂੰ ਜੇ ਕੁਝ ਵੀ ਨਹੀਂ ਕੋਈ ਮੱਥਾ ਟੇਕ ਰਿਹਾ, ਤੇ ਜੇ ਉਹਦੇ ਕੋਲ 5 ਸੋਨੇ ਦੀਆਂ ਮੋਹਰਾਂ ਆ ਜਾਣਗੀਆਂ ਤਾਂ ਉਹ ਤਾਂ ਇੰਨੇ 'ਚ ਹੀ ਖੁਸ਼ ਹੋ ਜਾਊਗਾ। ਤਾਂ ਹਰੇਕ ਬੰਦਾ 5-5 ਮੋਹਰਾਂ 'ਚ ਖੁਸ਼ ਹੋ ਰਿਹਾ ਸੀਗਾ। ਤੇ ਲਾਸਟ ਤੇ ਇਹ ਮਤਲਬ ਕਿ ਇਹਨਾਂ ਨੇ 22 ਬੰਦਿਆਂ ਕੋਲੇ ਗਏ, ਤੇ 22 ਬੰਦੇ 5-5 ਮੋਹਰਾਂ 'ਚ ਖੁਸ਼ ਹੋ ਗਏ, ਤੇ ਇਹ ਬੜੇ ਉਦਾਸ ਹੋਏ, ਯਾਰ ਮੈਨੂੰ ਤਾਂ ਗੁਰੂ ਸਾਹਿਬ ਮਿਲੇ ਨਹੀਂ, ਕਿਉਂਕਿ ਮੈਨੂੰ ਤਾਂ ਐਂ ਸੀਗਾ ਵੀ ਇਹਨਾਂ ਵਿੱਚੋਂ ਹੀ ਕੋਈ ਇੱਕ ਹੋਣਗੇ। ਫਿਰ ਕਿਸੇ ਨੇ ਦੱਸ ਪਾਈ ਭਾਈ ਕਿ ਇੱਕ ਭੋਰੇ ਦੇ ਵਿੱਚ ਇੱਕ ਹੋਰ ਹੈਗੇ ਨੇ, ਜਿਹੜੇ ਕਿ ਕਾਫੀ ਦੇਰ ਤੋਂ ਭਗਤੀ ਕਰ ਰਹੇ ਨੇ। ਜਦੋਂ ਇਹ ਜਾਂਦੇ ਆ ਬਾਹਰ, ਮਾਤਾ ਗੁਜਰ ਕੌਰ ਜੀ ਬੈਠੇ ਹੁੰਦੇ ਆ, ਇਹ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਮੈਂ ਉਹਨਾਂ ਅੱਗੇ ਮੋਹਰਾਂ ਭੇਂਟ ਕਰਨੀਆਂ ਨੇ ਗੁਰੂ ਸਾਹਿਬ ਜੀ ਅੱਗੇ। ਤਾਂ ਇਹ ਗੁਰੂ ਸਾਹਿਬ ਜੀ ਕੋਲੇ ਜਾਂਦੇ ਆ, ਮੋਹਰਾਂ ਭੇਂਟ ਕਰਦੇ ਆ, ਤੇ ਇਹ 5 ਮੋਹਰਾਂ ਭੇਂਟ ਕਰਦੇ ਆ, ਜਿਵੇਂ ਬਾਕੀਆਂ ਅੱਗੇ ਕੀਤੀਆਂ ਸੀਗੀਆਂ ਉਵੇਂ ਗੁਰੂ ਸਾਹਿਬ ਜੀ ਅੱਗੇ ਕਰਦੇ ਆ। ਤਾਂ ਦੇਖੋ ਗੁਰੂ ਜੀ ਤਾਂ ਜਾਨੀ ਜਾਨ ਸੀਗੇ, ਦੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੀ ਸੀਗੇ, ਸਪੁੱਤਰ ਸੀਗੇ, ਜਾਨੀ ਜਾਨ ਸੀਗੇ। ਜਦੋਂ 5 ਮੋਹਰਾਂ ਭੇਟ ਕਰਦੇ ਆ ਤੇ ਗੁਰੂ ਜੀ ਬਹੁਤ ਮੁਸਕਰਾਉਂਦੇ ਆ, ਤੇ ਕਹਿੰਦੇ ਆ ਕਿ ਭਾਈ ਸਾਹਿਬ ਤੁਸੀਂ 500 ਦਾ ਵਾਅਦਾ ਕਰਕੇ 5 ਮੋਹਰਾਂ ਭੇਂਟ ਕਰ ਰਹੇ ਹੋ। ਤਾਂ ਇਹ ਸੁਣਦੇ ਸਾਰ ਹੀ ਮੱਖਣ ਸ਼ਾਹ ਲੁਬਾਣਾ ਜੀ ਦੇ ਅੱਖਾਂ 'ਚ ਪਾਣੀ ਆ ਜਾਂਦਾ। ਤਾਂ ਇਹਨਾਂ ਨੂੰ ਰੀਅਲ ਗੁਰੂ ਦੇ ਬਾਰੇ ਪਤਾ ਲੱਗ ਜਾਂਦਾ, ਸਮਝ ਲਓ ਵੀ ਗੁਰੂ ਦੀ ਖੋਜ ਹੋ ਜਾਂਦੀ ਹੈ। ਇਸ ਤਰ੍ਹਾਂ ਗੱਦੀ ਜਾਂਦੀ ਹੈ ਜੀ ਗੁਰੂ ਤੇਗ ਬਹਾਦਰ ਜੀ ਕੋਲੇ। ਤਾਂ ਕਲੀਅਰ ਹੈ, ਹੁਣ ਤੱਕ ਤੁਹਾਡੇ ਮਨ ਦੇ ਵਿੱਚ ਕੋਈ ਵੀ ਦੁਵਿਧਾ ਨਹੀਂ ਹੋਣੀ ਚਾਹੀਦੀ, ਕਿ ਕੋਈ ਵੀ ਡਾਊਟ ਨਹੀਂ ਹੋਣਾ ਚਾਹੀਦਾ ਵੀ ਗੱਦੀ ਕਿਵੇਂ ਗਈ ਅੱਗੇ। ਤਾਂ ਗੱਦੀ ਪਹੁੰਚ ਗਈ ਹੈ ਜੀ, ਪੋਤੇ ਤੋਂ ਦਾਦੇ ਤੇ ਪਹੁੰਚ ਗਈ। ਦੇਖੋ ਇਸ ਟਾਈਮ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਕਿੱਥੇ ਗਈ, ਦਾਦੇ ਤੋਂ ਪੋਤੇ ਕੋਲੇ ਗਈ। ਹੁਣ ਪੋਤੇ ਤੋਂ ਕਿੱਥੇ ਚਲੀ ਗਈ, ਦਾਦਾ ਜੀ ਕੋਲ ਚਲੀ ਗਈ। ਤਾਂ ਪੜ੍ਹਦੇ ਆਪਾਂ ਬੇਟੇ, ਅਰੇਂਜ ਕਰਦਾ ਮੈਂ ਇਹਨੂੰ, ਆਪਾਂ ਨੈਕਸਟ ਪੜ੍ਹਦੇ ਹਾਂ ਸਾਰਾ ਕੁਝ ਗੁਰੂ ਤੇਗ ਬਹਾਦਰ ਜੀ ਬਾਰੇ ਪੜ੍ਹਦੇ ਹਾਂ। ਜਨਮ ਸਥਾਨ ਤੁਹਾਨੂੰ ਪਤਾ ਹੀ ਹੈ ਬੇਟੇ, ਅੰਮ੍ਰਿਤਸਰ, ਠੀਕ ਹੈ ਜੀ। ਤੇ ਮਾਤਾ ਪਿਤਾ ਦਾ ਨਾਮ ਤੁਹਾਨੂੰ ਪਤਾ ਹੀ ਹੈ, ਪਿਤਾ ਦਾ ਨਾਮ ਕੀ ਹੈ ਜੀ, ਗੁਰੂ ਹਰਗੋਬਿੰਦ ਸਾਹਿਬ, ਤੇ ਮਾਤਾ ਨਾਨਕੀ ਜੀ, ਠੀਕ ਹੈ। ਇਹ ਨਾਮ ਦੋਨੇ ਬਹੁਤ ਇੰਪੋਰਟੈਂਟ ਹੈ, ਯਾਦ ਰੱਖਣੇ, ਤੁਹਾਨੂੰ ਪੁੱਛਿਆ ਜਾ ਸਕਦਾ ਹੈ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਜੀਵਨ ਸਾਥੀ ਤੁਹਾਨੂੰ ਪਤਾ ਹੀ ਹੈ ਬੇਟੇ, ਇਹਨਾਂ ਦੇ ਜਿਹੜੇ ਪਤਨੀ ਸੀਗੇ ਉਹਨਾਂ ਦਾ ਨਾਮ ਸੀਗਾ ਮਾਤਾ ਗੁਜਰ ਕੌਰ ਜੀ, ਠੀਕ ਹੈ, ਜਿਹਨੂੰ ਪਿਆਰ ਦੇ ਨਾਲ ਆਪਾਂ ਮਾਤਾ ਗੁਜਰੀ ਜੀ ਵੀ ਕਹਿ ਦਿੰਦੇ ਆ। ਨੈਕਸਟ ਚੱਲਦੇ ਹਾਂ ਜੀ, ਬੱਚੇ ਸੀਗੇ ਗੋਬਿੰਦ ਰਾਏ। ਹੁਣ ਗੋਬਿੰਦ ਰਾਏ ਕਿਉਂ ਮੈਂ ਤਾਂ ਲਿਖਿਆ, ਕਿਉਂਕਿ ਉਸ ਟਾਈਮ ਤੇ ਤਾਂ ਗੋਬਿੰਦ ਰਾਏ ਹੀ ਸੀਗੇ। ਜਦੋਂ ਆਪਾਂ ਖਾਲਸਾ ਪੰਥ ਦੀ ਸਾਜਨਾ ਹੋਊਗੀ ਉਸ ਤੋਂ ਬਾਅਦ ਉਹ ਗੁਰੂ ਗੋਬਿੰਦ ਸਿੰਘ ਜੀ ਬਣਨਗੇ। ਫਿਲਹਾਲ ਤਾਂ ਉਹਨਾਂ ਦਾ ਨਾਮ ਕੀ ਸੀਗਾ, ਗੋਬਿੰਦ ਰਾਏ ਸੀਗਾ।
ਕਈ ਜਗ੍ਹਾ ਤੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਗੋਬਿੰਦ ਦਾਸ ਵੀ ਲਿਖਿਆ ਹੋਇਆ, ਠੀਕ ਹੈ। ਤਾਂ ਆਪਾਂ ਸਿਰਫ ਐਗਜ਼ਾਮ ਪੁਆਇੰਟ ਆਫ View ਤੋਂ ਪੜ੍ਹਨਾ ਹੈ, ਗੋਬਿੰਦ ਰਾਏ ਪੜ੍ਹ ਲਓ ਜਾਂ ਗੋਬਿੰਦ ਦਾਸ ਪੜ੍ਹ ਲਓ, ਇੱਕੋ ਗੱਲ ਹੀ ਹੈ, ਠੀਕ ਹੈ। ਜ਼ਿਆਦਾਤਰ ਕੁਐਸਚਨ ਪੁੱਛਿਆ ਜਾਂਦਾ ਹੈ ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ ਉਸ ਤੋਂ ਬਾਅਦ ਪੁੱਛਿਆ ਜਾਂਦਾ ਹੈ। ਨੈਕਸਟ ਚੱਲਦੇ ਹਾਂ ਜੀ ਆਪਾਂ, ਜਿਹੜੀ ਗੁਰਤਾ ਗੱਦੀ ਰਹੀ ਹੈ ਗੁਰੂ ਤੇਗ ਬਹਾਦਰ ਜੀ ਕੋਲੇ 1664 ਤੋਂ ਲੈ ਕੇ 1675 ਤੱਕ ਰਹੀ ਹੈ, ਠੀਕ ਹੈ ਜੀ। ਨੈਕਸਟ ਚੱਲਦੇ ਹਾਂ ਜੀ ਆਪਾਂ ਸ਼ਹਿਰ। ਹੁਣ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਸ਼ਹਿਰ ਵਸਾਇਆ ਬੇਟੇ, ਉਹ ਵਸਾਇਆ ਆਨੰਦਪੁਰ ਸਾਹਿਬ, ਜਿਹਨੂੰ ਚੱਕ ਨਾਨਕੀ ਕਹਿੰਦੇ ਆ। ਹੁਣ ਇਹਦੀ ਵੀ ਇੱਕ ਸਟੋਰੀ ਹੈ, ਇਹ ਕੁਐਸਚਨ ਐਗਜ਼ਾਮ ਦੇ ਵਿੱਚ ਨੰਬਰ ਆਫ ਟਾਈਮ ਪੁੱਛਿਆ ਜਾਂਦਾ ਹੈ ਔਰ ਬੱਚੇ ਕਨਫਿਊਜ਼ ਹੋ ਜਾਂਦੇ ਆ, ਉਹਨਾਂ ਨੂੰ ਉੱਥੇ ਆਨਸਰ ਕੀ ਲਾ ਕੇ ਆਉਂਦੇ, ਗੁਰੂ ਗੋਬਿੰਦ ਸਾਹਿਬ ਜੀ ਲਾ ਕੇ ਆਉਂਦੇ ਆ। ਨਹੀਂ ਬੇਟੇ, ਆਨੰਦਪੁਰ ਸਾਹਿਬ ਇੱਕ ਤਖਤ ਹੈਗਾ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਠੀਕ ਹੈ ਜੀ। ਇਸ ਕੇਸਗੜ੍ਹ ਸਾਹਿਬ ਦਾ ਇਤਿਹਾਸ ਜ਼ਿਆਦਾਤਰ ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਦਾ ਜੁਲਦਾ ਹੈ, ਜੁੜਦਾ ਹੈ, ਇਸ ਕਰਕੇ ਆਪਾਂ ਨੂੰ ਭੁਲੇਖਾ ਪੈ ਜਾਂਦਾ ਹੈ। ਪਰ ਸ਼ਹਿਰ ਜਿਹੜਾ ਵਸਾਇਆ ਸੀਗਾ ਉਹ ਗੁਰੂ ਤੇਗ ਬਹਾਦਰ ਜੀ ਨੇ ਵਸਾਇਆ ਸੀ। ਤੁਹਾਨੂੰ ਮੈਂ ਦੱਸਦਾ, ਉਹਦੀ ਕਹਾਣੀ ਵੀ ਦੱਸ ਦਿੰਦਾ ਤਾਂ ਜੋ ਤੁਹਾਨੂੰ ਕਦੇ ਕੋਈ ਡਾਊਟ ਨਾ ਰਵੇ। ਦੇਖੋ, ਜਦੋਂ ਭਾਈ ਮੱਖਣ ਸ਼ਾਹ ਲੁਬਾਣਾ ਨੇ ਕਹਿਤਾ ਵੀ ਗੁਰੂ ਤੇਗ ਬਹਾਦਰ ਜੀ ਸਾਡੇ ਗੁਰੂ ਆ, ਤੇ ਸੰਗਤਾਂ ਗੁਰੂ ਜੀ ਨੂੰ ਲੈ ਕੇ ਕਿੱਥੇ ਆ ਗਈਆਂ, ਅੰਮ੍ਰਿਤਸਰ, ਕਿਉਂਕਿ ਅੰਮ੍ਰਿਤਸਰ ਕੀ ਸੀਗਾ ਉਸ ਟਾਈਮ ਤੇ, ਸੈਂਟਰਲ ਪੁਆਇੰਟ ਸੀਗਾ ਆਪਣੇ ਸਿੱਖਾਂ ਦਾ, ਹੁਣ ਵੀ ਹੈ, ਠੀਕ ਹੈ। ਜਦੋਂ ਇਹ ਅੰਮ੍ਰਿਤਸਰ ਆਏ, ਸਾਰੇ ਸਿੱਖ ਆਏ ਤੇ ਨਾਲ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਆਏ, ਤਾਂ ਉਸ ਟਾਈਮ ਤੇ ਮਸੰਦਾਂ ਦਾ ਕਬਜ਼ਾ ਸੀਗਾ ਗੁਰੂ ਘਰ ਦੇ ਵਿੱਚ, ਤੇ ਇਹਨਾਂ ਨੇ ਗੁਰੂ ਜੀ ਨੂੰ ਅੰਦਰ ਨਹੀਂ ਐਂਟਰ ਕਰਨ ਦਿੱਤਾ, ਸੰਗਤ ਨੂੰ ਐਂਟਰ ਨਹੀਂ ਕਰਨ ਦਿੱਤਾ। ਤਾਂ ਫਿਰ ਗੁਰੂ ਸਾਹਿਬ ਜੀ ਨੇ ਸੋਚਿਆ ਕਿ ਜਿਹੜੇ ਇਹਨਾਂ ਦੇ ਪਿਤਾ ਨੇ ਸ਼ਹਿਰ ਵਸਾਇਆ, ਆਪਾਂ ਉੱਥੇ ਚੱਲਦੇ ਹਾਂ। ਉਹ ਸ਼ਹਿਰ ਕਿਹੜਾ ਸੀਗਾ ਬੇਟੇ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹੜਾ ਸ਼ਹਿਰ ਵਸਾਇਆ ਸੀਗਾ, ਕੀਰਤਪੁਰ ਸਾਹਿਬ। ਤਾਂ ਹੀ ਮੈਂ ਕਹਿੰਦਾ ਸਾਰਾ ਕੁਝ ਯਾਦ ਰੱਖਣਾ ਪਊਗਾ, ਤਾਂ ਇਹ ਕਹਾਣੀ, ਇਹ ਜਿਹੜੀ ਚੀਜ਼ਾਂ ਹੈਗੀਆਂ ਇਹ ਆਪਸ ਵਿੱਚ ਮੇਲ ਖਾਂਦੀਆਂ, ਮਿਲਦੀਆਂ ਜੁਲਦੀਆਂ। ਤਾਂ ਕੀਰਤਪੁਰ ਸਾਹਿਬ ਵਸਾਇਆ ਸੀ। ਜਦੋਂ ਇਹ ਕੀਰਤਪੁਰ ਸਾਹਿਬ ਗਏ ਗੁਰੂ ਤੇਗ ਬਹਾਦਰ ਜੀ, ਤਾਂ ਉੱਥੇ ਵੀ ਜ਼ਿਆਦਾ ਦੇਰ ਇਹਨਾਂ ਨੂੰ ਟਿਕਣ ਨਹੀਂ ਦਿੱਤਾ ਗਿਆ, ਕਿਹਦੇ ਵੱਲੋਂ, ਧੀਰਮਲ ਦੁਆਰਾ। ਧੀਰਮਲ ਕੌਣ ਸੀਗਾ, ਭਾਣਜਾ ਸੀਗਾ ਇਹਨਾਂ ਦਾ। ਤਾਂ ਫਿਰ ਫਾਈਨਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਇੱਕ ਫੈਸਲਾ ਕੀਤਾ, ਆਪਾਂ ਸਾਰੇ ਜਾਣਦੇ ਆ, ਕੀਰਤਪੁਰ ਤੋਂ 5 ਮੀਲ ਦੂਰ ਜਾਂ ਕਹ ਲਓ 5 ਕਿਲੋਮੀਟਰ ਦੂਰ ਕਹਿ ਲਓ, 5 ਮੀਲ ਦੂਰ ਗੁਰੂ ਜੀ ਨੇ ਜ਼ਮੀਨ ਖਰੀਦੀ ਹੈ। ਉਹ ਜ਼ਮੀਨ ਕਿੱਥੋਂ ਖਰੀਦੀ ਹੈ ਰਾਜੇ, ਬਿਲਾਸਪੁਰ ਦਾ ਰਾਜਾ ਸੀਗਾ, ਬਿਲਾਸਪੁਰ ਦਾ ਕੀ ਸੀਗਾ, ਰਾਜਾ ਸੀਗਾ। ਉੱਥੇ ਪਿੰਡ ਸੀਗਾ ਲੱਖੋਵਾਲ, ਸੌਰੀ ਮੱਖੋਵਾਲ, ਪਿੰਡ ਕੀ ਸੀਗਾ, ਮੱਖੋਵਾਲ ਪਿੰਡ ਸੀਗਾ, ਉੱਥੇ ਜ਼ਮੀਨ ਖਰੀਦੀ। ਤੇ ਇਹਨਾਂ ਨੇ ਆਪਣੀ ਮਾਤਾ ਜੀ ਦੇ ਨਾਮ ਤੇ ਇਹ ਸ਼ਹਿਰ ਦਾ ਨਾਮ ਰੱਖਿਆ ਚੱਕ ਨਾਨਕੀ। ਕੀ ਰੱਖਿਆ ਗਿਆ, ਚੱਕ ਨਾਨਕੀ ਰੱਖਿਆ ਗਿਆ, ਜਿਹੜਾ ਕਿ ਅੱਜ ਕੱਲ ਆਪਾਂ ਆਨੰਦਪੁਰ ਸਾਹਿਬ ਕਹਿੰਦੇ ਆ। ਕਲੀਅਰ ਹੈ, ਆਈ ਹੋਪ ਹੁਣ ਤੁਹਾਨੂੰ ਕੋਈ ਡਾਊਟ ਨਹੀਂ ਰਹੂਗਾ। ਤੇ ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਦੇ ਵਿਚਕਾਰ ਦੂਰੀ ਵੀ ਲਗਭਗ 5 ਤੋਂ 7 ਕਿਲੋਮੀਟਰ ਹੀ ਹੈ, ਠੀਕ ਹੈ ਜੀ। ਤਾਂ ਸ਼ਹਿਰ ਕਿਹੜਾ ਵਸਾਇਆ ਸੀਗਾ ਗੁਰੂ ਤੇਗ ਬਹਾਦਰ ਜੀ ਨੇ, ਆਨੰਦਪੁਰ ਸ਼ਹਿਰ ਵਸਾਇਆ ਸੀ, ਜਿਹਨੂੰ ਪਹਿਲਾਂ ਚੱਕ ਨਾਨਕੀ ਕਹਿੰਦੇ ਸੀਗੇ। ਨੈਕਸਟ ਚੱਲਦੇ ਹਾਂ ਜੀ ਆਪਾਂ, ਹੁਣ ਦੇਖਦੇ ਹਾਂ ਜੀ ਮੁਗਲ ਬਾਦਸ਼ਾਹ ਕਿਹੜਾ ਹੋਇਆ ਜੀ, ਔਰੰਗਜ਼ੇਬ। ਕਿਉਂਕਿ ਆਪਾਂ ਨੂੰ ਇਹ ਕਲੀਅਰ ਕੱਟ ਪਤਾ ਹੈ ਅੱਗੇ ਜਾ ਕੇ ਜਿਹੜੀ ਸ਼ਹੀਦੀ ਹੋਣੀ ਹੈ ਗੁਰੂ ਸਾਹਿਬ ਜੀ ਦੀ, ਉਹ ਔਰੰਗਜ਼ੇਬ ਦੇ ਕਹਿਣ ਤੇ ਹੀ ਹੋਊਗੀ। ਇਹ ਮੋਸਟ ਇੰਪੋਰਟੈਂਟ ਪੁਆਇੰਟ ਹੈ ਇਸ ਗੁਰੂ ਜੀ ਦੇ ਜੀਵਨ ਕਾਲ ਦਾ। ਨੈਕਸਟ ਚੱਲਦੇ ਹਾਂ ਜੀ ਆਪਾਂ, ਇਹਨਾਂ ਨੂੰ ਕਹਿੰਦੇ ਕੀ ਆ ਜੀ, ਹਿੰਦ ਦੀ ਚਾਦਰ ਕਹਿੰਦੇ ਆ। ਕਿਉਂ ਕਹਿੰਦੇ ਆ, ਆਪਾਂ ਸਾਰਿਆਂ ਨੂੰ ਪਤਾ ਹੈ, ਦੱਸਣ ਦੀ ਜ਼ਰੂਰਤ ਨਹੀਂ ਹੈਗੀ, ਲੇਕਿਨ ਫਿਰ ਵੀ ਥੋੜਾ ਜਿਹਾ ਮੈਂ ਰਿਪੀਟ ਕਰ ਦਿੰਦਾ। ਤੁਹਾਨੂੰ ਪਤਾ ਜਦੋਂ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ ਉਮਰ ਸੀਗੀ ਗੁਰੂ ਗੋਬਿੰਦ ਸਿੰਘ ਜੀ ਦੀ, ਤਾਂ ਉਦੋਂ ਕੀ ਸੀਗੇ ਜੀ, ਕਸ਼ਮੀਰੀ ਪੰਡਿਤ ਆਏ ਸੀਗੇ, ਤੇ ਉਸ ਟਾਈਮ ਤੇ ਜਬਰੀ ਧਰਮ ਪਰਿਵਰਤਨ ਕੀਤਾ ਜਾਂਦਾ ਸੀਗਾ ਹਿੰਦੂਆਂ ਦਾ, ਠੀਕ ਹੈ। ਤਾਂ ਇਹ ਰਿਕੁਐਸਟ ਲੈ ਕੇ ਆਏ ਸੀਗੇ ਗੁਰੂ ਸਾਹਿਬ ਜੀ ਕੋਲੇ ਕਿ ਤੁਸੀਂ ਸਾਡੇ ਧਰਮ ਦੀ ਕੀ ਕਰੋ, ਰੱਖਿਆ ਕਰੋ। ਤਾਂ ਫਿਰ ਗੁਰੂ ਸਾਹਿਬ ਜੀ ਨੇ ਦਿੱਲੀ ਜਾ ਕੇ ਆਪਣਾ ਸੀਸ ਦੇਣ ਦੀ ਕੀ ਕੀਤੀ, ਪਹਿਲ ਕੀਤੀ, ਤੇ ਇਹਨਾਂ ਨੇ ਕੀ ਕੀਤੀ, ਰੱਖਿਆ ਕੀਤੀ। ਤਾਂ ਕਿ ਇਹਨਾਂ ਨੂੰ ਕੀ ਕਹਿ ਦਿੰਦੇ ਆ ਜੀ, ਹਿੰਦ ਦੀ ਚਾਦਰ ਕਹਿ ਦਿੰਦੇ ਆ। ਇਹ ਸਾਰਿਆਂ ਨੂੰ ਪਤਾ ਹੀ ਹੈ। ਨੈਕਸਟ ਚੱਲਦੇ ਆ ਜੀ, ਦੇਖੋ ਸ਼ਹਾਦਤ ਹੋਈ ਹੈ ਜੀ ਔਰੰਗਜ਼ੇਬ ਦੇ ਕਹਿਣ ਤੇ ਹੋਈ ਹੈ। ਪਰ ਕਈ ਵਾਰ ਪੁੱਛ ਲੈਂਦੇ ਆ ਵੀ ਜਿਹੜਾ ਜਲਾਦ ਸੀਗਾ ਜਿਹਨੇ ਗੁਰੂ ਸਾਹਿਬ ਜੀ ਦਾ ਸੀਸ ਕਲਮ ਕੀਤਾ ਸੀਗਾ, ਉਹ ਬੰਦਾ ਹੈ ਕੌਣ ਸੀਗਾ। ਉਹ ਸੀਗਾ ਜੀ ਸਮਾਣੇ ਦਾ ਜਲਾਲੂਦੀਨ ਨੇ ਕੀਤਾ ਸੀਗਾ ਆਪਣੇ ਕੁਹਾੜੇ ਦੇ ਨਾਲ, ਠੀਕ ਹੈ ਜੀ। ਇਹ ਫੋਟੋ ਤੁਸੀਂ ਦੇਖੀ ਹੋਊਗੀ ਸਾਰਿਆਂ ਨੇ। ਅੱਛਾ ਜੀ, ਮੈਂ ਹੁਣ ਇੱਥੇ ਇੱਕ ਪੁਆਇੰਟ ਮਿਸ ਕਰ ਰਿਹਾ, ਉਹ ਤੁਹਾਨੂੰ ਮੈਂ ਪੁੱਛੂੰਗਾ ਕਮੈਂਟ ਬਾਕਸ ਦੇ ਵਿੱਚ, ਕਿਉਂਕਿ ਆਪਾਂ ਦੇਖਦੇ ਹਾਂ ਤੁਹਾਨੂੰ ਕਿੰਨੀ ਕੁ ਨੌਲੇਜ ਹੈ ਪੰਜਾਬ ਦੇ ਵਿੱਚ ਰਹਿੰਦੇ ਹੋਏ। ਜਦੋਂ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਤਾਂ ਉਸ ਤੋਂ ਪਹਿਲਾਂ 3 ਸਿੱਖ ਸ਼ਹੀਦ ਕੀਤੇ ਗਏ ਸੀ, ਗੁਰੂ ਘਰ ਦੇ ਬਹੁਤ ਪਿਆਰੇ ਸਿੱਖ ਨੇ। ਤੁਸੀਂ ਉਹਨਾਂ ਦਾ ਜ਼ਿਕਰ ਇਤਿਹਾਸ ਦੇ ਵਿੱਚ ਵੀ ਆਉਂਦਾ, ਅਰਦਾਸ ਦੇ ਵਿੱਚ ਵੀ ਆਉਂਦਾ। ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖਣਾ ਕਿ ਗੁਰੂ ਤੇਗ ਬਹਾਦਰ ਜੀ ਦੇ ਨਾਲ ਕਿਹਨੇ ਕਿਹਨੇ ਸ਼ਹੀਦੀ ਪ੍ਰਾਪਤ ਕੀਤੀ। ਕਿਉਂਕਿ ਜਿਹੜਾ ਔਰੰਗਜ਼ੇਬ ਸੀਗਾ ਇਹ ਗੁਰੂ ਸਾਹਿਬ ਨੂੰ ਝੁਕਾਉਣਾ ਚਾਹੁੰਦਾ ਸੀਗਾ। ਇਹਨੂੰ ਆਏ ਸੀਗਾ ਵੀ ਜੇ ਅਸੀਂ ਗੁਰੂ ਤੇਗ ਬਹਾਦਰ ਜੀ ਨੂੰ ਝੁਕਾ ਲਾਂਗੇ ਤਾਂ ਸਮਝ ਲਓ ਵੀ ਬਾਕੀ ਸਾਰੇ ਹਿੰਦੂ ਝੁਕ ਗਏ, ਠੀਕ ਹੈ ਜੀ। ਤਾਂ ਇਹਨਾਂ ਨੇ ਕੀ ਕੀਤਾ, ਇਹਨਾਂ ਦੇ ਸਾਹਮਣੇ ਇਹਨਾਂ ਦੇ ਜਿਹੜੇ ਪਿਆਰੇ 3 ਸਿੱਖ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤਾਂ ਜੋ ਗੁਰੂ ਜੀ ਡੋਲ ਜਾਣ, ਪਰ ਗੁਰੂ ਜੀ ਨਹੀਂ ਡੋਲੇ। ਆਖਰ ਤੇ ਇਹਨਾਂ ਨੇ ਧਰਮ ਪਰਿਵਰਤਨ ਨਹੀਂ ਕਰਵਾਇਆ ਤੇ ਆਪਣੀ ਸ਼ਹੀਦੀ ਦੇਣ ਨੂੰ ਕੀ ਕੀਤੀ, ਪਹਿਲ ਕੀਤੀ, ਠੀਕ ਹੈ ਜੀ। ਤਾਂ ਉਹ 3 ਸਿੱਖਾਂ ਦੇ ਨਾਮ ਤੁਸੀਂ ਮੈਨੂੰ ਕੀ ਕਰਨੇ ਨੇ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣੇ ਨੇ।
ਅੱਛਾ ਜੀ, ਹੁਣ ਆਪਾਂ ਨੈਕਸਟ ਗੱਲ ਕਰਦੇ ਹਾਂ ਜੀ, ਇਹਨਾਂ ਨੇ ਸੀਸ ਕੱਟਿਆ ਗਿਆ ਤੇ ਨੈਕਸਟ ਹੁਣ ਗੱਲ ਕਰਦੇ ਹਾਂ ਜੀ, ਜਦੋਂ ਸੀਸ ਕੱਟਿਆ ਗਿਆ ਤਾਂ ਉਦੋਂ ਸਰਕਾਰ ਦਾ ਹੁਕਮ ਸੀਗਾ ਉਸ ਟਾਈਮ ਤੇ, ਔਰੰਗਜ਼ੇਬ ਦੀ ਸਰਕਾਰ ਸੀਗੀ, ਤੇ ਇਹਨਾਂ ਨੇ ਕਿਹਾ ਭਾਈ ਕੋਈ ਵੀ ਬੰਦਾ ਗੁਰੂ ਜੀ ਦਾ ਕੀ ਕਰੂਗਾ, ਦਾਹ ਸੰਸਕਾਰ ਨਹੀਂ ਕਰੂਗਾ, ਬਟ ਗੁਰੂ ਘਰ ਦੇ ਜਿਹੜੇ ਪਿਆਰੇ ਸਿੱਖ ਹੁੰਦੇ ਆ ਉਹ ਆਪਣੀ ਜਾਨ ਤੇ ਖੇਡ ਕੇ ਵੀ ਆਪਣੇ ਕਾਰਜ ਪੂਰੇ ਕਰਦੇ ਆ। ਤਾਂ ਉੱਥੇ ਕੀ ਸੀਗਾ ਜੀ, ਜਦੋਂ ਸੀਸ ਕਲਮ ਕੀਤਾ ਸੀਗਾ ਤਾਂ ਹੁਣ ਉੱਥੇ ਜਿੱਥੇ ਸ਼ਹਾਦਤ ਹੋਈ ਆ ਦਿੱਲੀ ਦੇ ਵਿੱਚ ਚਾਂਦਨੀ ਚੌਕ ਦੇ ਵਿੱਚ, ਉੱਥੇ ਇੱਕ ਗੁਰਦੁਆਰਾ ਸਾਹਿਬ ਬਣੇ ਹੋਏ ਆ ਸ਼ੀਸ਼ਗੰਜ ਸਾਹਿਬ। ਉਹ ਸ਼ੀਸ਼ਗੰਜ ਗੁਰਦੁਆਰਾ ਕਿਹਨੇ ਬਣਾਇਆ ਸੀਗਾ, ਸਰਦਾਰ ਬਘੇਲ ਸਿੰਘ ਨੇ ਬਣਾਇਆ ਸੀਗਾ। ਇਹ ਸਟੋਰੀ ਆਪਾਂ ਫਿਰ ਅੱਗੇ ਜਾ ਕੇ ਪੜਾਂਗੇ, ਜਿਨ੍ਹਾਂ ਨੇ ਦਿੱਲੀ ਫਤਿਹ ਕੀਤੀ ਸੀ ਬਾਅਦ ਦੇ ਵਿੱਚ, ਸਰਦਾਰ ਬਘੇਲ ਸਿੰਘ ਨੇ ਬਣਾਇਆ ਸੀਗਾ ਸ਼ੀਸ਼ਗੰਜ। ਤੇ ਇੱਕ ਗੁਰਦੁਆਰਾ ਸਾਹਿਬ ਕੀ ਸੀਗਾ ਵੀ ਜਿੱਥੇ ਗੁਰੂ ਜੀ ਦੀ ਕੀ ਹੋਇਆ, ਬਾਕੀ ਬੋਡੀ ਜਿਹੜੀ ਹੈਗੀ ਹੈ ਉਹਦਾ ਸੰਸਕਾਰ ਕੀਤਾ ਗਿਆ ਸੀਸ ਤੋਂ ਬਿਨਾ, ਉਹ ਸੀਗਾ ਗੁਰਦੁਆਰਾ ਰਕਾਬਗੰਜ। ਬੇਸਿਕਲੀ ਉਹ ਕੀ ਸੀਗਾ, ਇੱਕ ਗੁਰੂ ਘਰ ਦੇ ਬਹੁਤ ਪਿਆਰੇ ਸਿੱਖ ਹੈ ਲੱਖੀ ਸ਼ਾਹ ਲੁਬਾਣਾ ਜੀ। ਤਾਂ ਉਸ ਟਾਈਮ ਤੇ ਕੀ ਸੀਗਾ, ਸਰਕਾਰ ਤੋਂ ਡਰਦੇ ਸੀ ਲੋਕ ਸਾਨੂੰ ਸਜ਼ਾ ਨਾ ਹੋ ਜੇ, ਤਾਂ ਉੱਤੋਂ ਹੁਕਮ ਵੀ ਇਹ ਹੋਇਆ ਸੀਗਾ ਕਿ ਕੋਈ ਵੀ ਬੰਦਾ ਸੰਸਕਾਰ ਨਹੀਂ ਕਰੂਗਾ ਗੁਰੂ ਸਾਹਿਬ ਦਾ। ਤਾਂ ਲੱਖੀ ਸ਼ਾਹ ਜੀ ਨੇ ਕੀ ਕੀਤਾ ਸੀ, ਗੁਰੂ ਜੀ ਦੀ ਪਵਿੱਤਰ ਜਿਹੜੀ ਦੇਹ ਹੈਗੀ ਉਹਨੂੰ ਲਿਜਾ ਕੇ ਆਪਣੇ ਘਰ ਦੇ ਵਿੱਚ ਰੱਖ ਕੇ ਆਪਣੇ ਘਰ ਨੂੰ ਹੀ ਅੱਗ ਲਗਾਤੀ ਸੀਗੀ। ਇਦਾਂ ਸ਼ੋਅ ਕੀਤਾ ਸੀ ਕਿ ਘਰ ਨੂੰ ਅੱਗ ਲੱਗ ਗਈ। ਤਾਂ ਇੰਨੇ ਪਿਆਰੇ ਗੁਰੂ ਘਰ ਦੇ ਸਿੱਖ ਹੋਏ ਆ ਜਿਨ੍ਹਾਂ ਨੇ ਆਪਣਾ ਕੁਝ ਨਹੀਂ ਸੋਚਿਆ, ਸਿਰਫ ਆਪਣਾ ਕੀ ਹੈ ਸੇਵਾ ਨਿਭਾਈ ਹੈ। ਤਾਂ ਇਹਨਾਂ ਨੇ ਕੀ ਕੀਤਾ, ਆਪਣੇ ਘਰ ਨੂੰ ਅੱਗ ਲਗਾਤੀ ਸੀ। ਜਿਸ ਜਿਸ ਜਗ੍ਹਾ ਤੇ ਇਹਨਾਂ ਨੇ ਅੱਗ ਲਗਾਈ ਉੱਥੇ ਇੱਕ ਗੁਰਦੁਆਰਾ ਕਿਹੜਾ ਹੈਗਾ, ਰਕਾਬਗੰਜ। ਤੁਸੀਂ ਜਾਣਦੇ ਹੋਵੋਗੇ ਦਿੱਲੀ, ਤੁਸੀਂ ਦੇਖਿਆ ਵੀ ਹੋਊਗਾ ਰਕਾਬਗੰਜ ਸਾਹਿਬ ਗੁਰਦੁਆਰਾ ਹੈ। ਹੁਣ ਦੇਖੋ ਜਿਹੜਾ ਸੀਸ ਸੀਗਾ, ਦੇਹ ਦਾ ਸੰਸਕਾਰ ਤਾਂ ਉੱਥੇ ਦਿੱਲੀ ਹੋ ਗਿਆ, ਲੇਕਿਨ ਜਿਹੜਾ ਸੀਸ ਸੀਗਾ ਉਹ ਸੀਸ ਅਨੰਦਪੁਰ ਸਾਹਿਬ ਜਾਂਦਾ ਹੈ। ਕੌਣ ਲੈ ਕੇ ਜਾਂਦਾ ਆਪਾਂ ਨੈਕਸਟ ਦੇਖਦੇ ਹਾਂ ਜੀ, ਉਹ ਵੀ ਗੁਰੂ ਘਰ ਦੇ ਬਹੁਤ ਪਿਆਰੇ ਸਿੱਖ ਨੇ, ਅੱਗੇ ਜਾ ਕੇ ਆਪਾਂ ਪੜ੍ਹਦੇ ਹਾਂ। ਠੀਕ ਹੈ ਜੀ, ਨੈਕਸਟ ਦੇਖਦੇ ਹਾਂ ਆਪਾਂ ਹੁਣ ਭਾਈ ਜੈਤਾ ਜੀ। ਠੀਕ ਹੈ, ਜਿਹਨੂੰ ਭਾਈ ਜੀਵਨਜੀਤ ਸਿੰਘ, ਜਿਹੜੇ ਬਾਅਦ ਦੇ ਵਿੱਚ ਭਾਈ ਜੀਵਨ ਸਿੰਘ ਜੀ ਬਣੇ ਆ ਅੰਮ੍ਰਿਤ ਛਕ ਕੇ, ਇਹ ਕੱਟੇ ਹੋਏ ਸੀਸ ਨੂੰ ਲੈ ਕੇ ਕਿੱਥੇ ਪਹੁੰਚੇ ਆ ਜੀ, ਅਨੰਦਪੁਰ। ਤੇ ਗੁਰੂ ਜੀ ਨੇ ਆਪਣੇ ਸੀਨੇ ਦੇ ਨਾਲ ਲਾ ਕੇ ਇਹਨਾਂ ਨੂੰ ਕਿਹਾ ਸੀਗਾ, ਰੰਗਰੇਟੇ ਗੁਰੂ ਕੇ ਬੇਟੇ। ਠੀਕ ਹੈ, ਸਾਰਿਆਂ ਨੂੰ ਪਤਾ ਹੀ ਹੈ ਇਤਿਹਾਸ ਦੇ ਬਾਰੇ। ਤਾਂ ਭਾਈ ਜੈਤਾ ਜੀ ਕੀ ਕੀਤਾ, ਇਹਨਾਂ ਨੇ ਕੱਟੇ ਹੋਏ ਸੀਸ ਨੂੰ ਲੈ ਕੇ ਜੰਗਲਾਂ ਵਿੱਚ ਦੇ ਹੁੰਦੇ ਹੋਏ ਇਹ ਅਨੰਦਪੁਰ ਸਾਹਿਬ ਪਹੁੰਚੇ ਆ, ਜਿੱਥੇ ਗੁਰੂ ਜੀ ਦੇ ਸੀਸ ਦਾ ਕੀ ਕੀਤਾ ਗਿਆ, ਸੰਸਕਾਰ ਕੀਤਾ ਗਿਆ। ਤੇ ਜਿੱਥੇ ਸੰਸਕਾਰ ਕੀਤਾ ਗਿਆ ਉੱਥੇ ਗੁਰਦੁਆਰਾ ਸੀਸਗੰਜ ਸਾਹਿਬ ਹੈ। ਅਨੰਦਪੁਰ ਸਾਹਿਬ ਦੇ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ ਹੈਗੇ ਆ, ਜੇ ਤੁਸੀਂ ਜਾਓਗੇ ਦਰਸ਼ਨ ਜ਼ਰੂਰ ਕਰਕੇ ਆਇਓ। ਨੈਕਸਟ ਚੱਲਦੇ ਆ ਜੀ ਆਪਾਂ, ਜੋਤੀ ਜੋਤ ਤੁਹਾਨੂੰ ਪਤਾ ਹੀ ਹੈ 1675 ਦੇ ਵਿੱਚ ਹੋਏ ਆ ਚਾਂਦਨੀ ਚੌਕ ਦਿੱਲੀ ਵਿਖੇ। ਹੁਣ ਇੱਥੋਂ 3-4 ਕੁਐਸਚਨ ਨਿਕਲ ਕੇ ਆਉਂਦੇ ਆ ਬੇਟੇ। ਇੱਕ ਤਾਂ ਇਹ ਪੁੱਛਦੇ ਹੁੰਦੇ ਆ ਕਿਹੜੇ ਮੁਗਲ ਬਾਦਸ਼ਾਹ ਦੇ ਕਹਿਣ ਤੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ, ਤਾਂ ਔਰੰਗਜ਼ੇਬ ਦੇ ਕਹਿਣ ਤੇ। ਕਿੱਥੇ ਕੀਤਾ ਗਿਆ, ਚਾਂਦਨੀ ਚੌਕ ਦੇ ਵਿੱਚ। ਤੇ ਕਦੋਂ ਕੀਤਾ ਗਿਆ, 1675। ਇਹ ਕੁਐਸਚਨ ਆਇਆ ਸੀਗਾ ਇਲੈਕਸ਼ਨ ਕਾਨਗੋ 2018 ਦੇ ਵਿੱਚ ਆਇਆ ਸੀਗਾ। ਤੇ ਇਹ ਕੁਐਸਚਨ ਇਹ ਆਇਆ ਸੀ ਵੀ ਗੁਰੂ ਜੀ ਨੂੰ ਸ਼ਹੀਦੀ ਕਿਹੜੇ ਸੰਨ ਦੇ ਵਿੱਚ ਹੋਈ ਹੈ, 1674, 75, 76, 78, ਇਦਾਂ ਦੀ ਆਪਸ਼ਨਾਂ ਸੀਗੀਆਂ। ਤਾਂ ਯਾਦ ਰੱਖਣਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀਗੀ, 9 ਸਾਲ। ਠੀਕ ਹੈ, ਜੇ ਤੁਸੀਂ ਇਦਾਂ ਨਹੀਂ ਯਾਦ ਰੱਖ ਸਕਦੇ 1675 ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਅੱਗੇ ਜਾ ਕੇ ਪੜਾਂਗੇ 1666 ਦੇ ਵਿੱਚ ਜਨਮ ਹੋਇਆ, ਤੇ ਪਿੱਛੇ ਚਲੇ ਜਾਓ। ਠੀਕ ਹੈ, ਇਹ 9 ਸਾਲ ਦੇ ਸੀਗੇ ਗੁਰੂ ਗੋਬਿੰਦ ਸਾਹਿਬ ਜੀ। ਤੇ 9 ਸਾਲ ਪਲੱਸ ਕਰ ਲਓ ਜਾਂ ਤਾਂ, ਜੇ ਨਹੀਂ ਯਾਦ ਰੱਖ ਸਕਦੇ। ਦੇਖੋ ਟੈਕਟ ਹੁੰਦੇ ਆ ਯਾਦ ਕਰਨ ਦੇ, ਜੀਕੇ ਨੂੰ ਯਾਦ ਕਰਨਾ ਨਹੀਂ ਹੁੰਦਾ, ਜੀਕੇ ਨੂੰ ਸਮਝਣਾ ਹੁੰਦਾ। ਜੇ ਰੱਟੇ ਮਾਰਾਂਗੇ ਫਿਰ ਆਪਾਂ ਕੁਝ ਨਹੀਂ ਕਰ ਸਕਦੇ, ਕਿ ਸਮਝਣਾ ਹੁੰਦਾ। ਇਸ ਕਰਕੇ ਮੈਂ ਦੇਖੋ ਕਿੰਨੀ ਵਧੀਆ ਤਰੀਕੇ ਨਾਲ ਤੁਹਾਨੂੰ ਸਟੋਰੀ ਸੁਣਾ ਰਿਹਾ। ਇਹ ਸਟੋਰੀ ਇਦਾਂ ਹੀ ਦਿਮਾਗ ਦੇ ਵਿੱਚ ਬਿਠਾ ਲਿਓ, ਕਦੇ ਨਾ ਭੁੱਲਿਓ, ਜ਼ਰੂਰੀ ਹੈ ਇਹ। ਚਲੋ ਜੀ ਨੈਕਸਟ ਮੂਵ ਕਰਦੇ ਹਾਂ ਆਪਾਂ, ਗੁਰੂ ਤੇਗ ਬਹਾਦਰ ਜੀ ਬਾਰੇ ਪੜ੍ਹ ਲਿਆ ਆਪਾਂ। ਨੈਕਸਟ ਚੱਲਦੇ ਹਾਂ ਜੀ, ਗੁਰੂ ਗੋਬਿੰਦ ਸਾਹਿਬ ਜੀ ਬਾਰੇ ਪੜ੍ਹਦੇ ਹਾਂ। 1666 ਤੋਂ ਲੈ ਕੇ 1708 ਦਾ ਸਫ਼ਰ ਹੈ, ਜਿਹੜਾ ਕਿ ਬਹੁਤ ਹੀ ਇੱਕ ਖਾਸ ਰੋਲ ਅਦਾ ਕਰੂਗਾ ਸਿੱਖ ਇਤਿਹਾਸ ਦੇ ਵਿੱਚ। ਇੱਥੋਂ ਨੰਬਰ ਆਫ ਕੁਐਸਚਨ ਪੁੱਟ ਕੀਤੇ ਜਾਂਦੇ ਆ ਐਗਜ਼ਾਮ ਵਾਸਤੇ ਵੀ, ਤੇ ਆਪਣੇ ਵੈਸੇ ਵੀ ਆਉਣ ਵਾਲੀਆਂ ਪੁਸਤਾਂ ਵਾਸਤੇ ਵੀ ਆਪਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ ਕਿ ਆਪਣਾ ਇਤਿਹਾਸ ਬਹੁਤ ਵਡਮੁੱਲਾ ਹੈਗਾ। ਚਲੋ ਜੀ, ਜਨਮ ਸਥਾਨ ਹੈਗਾ ਜੀ ਪਟਨਾ ਸਾਹਿਬ। ਹੁਣ ਕਈ ਮੈਨੂੰ ਪਿਆਰੇ ਬੱਚੇ ਇਹ ਪੁੱਛ ਲੈਂਦੇ ਆ ਵੀ ਪਟਨਾ ਸਾਹਿਬ ਵਿਖੇ ਕਿਉਂ ਜਨਮ ਹੋਇਆ, ਗੁਰੂ ਜੀ ਤਾਂ ਅਨੰਦਪੁਰ ਸਾਹਿਬ ਰਹਿੰਦੇ ਸੀਗੇ। ਭਾਈ ਨਹੀਂ, ਗੁਰੂ ਤੇਗ ਬਹਾਦਰ ਜੀ ਗੁਰੂ ਘਰ ਦਾ ਪ੍ਰਚਾਰ ਕਰਨ ਲਈ ਆਗਰਾ, ਦਿੱਲੀ ਘੁੰਮਦੇ ਰਹੇ ਹੈ, ਤੇ ਪਟਨਾ ਸਾਹਿਬ ਵੀ ਉਹ ਪ੍ਰਚਾਰ ਕਰ ਰਹੇ ਸੀ। ਉਸ ਟਾਈਮ ਤੇ ਮਾਤਾ ਜੀ ਕੀ ਸੀਗੇ, ਪ੍ਰੈਗਨੈਂਟ ਸੀਗੇ, ਕੁੱਖ ਦੇ ਵਿੱਚ ਕੀ ਸੀਗਾ, ਗੁਰੂ ਗੋਬਿੰਦ ਰਾਏ ਬੱਚਾ ਸੀਗਾ। ਤਾਂ ਮਾਤਾ ਜੀ ਉੱਥੇ ਹੀ ਰਹਿ ਗਏ ਸੀ। ਗੁਰੂ ਸਾਹਿਬ ਜੀ ਵਾਪਸ ਕਿੱਥੇ ਆ ਗਏ ਸੀ, ਅਨੰਦਪੁਰ ਸਾਹਿਬ ਆ ਗਏ ਸੀ। ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ, ਪਟਨਾ ਸਾਹਿਬ ਬਿਹਾਰ ਵਿਖੇ ਹੋਇਆ। ਠੀਕ ਹੈ ਜੀ, ਜਨਮ ਸਥਾਨ ਕੀ ਹੈ, ਪਟਨਾ ਸਾਹਿਬ। ਹੁਣ ਪਿਤਾ ਆਪਾਂ ਨੂੰ ਪਤਾ ਹੀ ਹੈ ਗੁਰੂ ਤੇਗ ਬਹਾਦਰ ਜੀ ਪਿਤਾ ਨੇ, ਤੇ ਮਾਤਾ ਕੌਣ ਨੇ, ਗੁਜਰ ਕੌਰ ਜੀ, ਮਾਤਾ ਗੁਜਰੀ ਜੀ। ਤੇ ਇਸ ਤੋਂ ਇਲਾਵਾ ਆਪਾਂ ਹੁਣ ਗੱਲ ਕਰਦੇ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਾਥੀ ਕੌਣ ਨੇ, ਮਾਤਾ ਜੀਤੋ ਜੀ ਹੈ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ। ਹੁਣ ਇੱਥੇ ਇੱਕ ਗੱਲ ਡਿਸਕਸ ਕਰਨ ਵਾਲੀ ਹੈ, ਵੈਸੇ ਡਿਸਕਸ ਕਰਨੀ ਬਣਦੀ ਤਾਂ ਨਹੀਂ ਮੇਰੇ ਵਰਗੇ ਇੱਕ ਮਤਲਬ ਬਹੁਤ ਛੋਟੇ ਬੰਦੇ ਵੱਲੋਂ,
ਕਿਉਂਕਿ ਗੁਰੂ ਤਾਂ ਬਹੁਤ ਵੱਡਾ, ਅਸੀਂ ਤਾਂ ਦੇਖੋ ਉਹਦੀ ਜੁੱਤੀ ਦੀ ਧੂੜ ਦੇ ਬਰਾਬਰ ਵੀ ਨਹੀਂ, ਜੇ ਬਣ ਸਕਦੇ ਹੋਈਏ ਤਾਂ ਜੇ ਉਹਨਾਂ ਕੁ ਬਣ ਜਾਈਏ ਤਾਂ ਬਹੁਤ ਵੱਡੀ ਗੱਲ ਹੈ। ਕਿਉਂਕਿ ਅੱਜ ਕੱਲ ਨਾ ਤਰਕਵਾਦ ਦਾ ਜ਼ਮਾਨਾ ਬਹੁਤ ਆ ਗਿਆ, ਤਰਕ ਕਰਨਾ ਬੜਾ ਸੌਖਾ ਹੈ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਲੋਕ ਤਰਕ ਬਹੁਤ ਕਰਦੇ ਆ। ਤੇ ਜਿਹੜਾ ਬੰਦਾ ਗੁਰੂ ਤੇ ਤਰਕ ਕਰਦਾ, ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਉਸਨੇ ਕੋਈ ਚੀਜ਼ ਪੜ੍ਹੀ ਹੋਊਗੀ। ਜਿਹੜੇ ਬੰਦੇ ਨੇ ਇਤਿਹਾਸ ਪੜ੍ਹਿਆ ਹੁੰਦਾ ਜਾਂ ਕੋਈ ਵੀ ਗ੍ਰੰਥ ਪੜ੍ਹਿਆ ਹੁੰਦਾ, ਕਿਸੇ ਵੀ ਧਰਮ ਦਾ ਗ੍ਰੰਥ ਹੈ, ਤੁਸੀਂ ਪੜ੍ਹੋਗੇ ਉੱਥੋਂ ਨੌਲੇਜ ਹੀ ਮਿਲੂਗੀ। ਤੇ ਧਰਮ ਦੇ ਗ੍ਰੰਥ ਪੜ੍ਹੇ ਬਿਨਾਂ ਆਪਾਂ ਕਿਸੇ ਤੇ ਉਂਗਲੀ ਚੱਕਦੇ ਆ, ਉਹ ਤਾਂ ਬਹੁਤ ਮਾੜੀ ਗੱਲ ਹੁੰਦੀ ਹੈ। ਚਲੋ ਇਹ ਤੁਹਾਨੂੰ ਮੈਂ ਦੱਸਦਾ ਵੀ ਗੁਰੂ ਜੀ ਦੇ 3 ਜੀਵਨ ਸਾਥੀ ਕਿਉਂ ਸੀਗੇ। ਪਰ ਉਸ ਤੋਂ ਪਹਿਲਾਂ ਗੁਰਬਾਣੀ ਦੇ ਵਿੱਚ ਇੱਕ ਤੁਕ ਆਉਂਦੀ ਹੈ, ਉਹ ਵੀ ਪੜ੍ਹਨੀ ਜ਼ਰੂਰੀ ਹੈ। ਉਹ ਤੁਕ ਕੀ ਹੈ? ਕਹਿੰਦੇ ਜੀ, ਗੁਰ ਕਿਹਾ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸੀਗਾ ਕਿ ਗੁਰੂ ਵਰਗੇ ਬਣਨ ਦੀ ਕੋਸ਼ਿਸ਼ ਨਾ ਕਰੋ, ਹਨਾ। ਗੁਰੂ ਨੇ ਜੋ ਕਿਹਾ ਉਹ ਕੰਮ ਕਰੋ। ਹੁਣ ਜੇ ਆਪਾਂ ਕਵਾਂਗੇ ਵੀ ਗੁਰੂ ਨੇ 3 ਵਿਆਹ ਕਰਵਾਏ ਤਾਂ ਅਸੀਂ ਵੀ 3 ਵਿਆਹ ਹੀ ਕਰਵਾਉਣੇ ਆ, ਨਹੀਂ। ਸਾਨੂੰ ਹੁਕਮ ਕੀ ਹੋਇਆ? ਸਾਨੂੰ ਹੁਕਮ ਹੋਇਆ ਭਾਈ, ਕਹਿੰਦੇ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣੇ। ਆਪਾਂ ਨੂੰ ਹੁਕਮ ਸਿਰਫ ਇੱਕ ਨਾਲ ਮੈਰਿਜ ਕਰਨ ਦਾ ਭਾਈ, ਬਾਕੀ ਸਾਰੀਆਂ ਜਿੰਨੀਆਂ ਵੀ ਲੇਡੀਜ਼ ਨੇ ਆਪਣੇ ਧੀ ਭੈਣ ਦੇ ਬਰਾਬਰ ਆਪਾਂ ਉਸ ਨਿਗਾਹ ਨਾਲ ਦੇਖਣਾ, ਜੇ ਆਪਾਂ ਸੱਚੇ ਸਿੱਖ ਬਣਨਾ ਹੈ। ਕਿਉਂਕਿ ਦੇਖੋ, ਜਿਸ ਟਾਈਮ ਤੇ ਗੁਰੂ ਜੀ ਨੇ 3 ਵਿਆਹ ਕਰਵਾਏ, ਉਹ ਕੋਈ ਹੋਰ ਸਰਕਮਟੈਂਸ ਰਹੇ ਹੋਣਗੇ, ਕੋਈ ਹੋਰ ਹਾਲਾਤ ਰਹੇ ਹੋਣਗੇ। ਆਪਾਂ ਗੁਰੂ ਨਹੀਂ ਨਾ ਬਣਨਾ, ਆਪਾਂ ਗੁਰੂ ਦੀ ਦਿੱਤੀ ਹੋਈ ਸਿੱਖਿਆ ਤੇ ਚੱਲਣਾ ਹੈ। ਗੁਰੂ ਬਣਨ ਦੀ ਕੋਸ਼ਿਸ਼ ਨਾ ਕਰੀਏ ਆਪਾਂ। ਚਲੋ ਫਿਰ ਵੀ, ਚਲੋ ਇੱਥੇ ਡਿਸਕਸ ਕਰਨਾ ਨਹੀਂ ਬਣਦਾ, ਬਟ ਮੈਂ ਫਿਰ ਵੀ ਕਈ ਬੱਚਿਆਂ ਦੇ ਦਿਮਾਗ 'ਚ ਆ ਜਾਂਦੀ ਹੈ ਗੱਲ, ਉਹ ਕਈ ਵਾਰੀ ਸ਼ੰਕਾ ਪੈਦਾ ਹੋ ਜਾਂਦੀ ਹੈ, ਉਹਨੂੰ ਥੋੜਾ ਜਿਹਾ ਦੂਰ ਕਰ ਦਿੰਦੇ ਆ। ਮਾਤਾ ਜੀਤੋ ਜੀ ਹੈ, ਮਾਤਾ ਜੀਤੋ ਜੀ ਨਾਲ ਸਭ ਤੋਂ ਪਹਿਲਾਂ ਮੈਰਿਜ ਹੋਈ ਸੀ ਗੁਰੂ ਗੋਬਿੰਦ ਸਾਹਿਬ ਜੀ ਦੀ। ਇਹਨਾਂ ਦੇ ਕੁੱਖੋਂ ਕਾਫੀ ਦੇਰ ਤੱਕ ਕੋਈ ਵੀ ਬੱਚਾ, ਕੋਈ ਸੰਤਾਨ ਪੈਦਾ ਨਹੀਂ ਹੋਈ। ਤੇ ਗੁਰੂ ਘਰ ਦੇ ਵਿੱਚ ਕੀ ਸੀਗਾ, ਮਤਲਬ ਪ੍ਰੈਸ਼ਰ ਹੋਣ ਕਰਕੇ ਘਰ ਦੇ ਵਿੱਚ ਕਹਿਣ ਤੇ ਇਹਨਾਂ ਨੇ ਦੂਸਰੀ ਸ਼ਾਦੀ ਕੀਤੀ ਮਾਤਾ ਸੁੰਦਰੀ ਜੀ ਨਾਲ। ਤੇ ਮਾਤਾ ਸੁੰਦਰੀ ਜੀ ਦੇ ਕੁੱਖੋਂ ਕਿਹਦਾ ਜਨਮ ਹੋਇਆ ਸੀਗਾ? ਬਾਬਾ ਅਜੀਤ ਸਿੰਘ ਜੀ ਦਾ। ਠੀਕ ਹੈ ਜੀ, ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀਗਾ ਇਹਨਾਂ ਦੇ ਕੁੱਖੋਂ। ਠੀਕ ਹੈ, ਮੈਂ ਲਿਖ ਦਿੰਦਾ, ਬਾਕੀ ਅੱਗੇ ਜਾ ਕੇ ਮੈਂ ਪੜਾਉਣਾ ਹੀ ਆ। ਤਾਂ ਉਸ ਤੋਂ ਬਾਅਦ ਕੀ ਹੋਇਆ ਸੀਗਾ, ਜਦੋਂ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ, ਤੇ ਉਸ ਤੋਂ ਬਾਅਦ ਜਿੰਨੇ ਵੀ 3 ਸਾਹਿਬਜ਼ਾਦੇ ਹੈਗੇ ਆ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹਨਾਂ ਦਾ ਜਨਮ ਹੋਇਆ ਮਾਤਾ ਜੀਤੋ ਜੀ ਤੋਂ ਕੁੱਖੋਂ ਹੋਇਆ। ਤੇ ਇਸ ਤੋਂ ਬਾਅਦ ਤੁਸੀਂ ਜਾਓਗੇ ਜੇ ਅਨੰਦਪੁਰ ਸਾਹਿਬ, ਉਸ ਤੋਂ ਅੱਗੇ ਗੁਰਦੁਆਰਾ ਸੇਰਾ ਸਾਹਿਬ ਆਉਂਦਾ। ਤਾਂ ਬਚਪਨ ਦੇ ਵਿੱਚ ਕੀ ਸੀਗਾ ਉਸ ਟਾਈਮ ਤੇ, ਦੇਖੋ ਕੋਈ ਵੀ ਇਹ ਟੈਲੀਫੋਨ ਸਿਸਟਮ ਤਾਂ ਹੈ ਨਹੀਂ ਸੀਗਾ, ਚਿੱਠੀ ਪੱਤਰਾਂ ਸਿਸਟਮ ਵੀ ਬਹੁਤ ਘੱਟ ਸੀਗਾ। ਤੇ ਇੱਕ ਮਾਤਾ ਸਾਹਿਬ ਦੇਵਾ ਜੀ ਸੀਗੇ, ਇਹ ਮਾਤਾ ਸਾਹਿਬ ਦੇਵਾ ਜੀ ਕੀ ਸੀਗੇ, ਇਹ ਗੁਰੂ ਘਰ ਨੂੰ ਬਹੁਤ ਪਿਆਰ ਕਰਦੇ ਸੀ। ਤੇ ਇਹਨਾਂ ਦੇ ਪਿਤਾ ਨੇ ਪਹਿਲਾਂ ਸੋਚਿਆ ਸੀ ਕਿ ਅਸੀਂ ਆਪਣੀ ਧੀ ਦਾ ਡੋਲਾ ਕੀ ਕਰਨਾ, ਗੁਰੂ ਘਰ ਹੀ ਦੇਣਾ ਹੈ। ਤਾਂ ਉਸ ਟਾਈਮ ਤੇ ਦੇਖੋ ਕੋਈ ਇਦਾਂ ਦਾ ਕੋਈ ਵੀ ਸੋਸ਼ਲ ਮੀਡੀਆ ਜਾਂ ਨਹੀਂ ਸੀਗਾ, ਮਤਲਬ ਕਿ ਸੰਚਾਰ ਦਾ ਸਾਧਨ ਨਹੀਂ ਸੀਗਾ, ਤੇ ਇਹਨਾਂ ਨੂੰ ਨਹੀਂ ਪਤਾ ਸੀ ਕਿ ਗੁਰੂ ਜੀ ਮੈਰਿਡ ਨੇ। ਜਦੋਂ ਗੁਰੂ ਜੀ ਪਹੁੰਚਦੇ ਆ ਗੁਰੂ ਕੇ ਲਾਹੌਰ, ਤੇ ਇਹ ਕਹਿੰਦੇ ਆ ਜੀ ਸਾਡੀ ਕੁੜੀ ਨਾਲ ਮੈਰਿਜ ਕਰ ਲਓ। ਬਟ ਗੁਰੂ ਜੀ ਕਹਿੰਦੇ ਅਸੀਂ ਆਲਰੇਡੀ ਮੈਰਿਡ ਆ, ਅਸੀਂ ਨਹੀਂ ਮੈਰਿਜ ਕਰ ਸਕਦੇ। ਬਟ ਉਹ ਕਹਿੰਦੇ ਵੀ ਅਸੀਂ ਤਾਂ ਸੋਚਿਆ ਹੀ ਹੋਇਆ ਸੀਗਾ, ਤੇ ਅਸੀਂ ਤਾਂ ਕੁੜੀ ਬਚਪਨ ਤੋਂ ਹੀ ਤੁਹਾਡੇ ਗੁਰੂ ਘਰ ਡੋਲਾ ਦੇਣਾ। ਤਾਂ ਇਹਨਾਂ ਨੇ ਇੱਕ ਸ਼ਰਤ ਰੱਖੀ ਸੀ ਕਿ ਅਸੀਂ ਸਿਰਫ ਉਹਨਾਂ ਨਾਲ ਮੈਰਿਜ ਕਰਾਵਾਂਗੇ, ਲੇਕਿਨ ਕੋਈ ਵੀ ਰਿਲੇਸ਼ਨ ਨਹੀਂ ਹੋਊਗਾ, ਕੋਈ ਔਲਾਦ ਨਹੀਂ ਪੈਦਾ ਕਰਾਂਗੇ। ਤਾਂ ਮਾਤਾ ਜੀ ਨੇ ਕੀ ਕੀਤਾ ਸੀਗਾ, ਇਹਨਾਂ ਨੇ ਸ਼ਰਤ ਤੇ ਇਹਨਾਂ ਨੇ ਮੈਰਿਜ ਕੀਤੀ ਸੀਗੀ। ਤਾਂ ਹੀ ਜਦੋਂ ਦੇਖੋ ਗੁਰੂ ਖਾਲਸਾ ਸਾਜਦੇ ਆ ਉਸ ਟਾਈਮ ਤੇ, ਖਾਲਸੇ ਦੇ ਮਾਤਾ ਕਿਹਨੂੰ ਕਹਿੰਦੇ ਆ? ਖਾਲਸੇ ਦੀ ਮਾਤਾ ਸਾਹਿਬ ਕੌਰ ਕਹਿੰਦੇ ਆ, ਕਿਉਂਕਿ ਮਾਤਾ ਸਾਹਿਬ ਕੌਰ ਜੀ ਦੇ ਝੋਲੀ ਕੀ ਪਾਤਾ ਸੀਗਾ? ਖਾਲਸਾ ਪਾਤਾ ਸੀਗਾ। ਠੀਕ ਹੈ, ਤਾਂ ਇਹ 3 ਸ਼ਾਦੀਆਂ ਹੋਈਆਂ ਸੀਗੀਆਂ, 3 ਵਿਆਹ ਹੋਏ ਸੀਗੇ, ਮਾਤਾ ਜੀਤੋ ਜੀ ਨਾਲ, ਮਾਤਾ ਸੁੰਦਰੀ ਜੀ ਨਾਲ, ਤੇ ਮਾਤਾ ਸਾਹਿਬ ਕੌਰ ਜੀ ਨਾਲ। ਚਲੋ ਇਹਦੇ ਵਿੱਚ ਆਪਾਂ ਨੂੰ ਕੋਈ ਜ਼ਿਆਦਾ ਐਗਜ਼ਾਮ ਦੇ ਵਿੱਚ ਨਹੀਂ ਪੁੱਛਿਆ ਜਾਂਦਾ, ਜਸਟ ਤੁਹਾਡੀ ਨੌਲੇਜ ਵਾਸਤੇ ਮੈਂ ਦੱਸਤਾ। ਤੇ ਬੱਚੇ ਸੀਗੇ ਜੀ ਆਪਣੇ ਪਤਾ ਹੀ ਆ, 4 ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਤੇ ਬਾਬਾ ਫਤਿਹ ਸਿੰਘ ਜੀ। 4 ਸਾਹਿਬਜ਼ਾਦੇ ਸੀਗੇ ਗੁਰੂ ਘਰ ਦੇ। ਇਸ ਤੋਂ ਇਲਾਵਾ ਗੱਦੀ ਤੇ ਬੈਠੇ ਨੇ ਜੀ 1675 ਦੇ ਵਿੱਚ, ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ, ਤੇ ਜੋਤੀ ਜੋਤ ਸਮਾਉਂਦੇ ਨੇ 1708 ਦੇ ਵਿੱਚ। ਹੁਣ ਸ਼ਹਿਰ ਵਸਾਇਆ ਜੀ ਇਹਨਾਂ ਨੇ, ਪੌਂਟਾ ਸਾਹਿਬ ਸ਼ਹਿਰ ਵਸਾਇਆ ਗੁਰੂ ਜੀ ਨੇ। ਠੀਕ ਹੈ, ਪੌਂਟਾ ਸਾਹਿਬ ਹੈਗਾ ਲਗਭਗ 11 ਕਿਲੋਮੀਟਰ ਦੂਰ ਸਥਿਤ ਹੈ, ਆਪਣੇ ਜਿੱਥੇ ਭੰਗਾਣੀ ਦਾ ਯੁੱਧ ਹੋਊਗਾ। ਬਾਅਦ ਦੇ ਵਿੱਚ ਤੁਹਾਨੂੰ ਮੈਂ ਦੱਸੂਗਾ, ਜਦੋਂ ਭੰਗਾਣੀ ਦਾ ਯੁੱਧ ਹੋਊਗਾ ਨਾ, ਪੌਂਟਾ ਸਾਹਿਬ ਦੇ ਨੇੜੇ ਤੇੜੇ ਹੈ। ਚਲੋ ਜੀ, ਸ਼ਹਿਰ ਕਿਹੜਾ ਵਸਾਇਆ ਗੁਰੂ ਜੀ ਨੇ? ਪੌਂਟਾ ਸਾਹਿਬ ਵਸਾਇਆ। ਤੇ ਨੈਕਸਟ ਚੱਲਦੇ ਹਾਂ ਜੀ, ਆਪਾਂ ਨੈਕਸਟ ਪੜ੍ਹਦੇ ਹਾਂ। ਹੁਣ ਦੇਖੋ ਜੀ, ਮੇਨ ਕੁਐਸਚਨ ਜਿਹੜਾ ਪੁੱਛਿਆ ਜਾਂਦਾ ਉਹ ਰਚਨਾਵਾਂ ਤੋਂ ਪੁੱਛਿਆ ਜਾਂਦਾ ਹੈ, ਕਿ ਗੁਰੂ ਸਾਹਿਬ ਜੀ ਨੇ ਕਾਫੀ ਰਚਨਾਵਾਂ ਨੇ ਗੁਰੂ ਸਾਹਿਬ ਜੀ ਦੀਆਂ, ਜਿਹਦੇ ਵਿੱਚੋਂ ਜਿਹੜੀਆਂ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਂਦੀਆਂ ਬੇਟੇ, 10ਵਾਂ ਗ੍ਰੰਥ ਹੋ ਗਿਆ। ਠੀਕ ਹੈ, ਵਾਰ ਸ਼੍ਰੀ ਭਗਉਤੀ ਜੀ ਕੀ, ਜਿਹੜਾ ਕਿ ਆਪਾਂ ਅਰਦਾਸ ਦੇ ਅੱਗੇ ਬੋਲਦੇ ਹਾਂ। ਬਚਿੱਤਰ ਨਾਟਕ, ਜਿਹੜੀ ਕਿ ਗੁਰੂ ਜੀ ਦੀ ਸਵੈ ਜੀਵਨੀ ਹੈ। ਇੱਥੋਂ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਕਿ ਸਵੈ ਜੀਵਨੀ ਜਾਂ ਬਚਿੱਤਰ ਨਾਟਕ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ? ਤਾਂ ਗੁਰੂ ਗੋਬਿੰਦ ਸਾਹਿਬ ਜੀ ਦੀ ਰਚਨਾ ਹੈ, ਜਿਹਦੇ ਵਿੱਚ ਸ਼ਬਦ ਵੀ ਆਉਂਦਾ, ਤੁਸੀਂ ਸੁਣਿਆ ਹੋਊਗਾ ਸਾਰਿਆਂ ਨੇ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਜੋ ਮਾਛੀ ਵਾਲੇ ਜੰਗਲਾਂ ਦੇ ਵਿੱਚ ਬਹਿ ਕੇ ਉਚਾਰਿਆ ਸੀ ਗੁਰੂ ਜੀ ਨੇ।
ਇਸ ਤੋਂ ਇਲਾਵਾ ਅਕਾਲ ਉਸਤਤ ਹੋ ਗਿਆ, ਚੰਡੀ ਦੀ ਵਾਰ ਹੋ ਗਿਆ, ਜਾਪ ਸਾਹਿਬ ਹੋ ਗਿਆ, ਚੰਡੀ ਚਰਿੱਤਰ ਹੋ ਗਏ, ਜਫਰਨਾਮਾ, ਇਹ ਤੋਂ ਵੀ ਕੁਐਸਚਨ ਬਹੁਤ ਪੁੱਛੇ ਜਾਂਦੇ ਆ। ਪਰਸ਼ੀਅਨ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਸੀਗਾ, ਫਾਰਸੀ ਦੇ ਵਿੱਚ, ਠੀਕ ਹੈ। 24 ਅਵਤਾਰ ਹੋ ਗਿਆ, ਖਾਲਸੇ ਦੀ ਮਹਿਮਾ ਹੋ ਗਈ। ਨੰਬਰ ਆਫ ਰਚਨਾਵਾਂ ਨੇ ਜਿਹੜੀ ਗੁਰੂ ਸਾਹਿਬ ਜੀ ਨੇ ਰਚੀਆਂ ਸੀਗੀਆਂ, ਇਹਨਾਂ ਵਿੱਚੋਂ ਜਿਹੜੀਆਂ ਐਗਜ਼ਾਮ 'ਚ ਪੁੱਛੀਆਂ ਜਾਂਦੀਆਂ ਉਹ ਤੁਹਾਡੇ ਸਾਹਮਣੇ ਮੈਂ ਲਿਖਤੀਆਂ, ਇਹਨੂੰ ਪੜ੍ਹ ਲਿਓ ਇੱਕ ਵਾਰੀ। ਨੈਕਸਟ ਚੱਲਦੇ ਆ ਜੀ, ਇਹਨਾਂ ਨੇ ਖਤਮ ਕੀਤਾ, ਮੋਸਟ ਇੰਪੋਰਟੈਂਟ ਪੁਆਇੰਟ ਹੈ, ਮਸੰਦ ਸਿਸਟਮ ਖਤਮ ਕੀਤਾ। ਤੇ ਮਸੰਦ ਸਿਸਟਮ ਹੁਣ ਮੈਂ ਕਮੈਂਟ ਬਾਕਸ 'ਚ ਲਿਖ ਕੇ ਜਾਇਓ ਸ਼ੁਰੂ ਕਿਹਨੇ ਕੀਤਾ ਸੀਗਾ। ਖਤਮ ਤੁਹਾਨੂੰ ਮੈਂ ਦੱਸਦਾ ਕਿਉਂ ਕੀਤਾ, ਕਿਉਂਕਿ ਮਸੰਦ ਕੀ ਕਰਦੇ ਸੀਗੇ, 1/10th ਪਾਰਟ ਜਿਹੜਾ ਇਨਕਮ ਦਾ ਕਲੈਕਟ ਕਰਦੇ ਸੀਗੇ, ਬਟ ਗਾਂ ਜਾ ਕੇ ਇਹ ਲਾਲਚੀ ਹੋ ਜਾਂਦੇ ਆ, ਇਹ ਗੁਰੂ ਘਰਾਂ ਤੇ ਕਬਜ਼ਾ ਕਰ ਲੈਂਦੇ ਆ ਤੇ ਗਲਤ ਕੀ ਕਰਦੇ ਆ, ਉਸ ਪੈਸੇ ਦਾ ਦੁਰਵਰਤੋਂ ਕਰਦੇ ਆ। ਇਸ ਕਰਕੇ ਗੁਰੂ ਜੀ ਨੇ ਕੀ ਕਰਤਾ ਸੀਗਾ, ਮਸੰਦ ਪ੍ਰਥਾ ਨੂੰ ਕੀ ਕਰਤਾ ਸੀਗਾ, ਅਬੋਲਿਸ਼ ਕਰਤਾ ਸੀਗਾ, ਖਤਮ ਕਰਤਾ ਸੀਗਾ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਇਸ ਤੋਂ ਬਾਅਦ ਗੁਰੂ ਜੀ ਨੇ ਇੱਕ ਬੰਦਾ ਸੀਗਾ ਜਿਹਨੂੰ ਤਬਦੀਲ ਕੀਤਾ ਸੀਗਾ, ਠੀਕ ਹੈ। ਮਤਲਬ ਕਿ ਉਹਨੂੰ ਸਿੱਖੀ ਧਰਮ ਦੇ ਵਿੱਚ ਤਬਦੀਲ ਕੀਤਾ, ਜਿਹੜਾ ਕਿ ਬਾਅਦ ਦੇ ਵਿੱਚ ਜਾ ਕੇ ਬਹੁਤ ਫੇਮਸ ਹੋਏ ਨੇ, ਬਾਬਾ ਬੰਦਾ ਸਿੰਘ ਜੀ ਬਹਾਦਰ। ਇਸ ਤੋਂ ਬਾਅਦ ਆਪਾਂ ਪੜਾਂਗੇ, ਇਹਨਾਂ ਬਾਰੇ ਵੀ ਪੜਨਾ ਆਪਾਂ, ਇਹ ਵੀ ਇੱਥੋਂ ਵੀ ਬਹੁਤ ਵਾਰੀ ਕੁਐਸਚਨ ਪੁੱਛਦੇ ਆ ਐਗਜ਼ਾਮ ਦੇ ਵਿੱਚ। ਉਹਨਾਂ ਦਾ ਪਹਿਲਾ ਨਾਮ ਕੀ ਸੀਗਾ, ਮਾਧੋ ਦਾਸ ਬੈਰਾਗੀ, ਠੀਕ ਹੈ ਜੀ। ਇਹਨਾਂ ਦੇ ਤੁਸੀਂ ਆ ਫੋਟੋ ਦੇਖੀ ਹੋਊਗੀ, ਉਹ ਪਹਿਲਾਂ ਜੰਗਲਾਂ ਦੇ ਵਿੱਚ ਰਹਿੰਦੇ ਸੀਗੇ, ਉਦਾਸ ਮਤ ਦੇ ਨਾਲ ਸੰਬੰਧਿਤ ਸੀਗੇ, ਤੇ ਗੁਰੂ ਜੀ ਤੋਂ ਮਿਲਣ ਤੋਂ ਬਾਅਦ ਕੀ ਬਣ ਗਏ ਜੀ, ਉਹ ਸਿੱਖ ਧਰਮ ਦੇ ਵਿੱਚ ਆ ਗਏ ਨੇ। ਤੇ ਕੀ ਬਣ ਗਏ ਸੀਗੇ, ਉਹ ਬੰਦਾ ਸਿੰਘ ਜੀ ਬਹਾਦਰ ਬਣ ਗਏ ਸੀਗੇ, ਜਿਨ੍ਹਾਂ ਨੇ ਬਾਅਦ ਦੇ ਵਿੱਚ ਕੀ ਕੀਤਾ, ਸਰਹੰਦ ਦਾ ਬਦਲਾ ਲਿਆ, ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ ਸੀਗੀ। ਉਹ ਆਪਾਂ ਅੱਗੇ ਜਾ ਕੇ ਪੜਾਂਗੇ ਜਦੋਂ ਇਤਿਹਾਸ ਪੜਾਂਗੇ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਪੂਰਨ ਤੌਰ ਤੇ। ਫਿਲਹਾਲ ਦੀ ਘੜੀ ਸਿਰਫ ਮਾਧੋ ਦਾਸ ਬੈਰਾਗੀ ਯਾਦ ਰੱਖ ਲਿਓ, ਬਾਕੀ ਉਹਨਾਂ ਦੇ ਹੋਰ ਨਾਮ ਵੀ ਸੀਗੇ ਬਚਪਨ ਦੇ, ਉਹ ਵੀ ਪੜਾਂਗੇ ਆਪਾਂ ਡਿਟੇਲ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ, ਠੀਕ ਹੈ ਜੀ। ਨੈਕਸਟ ਚੱਲਦੇ ਆ ਜੀ ਆਪਾਂ। ਇਸ ਤੋਂ ਇਲਾਵਾ ਗੁਰੂ ਜੀ ਦੇ ਟਾਈਮ ਤੇ ਜਿਹੜੇ ਮੁਗਲ ਬਾਦਸ਼ਾਹ ਕਿਹੜੇ-ਕਿਹੜੇ ਹੋਏ ਨੇ, ਔਰੰਗਜ਼ੇਬ ਤੇ ਬਹਾਦਰ ਸ਼ਾਹ, ਠੀਕ ਹੈ। ਇਹ ਦੋਨੇ ਯਾਦ ਰੱਖਣੇ ਨੇ। ਅੱਗੇ ਜਾ ਕੇ ਬਹਾਦਰ ਸ਼ਾਹ ਬਾਰੇ ਵੀ ਦੱਸੂਗਾ ਵੀ ਕੀ ਕਹਾਣੀ ਸੀਗੀ। ਫਿਲਹਾਲ ਦੀ ਘੜੀ ਔਰੰਗਜ਼ੇਬ ਤੁਹਾਨੂੰ ਪਤਾ ਹੀ ਹੈ, ਜਿਹਨੇ ਗੁਰੂ ਸਾਹਿਬ ਜੀ ਦੇ ਪਿਤਾ ਨੂੰ ਸ਼ਹੀਦ ਕੀਤਾ ਸੀਗਾ, ਗੁਰੂ ਤੇਗ ਬਹਾਦਰ ਜੀ ਨੂੰ। ਨੈਕਸਟ ਚੱਲਦੇ ਹਾਂ ਜੀ ਆਪਾਂ। ਨੈਕਸਟ ਜਿਹੜਾ ਦੇਖੋ ਜੀ, ਉੱਤਰਾਧਿਕਾਰੀ, ਕਿਉਂਕਿ ਗੁਰੂ ਸਾਹਿਬ ਜੀ ਆਪਣੇ ਸਰੀਰ ਤਿਆਗਣ ਤੋਂ ਪਹਿਲਾਂ ਸੰਗਤਾਂ ਨੇ ਪੁੱਛਿਆ ਵੀ ਅਸੀਂ ਤੁਹਾਡੇ ਦਰਸ਼ਨ ਕਿਵੇਂ ਕਰਾਂਗੇ, ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਨੈਕਸਟ ਮਤਲਬ ਕਿ ਕੋਈ ਦੇਹਧਾਰੀ ਗੁਰੂ ਨਹੀਂ ਹੋਊਗਾ, ਲੇਕਿਨ 10 ਗੁਰੂਆਂ ਦੀ ਦੇਹ ਜਿਹੜੀ ਹੈਗੀ ਹੈ ਸਾਡੀ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਉੱਤਰਾਧਿਕਾਰੀ, ਆਪਣੇ ਪ੍ਰੈਜ਼ੈਂਟ ਗੁਰੂ। ਨੈਕਸਟ ਦੇਖਦੇ ਹਾਂ ਜੀ, ਖਾਲਸਾ ਪੰਥ ਦੀ ਸਥਾਪਨਾ, ਜਿੱਥੋਂ ਕਿ ਬਹੁਤ ਵਾਰੀ ਕੁਐਸਚਨ ਪੁੱਛਦੇ ਔਰ ਬੱਚੇ ਗਲਤ ਕਰਕੇ ਆਉਂਦੇ ਆ ਬੇਟੇ। ਇੱਥੇ ਡੇਟ ਪੁੱਛੀ ਜਾਂਦੀ ਹੈ, ਉਸ ਦਿਨ ਡੇਟ ਸੀਗੀ ਬੇਟੇ 30 ਮਾਰਚ। ਬੱਚੇ ਕੀ 13 ਅਪ੍ਰੈਲ ਲਾਏ ਆਉਂਦੇ ਆ ਜਾਂ 30 ਅਪ੍ਰੈਲ ਲਾਏ ਆਉਂਦੇ ਆ, ਨਹੀਂ, 30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਕੀ ਕੀਤਾ ਗਿਆ, ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ। ਠੀਕ ਹੈ, ਡੇਟ ਯਾਦ ਰੱਖਣੀ ਹੈ, 30 ਮਾਰਚ 1699। ਬਾਕੀ ਇਹਦੀ ਕਹਾਣੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈਗੀ, ਐਗਜ਼ਾਮ ਦੇ ਵਿੱਚ ਸਿਰਫ ਡੇਟ ਪੁੱਛੀ ਜਾਊਗੀ ਤੇ ਵਿਸਾਖੀ ਵਾਲਾ ਦਿਨ ਪੁੱਛਿਆ ਜਾ ਸਕਦਾ ਹੈ। ਅੱਗੇ ਚੱਲਦੇ ਆ ਜੀ ਆਪਾਂ। 5 ਕਕਾਰ ਗੁਰੂ ਜੀ ਨੇ ਬਖਸ਼ੇ ਆਪਾਂ ਨੂੰ, ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ, ਜਿਹਨੂੰ ਆਪਾਂ 5K ਵੀ ਬੋਲ ਦਿੰਦੇ ਆ। ਕਈ ਵਾਰੀ ਕੁਐਸਚਨ ਪੁੱਛ ਲੈਂਦੇ ਆ ਕਿ ਲਿਸਟ ਦੇ ਦਿੰਦੇ ਆਪਾਂ ਨੂੰ ਪੀਪੀਐਸਸੀ ਦੇ ਵਿੱਚ ਕਿ 5K ਕਿਹੜੇ ਆ, ਤੇ 5K ਹੈਗਾ ਜੀ ਤੁਹਾਡਾ ਕੜਾ, ਕਛਹਿਰਾ, ਕਿਰਪਾਨ, ਕੰਘਾ ਤੇ ਕੇਸ। ਕਲੀਅਰ ਹੈ ਜੀ। ਨੈਕਸਟ ਚੱਲਦੇ ਆਪਾਂ। ਨੈਕਸਟ ਪੜ੍ਹਨਾ ਜੀ ਹੁਣ ਆਪਾਂ 5 ਪਿਆਰੇ। 5 ਪਿਆਰਿਆਂ ਤੋਂ ਵੀ ਕਈ ਵਾਰੀ ਕੁਐਸਚਨ ਆ ਜਾਂਦਾ, ਜਦੋਂ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਸਾਜਿਆ ਸੀਗਾ ਤਾਂ 5 ਪਿਆਰੇ ਨਿਤਰੇ ਸੀਗੇ ਸਾਰੀ ਭੀੜ ਦੇ ਵਿੱਚੋਂ ਸਿਰ ਦੇਣ ਵਾਸਤੇ। ਤਾਂ ਉਹ 5 ਪਿਆਰੇ, ਉਹਨਾਂ ਦਾ ਪਹਿਲਾ ਨਾਮ ਕੀ ਸੀਗਾ, ਬਾਅਦ ਵਿੱਚ ਨਾਮ ਕੀ ਹੋਇਆ, ਕਿਹੜੇ ਪੇਸ਼ੇ ਦੇ ਨਾਲ ਉਹ ਸੰਬੰਧਿਤ ਸੀਗੇ, ਇਹ ਕੁਐਸਚਨ ਪੁੱਛਿਆ ਜਾਂਦਾ, ਆਪਾਂ ਇਹ ਪੜ੍ਹਦੇ ਹਾਂ। ਪਹਿਲੇ ਪਿਆਰੇ ਹੈਗੇ ਆ ਜੀ ਦਇਆ ਰਾਮ ਜੀ, ਜਿਨ੍ਹਾਂ ਨੂੰ ਬਾਅਦ ਵਿੱਚ ਭਾਈ ਦਇਆ ਸਿੰਘ ਜੀ ਕਹਿੰਦੇ ਆ। ਇਹ ਲਾਹੌਰ ਤੋਂ ਸੀਗੇ ਤੇ ਖੱਤਰੀ ਸੀਗੇ, ਠੀਕ ਹੈ, ਲਾਹੌਰ ਤੋਂ ਸੀਗੇ ਤੇ ਖੱਤਰੀ ਸੀਗੇ ਇਹ। ਸੈਕੰਡ ਸੀਗੇ ਜੀ ਧਰਮਦਾਸ, ਭਾਈ ਧਰਮ ਸਿੰਘ ਜੀ, ਇਹ ਦਿੱਲੀ ਤੋਂ ਕੀ ਸੀਗੇ, ਜੱਟ ਸੀਗੇ, ਠੀਕ ਹੈ ਜੀ। ਨੈਕਸਟ ਗੱਲ ਕਰਦੇ ਆ ਜੀ ਆਪਾਂ। ਅਗਲੇ ਸੀਗੇ ਜੀ ਮੋਹਕਮ ਚੰਦ, ਠੀਕ ਹੈ, ਭਾਈ ਮੋਹਕਮ ਸਿੰਘ ਜੀ, ਇਹ ਦਵਾਰਕਾ ਤੋਂ ਸੀਗੇ, ਗੁਜਰਾਤ ਤੋਂ, ਤੇ ਛਪਾਈ ਰੰਗਾਈ ਦਾ ਕੰਮ ਕਰਨ ਵਾਲੇ ਸੀਗੇ। ਨੈਕਸਟ ਹੈਗਾ ਜੀ ਸਾਹਿਬ ਚੰਦ, ਭਾਈ ਸਾਹਿਬ ਸਿੰਘ ਜੀ, ਇਹ ਕਰਨਾਟਕਾ ਤੋਂ, ਬਿਦਰ ਤੋਂ ਸੀਗੇ ਤੇ ਨਾਈ ਸੀਗੇ ਪੇਸ਼ੇ ਵਜੋਂ। ਤੇ ਲਾਸਟ ਸੀਗੇ ਭਾਈ ਹਿੰਮਤ ਸਿੰਘ ਜੀ, ਹਿੰਮਤ ਰਾਏ, ਇਹ ਜਗਨਨਾਥ ਉੜੀਸਾ ਤੋਂ ਸੀਗੇ। ਮਸ਼ਕੀ ਹੁੰਦਾ ਜਿਹੜੇ ਉਸ ਪੁਰਾਣੇ ਟਾਈਮ ਤੇ ਪਾਣੀ ਭਰ ਕੇ ਜਿਵੇਂ ਲਿਜਾਂਦੇ ਇੱਕ ਥਾਂ ਤੋਂ ਦੂਜੀ ਥਾਂ ਤੇ, ਠੀਕ ਹੈ, ਮਸ਼ਕ ਦੇ ਵਿੱਚ ਪਾਣੀ ਲੈ ਕੇ ਜਾਂਦੇ ਆ। ਕਲੀਅਰ ਹੈ ਜੀ। ਇਹ 5 ਪਿਆਰੇ ਨੇ, ਇਹਨਾਂ ਦੇ ਨਾਮ ਯਾਦ ਰੱਖਣੇ ਨੇ, ਦਇਆ ਸਿੰਘ ਜੀ, ਧਰਮ ਸਿੰਘ ਜੀ, ਮੋਹਕਮ ਸਿੰਘ ਜੀ, ਸਾਹਿਬ ਸਿੰਘ ਤੇ ਭਾਈ ਹਿੰਮਤ ਸਿੰਘ ਜੀ। ਇਹ ਯਾਦ ਰੱਖਿਓ ਬੇਟੇ, ਵੈਸੇ ਵੀ ਯਾਦ ਹੋਣੇ ਜ਼ਰੂਰੀ ਆ ਆਪਾਂ ਨੂੰ। ਨੈਕਸਟ ਚੱਲਦੇ ਆ ਜੀ ਆਪਾਂ। ਹੁਣ ਜਿਹੜੀ ਮੇਨ ਚੀਜ਼ ਆਪਾਂ ਪੜ੍ਹਨੇ ਆ, ਜਿੱਥੋਂ ਕੁਐਸਚਨ ਵਾਰ-ਵਾਰ ਪੁੱਛਿਆ ਜਾਂਦਾ ਬੇਟੇ, ਗੁਰੂ ਸਾਹਿਬ ਜੀ ਦੇ ਲੜਾਈਆਂ, ਯੁੱਧ,
ਜਿਹੜੇ ਕਿ ਮਹੱਤਵਪੂਰਨ ਨੇ ਪੀਪੀਐਸਸੀ ਵਾਸਤੇ ਵੀ ਤੇ ਹੋਰ ਪੇਪਰਾਂ ਵਾਸਤੇ ਵੀ, ਕਿਉਂਕਿ ਲੇਟੈਸਟ ਹੁਣੇ ਜੇ PSSS ਬੋਰਡ ਦਾ ਕਲਰਕ ਦਾ ਪੇਪਰ ਹੋਇਆ ਸੀ, ਉਹ 'ਚ ਵੀ ਪੁੱਛਿਆ ਗਿਆ ਸੀਗਾ ਗੁਰੂ ਸਾਹਿਬ ਜੀ ਦੀ ਇੱਕ ਲੜਾਈ ਦੇ ਬਾਰੇ ਪੁੱਛਿਆ ਗਿਆ ਸੀਗਾ। ਤਾਂ ਤੁਸੀਂ ਸਾਰਾ ਕੁਝ ਪੜ੍ਹਨਾ, ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸਮਝਾਊਂਗਾ, ਪੂਰਾ ਇੱਕ ਇੱਕ ਡਿਟੇਲ 'ਚ ਦੱਸੂੰਗਾ ਵੀ ਕਿਹੜੀ ਲੜਾਈ ਕਦੋਂ ਹੋਈ ਔਰ ਕਿਵੇਂ ਹੋਈ, ਉਹਦਾ ਕਾਰਨ ਕਿਉਂ ਸੀਗਾ, ਕਿਉਂ ਲੜਾਈ ਹੋਈ ਹੈ। ਕਿਉਂਕਿ ਡਾਇਰੈਕਟ ਰੱਟੇ ਮਾਰਾਂਗੇ ਤਾਂ ਆਪਾਂ ਨੂੰ ਯਾਦ ਨਹੀਂ ਰਹਿੰਦਾ। ਹੁਣ ਕਈ ਬੱਚੇ ਬਹੁਤ ਚੰਗੀਆਂ ਚੰਗੀਆਂ ਕਿਤਾਬਾਂ ਹੈਗੀਆਂ ਪੰਜਾਬ ਦੇ ਵਿੱਚ, ਠੀਕ ਹੈ, ਪੜ੍ਹਦੇ ਰਹਿੰਦੇ ਆ, ਬਟ ਉਹਦੇ ਵਿੱਚ ਡਾਇਰੈਕਟ ਲਿਖਿਆ ਹੋਇਆ, ਡਿਟੇਲ ਨਹੀਂ ਦੱਸੀ ਵੀ ਕਿਉਂ ਲੜਾਈ ਹੋਈ ਹੈ, ਕਾਹਦੇ ਕਾਰਨ ਹੋਈ ਹੈ। ਪਰ ਡਿਟੇਲ ਪਤਾ ਹੋਣੀ ਜ਼ਰੂਰੀ ਹੈ, ਜੇ ਡਿਟੇਲ ਪਤਾ ਹੋਊਗੀ ਤਾਂ ਹੀ ਆਪਾਂ ਨੂੰ ਯਾਦ ਰਹੂਗਾ, ਅਦਰਵਾਈਜ਼ ਆਪਾਂ ਕੀ ਕਰਾਂਗੇ, ਭੁੱਲ ਜਾਾਂਗੇ। ਆਪਾਂ ਸ਼ੁਰੂ ਕਰਦੇ ਹਾਂ ਭੰਗਾਣੀ ਦੇ ਯੁੱਧ ਤੋਂ, ਸ਼ੁਰੂ ਕਰਦੇ ਹਾਂ ਭੰਗਾਣੀ ਦੇ ਯੁੱਧ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਨੈਕਸਟ ਯੁੱਧ ਕਿਉਂ ਹੋਇਆ, ਉਹਦਾ ਕਾਰਨ ਕੀ ਬਣਿਆ, ਕਿੱਥੇ ਹੋਇਆ। ਠੀਕ ਹੈ, ਪਹਿਲਾ ਜਿਹੜਾ ਯੁੱਧ ਹੋਇਆ ਬੇਟੇ, ਉਹ ਭੰਗਾਣੀ ਦਾ ਯੁੱਧ ਹੋਇਆ ਤੇ ਜਗ੍ਹਾ ਸੀਗੀ ਉਹ ਭੰਗਾਣੀ। ਇਹ ਭੰਗਾਣੀ ਜਿਹੜੀ ਜਗ੍ਹਾ ਹੈਗੀ ਰਾਜੇ, ਪਾਉਂਟਾ ਸਾਹਿਬ ਤੋਂ 11 ਕਿਲੋਮੀਟਰ ਦੂਰ ਹੈ। ਪਾਉਂਟਾ ਸਾਹਿਬ ਤੁਹਾਨੂੰ ਮੈਂ ਦੱਸਿਆ ਨਾ, ਪਾਉਂਟਾ ਸਾਹਿਬ ਕਿਹਨੇ ਵਸਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਵਸਾਇਆ। ਤੇ ਇਸ ਤੋਂ ਦੂਰ 11 ਕਿਲੋਮੀਟਰ ਦੂਰ ਭੰਗਾਣੀ ਜਗ੍ਹਾ, ਉੱਥੇ ਲੜਾਈ ਹੋਈ ਹੈ। ਕਈ ਜਗ੍ਹਾ ਤੇ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ 1688 ਵੀ ਆ ਜਾਂਦਾ, ਕਈ ਜਗ੍ਹਾ ਤੇ 1699 ਵੀ ਆ ਜਾਂਦਾ ਹੈ। ਉਹ ਕੋਈ ਚੱਕਰ ਨਹੀਂ ਹੈਗਾ, ਇੱਕ ਅੱਧਾ ਸਾਲ ਅੱਗੇ ਵਿੱਚ ਹੋ ਜਾਂਦਾ ਹੈ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ। ਜਿਹੜੀ ਲੜਾਈ ਹੋਈ ਹੈ ਰਾਜੇ, ਗੁਰੂ ਜੀ ਤੇ ਰਾਜਾ ਭੀਮ ਚੰਦ ਇਹਨਾਂ ਦੇ ਵਿਚਕਾਰ ਹੋਈ ਹੈ, ਤੇ ਹੋਰ ਪਹਾੜੀ ਰਾਜੇ ਸੀਗੇ ਜਿਹੜੇ ਕਿ ਗੁਰੂ ਜੀ ਨਾਲ ਖਾਰ ਖਾਂਦੇ ਸੀ ਇਸ ਗੱਲ ਤੋਂ ਕਿ ਇਹਨਾਂ ਨੇ ਕਿਉਂ ਮਤਲਬ ਕਿ ਫੌਜਾਂ ਰੱਖੀਆਂ, ਇਹ ਆਪਣੇ ਆਪ ਨੂੰ ਰਾਜਾ ਅਖਵਾਉਂਦੇ ਆ, ਹਨਾ। ਕਈਆਂ ਦੇ ਮਨ 'ਚ ਆ ਜਾਂਦਾ ਵੀ ਇਹਨਾਂ ਦੀ ਜਿਹੜੀ 9ਵੇਂ ਪਾਤਸ਼ਾਹ ਤੱਕ ਜਿਹੜੀ ਗੱਦੀ ਚੱਲਦੀ ਹੈ, ਇਹ ਤਾਂ ਇੱਕ ਧਰਮੀ ਸੀਗੇ, ਲੇਕਿਨ ਇਹ ਆਪਣੇ ਆਪ ਨੂੰ ਰਾਜਾ ਘੁਮਾਉਂਦੇ ਆ, ਉਵੇਂ ਫੌਜਾਂ ਰੱਖਦੇ ਆ, ਸਾਡੇ ਬਰਾਬਰ ਬਣਨ ਦੀ ਕੋਸ਼ਿਸ਼ ਕਰਦੇ ਆ, ਇਹ ਖਾਰ ਖਾਂਦੇ ਸੀਗੇ। ਤੇ ਇਹ ਉਹੀ ਬੰਦੇ ਨੇ ਜਿਨ੍ਹਾਂ ਦੇ ਪੁਰਖਿਆਂ ਨੂੰ ਬਾਬਾ ਆਪਣੇ ਜਿਹੜੇ ਗੁਰੂ ਸਾਹਿਬ ਜੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਯਾਦ ਕਰਾਇਆ ਸੀਗਾ। ਬੜੇ ਅਕਿਰਤ ਕਰਨ ਲੋਕ ਨੇ, ਦੇਖੋ ਫੇਰ ਹੀ ਗੁਰੂ ਸਾਹਿਬ ਦੇ ਨਾਲ ਲੜਾਈ ਲੈ ਰਹੇ ਆ, ਅੱਗੇ ਉਹਨਾਂ ਦੇ ਸਾਹਿਬਜ਼ਾਦੇ ਨਾਲ ਲੜਾਈ ਲੈ ਰਹੇ ਆ। ਤਾਂ ਉਹਨਾਂ ਦੇ ਜਿਹੜੇ ਪੋਤੇ ਹੈਗੇ, ਗੁਰੂ ਗੋਬਿੰਦ ਸਾਹਿਬ ਜੀ ਨਾਲ ਲੜਾਈ ਹੋਈ ਹੈ ਇਹਨਾਂ ਦੀ, ਬਟ ਗੁਰੂ ਸਾਹਿਬ ਜੀ ਦੀ ਕੀ ਹੋਈ ਹੈ, ਜਿੱਤ ਹੋਈ ਹੈ। ਤੇ ਜਿਹੜੇ ਭੀਮ ਚੰਦ ਵਗੈਰਾ ਵਰਗੇ ਹੈਗੇ ਗੁਰੂ ਜੀ ਦੇ ਦੋਸਤ ਬਣ ਗਏ। ਉਹ ਦੋਸਤ ਕਿਉਂ ਬਣੇ ਆ, ਐਵੇਂ ਨਹੀਂ ਬਣੇ, ਇਹਨਾਂ ਦੇ ਛਿੱਤਰ ਪਏ ਤਾਂ ਬਣੇ ਆ। ਕਿਵੇਂ ਬਣਨਗੇ ਅੱਗੇ ਜਾ ਕੇ, ਇਹ ਬੜੇ ਢੀਠ ਨੇ। ਅੱਗੇ ਤੁਹਾਨੂੰ ਦੱਸੂਗਾ ਵੀ ਕਿਵੇਂ ਕਿਵੇਂ ਲੜਾਈਆਂ ਕਰਦੇ ਰਹੇ ਆ, ਕਿਵੇਂ ਕਿਵੇਂ ਪਿੱਠ ਪਿੱਛੇ ਛੁਰਾ ਮਾਰਦੇ ਰਹੇ ਆ। ਬਟ ਜਿੱਤ ਹਮੇਸ਼ਾ ਕਿਹਦੀ ਹੋਈ ਹੈ, ਸੱਚ ਦੀ ਹੋਈ ਹੈ, ਗੁਰੂ ਗੋਬਿੰਦ ਸਾਹਿਬ ਜੀ ਦੀ ਹੋਈ ਹੈ। ਪਹਿਲੀ ਲੜਾਈ ਦਾ ਪਤਾ ਲੱਗ ਗਿਆ, ਭੰਗਾਣੀ ਦਾ ਯੁੱਧ ਸੀਗਾ, ਜਗ੍ਹਾ ਹੈਗੀ ਭੰਗਾਣੀ, ਪਾਉਂਟਾ ਸਾਹਿਬ ਦੇ ਨੇੜੇ, 1688 ਦੇ ਵਿੱਚ ਹੋਈ ਹੈ। ਭੀਮ ਚੰਦ ਤੇ ਹੋਰ ਪਹਾੜੀ ਰਾਜੇ ਇੱਕ ਪਾਸੇ ਸੀਗੇ, ਗੁਰੂ ਜੀ ਇੱਕ ਪਾਸੇ ਸੀਗੇ, ਤੇ ਗੁਰੂ ਜੀ ਦੀ ਕੀ ਹੋ ਗਈ, ਜਿੱਤ ਹੋ ਗਈ। ਹੁਣ ਚੱਕਰ ਕੀ ਪੈ ਗਿਆ, ਭੰਗਾਣੀ ਦੇ ਯੁੱਧ ਤੋਂ ਬਾਅਦ ਗੁਰੂ ਜੀ ਕਿੱਥੇ ਆ ਗਏ ਜੀ, ਅਨੰਦਪੁਰ ਸਾਹਿਬ ਆ ਗਏ ਵਾਪਸ। ਗੁਰੂ ਜੀ ਅਨੰਦਪੁਰ ਸਾਹਿਬ ਆ ਕੇ ਰਹਿਣ ਲੱਗ ਗਏ, ਠੀਕ ਹੈ। ਬਟ ਗੱਲ ਕੀ ਬਣੀ, 1688 ਦੇ ਵਿੱਚ ਕੀ ਚੱਕਰ ਪੈ ਗਿਆ, ਇਸ ਤੋਂ ਬਾਅਦ ਲੜਾਈ ਤੋਂ ਬਾਅਦ ਕੀ ਹੋਇਆ, ਜੰਮੂ ਦਾ ਇੱਕ ਮੁਗਲ ਵਾਇਸਰਾਏ ਸੀਗਾ ਤੇ ਉਹਦਾ ਜਰਨੈਲ ਸੀਗਾ ਆਲਿਫ ਬੇਗ। ਆਲਿਫ ਬੇਗ ਨੇ ਕੀ ਕੀਤਾ ਭਾਈ, ਜਬਰੀ ਕੀ ਕਰਨ ਲੱਗ ਗਿਆ, ਇਹ ਟੈਕਸ ਲੈਣ ਲੱਗ ਗਿਆ, ਪਹਾੜੀ ਰਾਜਿਆਂ ਤੋਂ ਟੈਕਸ ਲੈਣ ਲੱਗ ਗਿਆ। ਕਈਆਂ ਨੇ ਤਾਂ ਹਾਰ ਮੰਨ ਲਈ, ਚਲੋ ਕੋਈ ਗੱਲ ਨਹੀਂ ਯਾਰ ਦੇ ਦਿੰਨੇ ਆ। ਬਟ ਜਿਹੜਾ ਭੀਮ ਚੰਦ ਸੀਗਾ, ਜਿਹੜਾ ਕਹਿਲਨੂਰ ਦਾ ਰਾਜਾ ਸੀਗਾ ਭੀਮ ਚੰਦ, ਉਹਨੇ ਮਨਾ ਕਰਤਾ। ਉਹ ਕਹਿੰਦਾ ਮੈਂ ਤਾਂ ਟੈਕਸ ਦੇਣਾ ਨਹੀਂਗਾ। ਫਿਰ ਇਸ ਸਥਿਤੀ ਦੇ ਵਿੱਚ ਉਸਨੇ ਕੀ ਕੀਤਾ ਵੀ ਗੁਰੂ ਸਾਹਿਬ ਜੀ ਨੂੰ ਦੀ ਮਦਦ ਲੈਣ ਦੀ ਕੋਸ਼ਿਸ਼ ਕੀਤੀ, ਵੀ ਮੈਂ ਗੁਰੂ ਸਾਹਿਬ ਜੀ ਤੋਂ ਮਦਦ ਲਵਾਂਗਾ। ਦੇਖ ਲਓ, ਪਹਿਲਾਂ ਗੁਰੂ ਸਾਹਿਬ ਜੀ ਨਾਲ ਲੜਿਆ ਇਹ ਭੰਗਾਣੀ ਦੇ ਯੁੱਧ ਦੇ ਵਿੱਚ, ਪਰ ਉਸ ਤੋਂ ਬਾਅਦ ਕੀ ਹੈ, ਗੁਰੂ ਸਾਹਿਬ ਜੀ ਕੋਲੇ ਗਿਆ ਮਦਦ ਲੈਣ ਵਾਸਤੇ। ਦੇਖੋ ਗੁਰੂ ਘਰ ਦੇ ਵਿੱਚ ਇਹ ਅਸੂਲ ਹੈ ਕਿ ਗੁਰੂ ਘਰ ਦੇ ਵਿੱਚ ਕੋਈ ਵੀ ਚੱਲ ਕੇ ਆਵੇ, ਭਲਾ ਉਹ ਦੁਸ਼ਮਣ ਹੀ ਕਿਉਂ ਨਾ ਹੋਵੇ, ਉਹਦੀ ਹੈਲਪ ਕਰਨੀ ਬਣਦੀ, ਉਹਦੀ ਜ਼ਰੂਰਤ ਪੂਰੀ ਕਰਨੀ ਬਣਦੀ ਹੈ। ਤਾਂ ਗੁਰੂ ਸਾਹਿਬ ਜੀ ਨੂੰ ਇਹਨੇ ਮਤਲਬ ਕਿ ਮੰਗ ਕੀਤੀ ਮਦਦ ਵਾਸਤੇ, ਆਲਿਫ ਖਾਨ ਦੇ ਵਿਰੁੱਧ ਸਾਡੇ ਨਾਲ ਕੀ ਕਰੋ, ਲੜਾਈ ਕਰੋ ਤਾਂ ਜੋ ਸਾਡੀ ਜਿੱਤ ਹੋ ਸਕੇ। ਤਾਂ ਗੁਰੂ ਜੀ ਮੰਨ ਗਏ, ਇਹਨਾਂ ਨੇ ਇਹਨਾਂ ਦਾ ਸਾਥ ਦਿੱਤਾ। ਤੇ ਅੱਗੇ ਜਾ ਕੇ ਤੁਹਾਨੂੰ ਮੈਂ ਦੱਸਦਾ ਫਿਰ ਲੜਾਈ ਕਿਵੇਂ ਹੋਊਗੀ। ਤੇ ਫਿਰ ਭਾਈ ਤੁਹਾਨੂੰ ਪਤਾ ਹੀ ਹੈ, ਜਿਹੜਾ ਭੰਗਾਣੀ ਦਾ ਯੁੱਧ ਹੋਇਆ ਉਹਦੇ ਪਿੱਛੇ ਸਾਰਾ ਕੰਮ ਕੀਤਾ ਸੀਗਾ ਭੀਮ ਚੰਦ ਦਾ ਸੀਗਾ। ਪਰ ਫਿਰ ਵੀ ਗੁਰੂ ਸਾਹਿਬ ਜੀ ਨੇ ਉਹਦੀ ਮਦਦ ਕਰਨ ਵਾਸਤੇ ਕੀ ਕਰ ਲਈ, ਪ੍ਰਵਾਨ ਕਰ ਲਈ, ਉਹ ਵੀ ਸਾਡੀ ਮਦਦ ਕਰਾਂਗੇ ਅਸੀਂ। ਇਸ ਤੋਂ ਬਾਅਦ ਇਹ ਲੜਾਈ ਹੁੰਦੀ ਹੈ ਭਾਈ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਜਗ੍ਹਾ ਹੈਗੀ ਹੈ ਨਦੌਣ। ਤਾਂ ਨੈਕਸਟ ਲੜਾਈ ਜਿਹੜੀ ਹੋਊਗੀ ਰਾਜੇ ਨਦੌਣ ਦੇ ਵਿੱਚ ਹੋਊਗੀ, ਜਿੱਥੇ ਆਲਿਫ ਬੇਗ ਦਾ ਕੀ ਕੀਤਾ ਇਹਨਾਂ ਨੇ, ਹਰਾਤਾ, ਉਹਨੂੰ ਕੀ ਕਰਨੀ ਪਈ, ਸ਼ਿਕਸਤ ਕਰਨੀ ਪਈ, ਹਾਰ ਦਾ ਮੂੰਹ ਦੇਖਣਾ ਪਿਆ। ਤਾਂ ਨੈਕਸਟ ਲੜਾਈ ਆਪਾਂ ਪਤਾ ਲੱਗ ਗਿਆ, ਪਹਿਲਾਂ ਭੰਗਾਣੀ ਦਾ ਯੁੱਧ ਹੋਇਆ ਤੇ ਅਗਲੀ ਲੜਾਈ ਕਿਹੜੀ ਹੋਊਗੀ ਤੁਹਾਡੀ, ਨਦੌਣ ਦੀ ਲੜਾਈ ਹੋਈ ਹੈ। ਤੇ ਨਦੌਣ ਦੇ ਵਿੱਚ ਹੀ ਹੋਈ ਹੈ ਬੇਟੇ, 1690 ਦੇ ਵਿੱਚ ਹੋਈ ਹੈ। ਗੁਰੂ ਜੀ ਤੇ ਪਹਾੜੀ ਰਾਜੇ ਇੱਕ ਪਾਸੇ ਸੀਗੇ, ਪਹਾੜੀ ਰਾਜੇ ਕਿਹੜੇ, ਭੀਮ ਚੰਦ ਤੇ ਅਲਿਫ ਖਾਨ ਜਿਹੜਾ ਇੱਕ ਪਾਸੇ ਸੀਗਾ, ਤੇ ਗੁਰੂ ਜੀ ਤੇ ਪਹਾੜੀ ਰਾਜੇ ਕੀ ਹੋ ਗਏ, ਜਿੱਤ ਗਏ। ਠੀਕ ਹੈ ਜੀ, ਕਲੀਅਰ ਹੈ। ਅੱਗੇ ਚੱਲਦੇ ਹਾਂ ਜੀ ਹੁਣ ਆਪਾਂ, ਹੁਣ ਅੱਗੇ ਕਹਾਣੀ ਕੀ ਬਣਦੀ ਹੈ ਉਹ ਦੇਖਦੇ ਹਾਂ ਆਪਾਂ। ਹੁਣ ਇਸ ਤੋਂ ਬਾਅਦ ਹੋਇਆ ਕੀ ਹੈ ਜੀ, 1696 ਈਸਵੀ ਦੇ ਵਿੱਚ ਕਹਿੰਦੇ ਇੱਕ ਉੱਚ ਫੌਜੀ ਅਫਸਰ ਹੈ ਦਿਲਾਵਰ ਖਾਨ, ਉਹਨੇ ਆਪਣੇ ਪੁੱਤਰ ਰੁਸਤਮ ਖਾਨ ਨੂੰ ਵੱਡੀ ਸੈਨਾ ਦੇ ਕੇ ਨਾ ਗੁਰੂ ਸਾਹਿਬ ਜੀ ਦੇ ਵਿਰੁੱਧ ਅਨੰਦਪੁਰ ਵਿਖੇ ਹਮਲਾ ਕਰਨ ਲਈ ਭੇਜਿਆ। ਹੁਣ ਅੱਗੇ ਜਾ ਕੇ ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਹੋਊਗਾ, ਉਹਦਾ ਕਾਰਨ ਕੀ ਬਣਦਾ ਹੈ,
1696 ਦੇ ਵਿੱਚ ਮਤਲਬ ਕਿ ਇੱਕ ਬੰਦਾ ਹੈਗਾ ਰੁਸਤਮ ਖਾਨ, ਉਹ ਸੈਨਾ ਲੈ ਕੇ ਪਹੁੰਚਦਾ ਅਨੰਦਪੁਰ ਸਾਹਿਬ ਵਿਖੇ। ਪਰ ਬਚਿੱਤਰ ਨਾਟਕ ਦੇ ਵਿੱਚ ਗੁਰੂ ਜੀ ਇਹਦੇ ਬਾਰੇ ਮਤਲਬ ਕਿ ਰੁਸਤਮ ਖਾਨ ਦੇ ਬਾਰੇ ਚਰਚਾ ਵੀ ਕਰਦੇ ਆ, ਕਿਉਂਕਿ ਤੁਹਾਨੂੰ ਮੈਂ ਦੱਸਿਆ ਬਚਿੱਤਰ ਨਾਟਕ ਕੀ ਹੈ, ਗੁਰੂ ਜੀ ਦੀ ਸਵੈ ਜੀਵਨੀ ਹੈ। ਤਾਂ ਬਚਿੱਤਰ ਨਾਟਕ ਦੇ ਵਿੱਚ ਇਹਨੂੰ ਖਾਨਜ਼ਾਦਾ ਕਿਹਾ ਗਿਆ। ਕਿਹਨੂੰ? ਰੁਸਤਮ ਖਾਨ ਨੂੰ। ਇਹਦੀ ਯੋਜਨਾ ਸੀਗੀ ਮੈਂ ਰਾਤ ਨੂੰ ਕੀ ਕਰੂੰਗਾ, ਅਟੈਕ ਕਰੂੰਗਾ ਤੇ ਅਨੰਦਪੁਰ ਸਾਹਿਬ ਨੂੰ ਕਬਜ਼ੇ 'ਚ ਲੈ ਲੂੰਗਾ। ਵੀ ਆਪਦੇ ਆਪ ਨੂੰ ਬੜਾ ਗਰੂਰ ਸੀਗਾ ਇਹਨੂੰ, ਬਟ ਅੱਗੋਂ ਫੌਜਾਂ ਵੀ ਕੀ ਸੀਗੀਆਂ, ਤਿਆਰ ਬੈਠੀਆਂ ਸੀਗੀਆਂ। ਤਾਂ ਇਹਨੂੰ ਮੂੰਹ ਦੀ ਖਾਣੀ ਪਈ ਹੈ। ਇਹ ਉੱਥੋਂ ਕੀ ਹੈ, ਭੱਜ ਗਿਆ, ਬਿਨਾਂ ਲੜੇ ਭੱਜ ਗਿਆ। ਇਹਨੂੰ ਖਬਰ ਹੋ ਗਈ ਵੀ ਸਿੰਘ ਬਹੁਤ ਤਕੜੇ ਨੇ ਤੇ ਮੋਰਚਾ ਲਾਈ ਬੈਠੇ ਨੇ, ਤੇ ਇਹਨੂੰ ਭਿਣਕ ਪੈ ਗਈ ਤੇ ਭੱਜ ਗਿਆ, ਲੜਿਆ ਹੀ ਨਹੀਂਗਾ। ਡਰਦਾ ਮਾਰਾ ਕੀ ਹੋ ਗਿਆ, ਨਿਕਲ ਗਿਆ ਉੱਥੋਂ ਬਸ। ਠੀਕ ਹੈ। ਤੇ ਅੱਗੇ ਕੀ ਹੁੰਦਾ ਜੀ, ਫਿਰ ਤੁਹਾਨੂੰ ਮੈਂ ਦੱਸਿਆ 30 ਮਾਰਚ 1699 ਨੂੰ ਖਾਲਸੇ ਦੀ ਸਾਜਨਾ ਹੁੰਦੀ ਹੈ, ਤੇ ਜਿਹਦੇ ਕਰਕੇ ਬਹੁਤ ਜ਼ਿਆਦਾ ਖਾਰ ਖਾਣ ਲੱਗ ਜਾਂਦੇ ਆ ਪਹਾੜੀ ਰਾਜੇ। ਉਹਨਾਂ ਨੂੰ ਮਤਲਬ ਕਿ ਖਾਲਸੇ ਦੀ ਸਾਜਨਾ ਤੋਂ ਬਾਅਦ ਕੀ ਹੋ ਗਿਆ, ਸਿੱਖਾਂ ਦੇ ਵਿੱਚ ਚੜ੍ਹਤ ਹੋ ਗਈ। ਦਿਨੋਂ ਦਿਨ ਸਿੱਖਾਂ ਦੀ ਕੀ ਹੋ ਰਹੀ ਸੀਗੀ, ਚੜ੍ਹਤ ਹੋ ਰਹੀ ਸੀਗੀ। ਤੇ ਪਹਾੜੀ ਰਾਜੇ ਕੀ ਖਾਰ ਖਾਂਦੇ ਸੀਗੇ। ਇਹਨਾਂ ਨੇ ਕੀ ਕੀਤਾ, ਭਾਈ ਸਰਹੰਦ ਦੇ ਜਿਹੜੇ ਲਾਹੌਰ ਦੇ ਨਵਾਬ ਸੀਗੇ, ਇਹਨਾਂ ਕੋਲ ਜਾ ਕੇ ਕੀ ਕਰਨ ਲੱਗ ਗਏ, ਚੁਗਲੀਆਂ ਕਰਨ ਲੱਗ ਗਏ ਵੀ ਅਨੰਦਪੁਰ ਤੇ ਆਪਾਂ ਹਮਲਾ ਕਰੀਏ, ਕਿਸੇ ਨਾ ਕਿਸੇ ਤਰ੍ਹਾਂ ਅਨੰਦਪੁਰ ਸਾਹਿਬ ਨੂੰ ਆਪਾਂ ਕਬਜ਼ੇ 'ਚ ਕਰੀਏ, ਨਹੀਂ ਤਾਂ ਆਪਣੇ ਤੋਂ ਜ਼ਿਆਦਾ ਪਾਵਰਫੁਲ ਹੋ ਜਾਣਗੇ ਗੁਰੂ ਸਾਹਿਬ। ਫਿਰ ਹੋਇਆ ਉਵੇਂ ਹੀ ਹੈ। ਅੱਗੇ ਜਾ ਕੇ ਤੁਹਾਨੂੰ ਮੈਂ ਦੱਸਦਾ ਫਿਰ ਹੋਣਾ ਕੀ ਸੀਗਾ। ਇਸਦੇ ਸਿੱਟੇ ਵਜੋਂ ਫਿਰ ਕੀ ਹੋਇਆ ਭਾਈ, 1701 ਈਸਵੀ ਨੂੰ ਇੱਕ ਮੁਗਲ ਸੂਬੇਦਾਰ ਸੀਗਾ ਪੈਂਦੇ ਖਾਂ। ਪੈਂਦੇ ਖਾਂ ਤੇ ਦੀਨਾ ਬੇਗ ਦੀ ਅਗਵਾਈ ਦੇ ਵਿੱਚ ਇੱਕ ਫੌਜ ਟੁਕੜੀ ਅਨੰਦਪੁਰ ਸਾਹਿਬ ਵੱਲ ਭੇਜੀ ਗਈ ਚੜ੍ਹਾਈ ਕਰਨ ਵਾਸਤੇ। ਤੇ ਰਾਸਤੇ ਦੇ ਵਿੱਚ ਜਿਹੜੇ ਭਾਈ ਪਹਾੜੀ ਰਾਜੇ ਸੀਗੇ ਰੋਪੜ ਦੇ ਕੋਲ, ਇਹਨਾਂ ਨੇ ਵੀ ਕੀ ਕੀਤੀਆਂ, ਆਪਣੀਆਂ ਫੌਜਾਂ ਵਿੱਚ ਸ਼ਾਮਲ ਕਰਤੀਆਂ। ਇਹ ਕਹਿੰਦੇ ਵੀ ਇਕੱਠੇ ਹੋ ਕੇ ਚੜ੍ਹਾਈ ਕਰੀਏ। ਇਹ ਆਪਣਾ ਉੱਲੂ ਸਿੱਧਾ ਕਰਨ ਨੂੰ ਫਿਰਦੇ ਸੀਗੇ, ਤੇ ਮੁਗਲਾਂ ਨੂੰ ਤਾਂ ਦੇਖੋ ਇੱਕ ਮੌਕਾ ਚਾਹੀਦਾ ਸੀਗਾ। ਤਾਂ ਫਿਰ ਕੀ ਹੋਇਆ ਭਾਈ, ਅਨੰਦਪੁਰ ਸਾਹਿਬ ਦਾ ਯੁੱਧ ਹੋਇਆ। ਪਰ ਗਿਣਤੀ ਭਾਵੇਂ ਘੱਟ ਸੀਗੀ ਸਿੱਖਾਂ ਦੀ, ਪਰ ਦੇਖੋ ਨਾਲ ਗੁਰੂ ਸੀਗਾ, ਖੁਦ ਅਕਾਲ ਪੁਰਖ ਸੀਗਾ, ਫਿਰ ਹਾਰਨਾ ਕਿੱਥੋਂ ਸੀਗਾ। ਤਾਂ ਮੁਗਲਾਂ ਨੂੰ ਕੀ ਕਰਨੀ ਪਈ, ਮੂੰਹ ਦੀ ਖਾਣੀ ਪਈ। ਤਾਂ ਆਪਾਂ ਪੜ੍ਹਦੇ ਹਾਂ ਜੀ, ਪਹਿਲਾ ਅਨੰਦਪੁਰ ਦਾ ਯੁੱਧ ਹੋਇਆ ਆਪਣਾ ਅਨੰਦਪੁਰ ਸਾਹਿਬ ਵਿਖੇ ਹੀ ਹੋਇਆ। ਇਹਨੂੰ ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਕਹਿੰਦੇ ਆ। 1701 ਈਸਵੀ ਦੇ ਵਿੱਚ ਹੋਇਆ ਸੀਗਾ। ਗੁਰੂ ਜੀ ਇੱਕ ਪਾਸੇ ਸੀਗੇ, ਰਾਜਾ ਭੀਮ ਚੰਦ ਤੇ ਪਹਾੜੀ ਰਾਜੇ ਤੇ ਮੁਗਲ ਇੱਕ ਪਾਸੇ ਸੀਗੇ। ਤੇ ਗੁਰੂ ਜੀ ਦੀ ਕੀ ਹੋ ਗਈ ਸੀਗੀ, ਜਿੱਤ ਹੋ ਗਈ ਸੀਗੀ, ਤੇ ਸੰਧੀ ਹੋ ਗਈ ਸੀ ਫਿਰ ਗੁਰੂ ਜੀ ਨਾਲ। ਤੇ ਗੁਰੂ ਜੀ ਕੀ ਚਲੇ ਗਏ, ਨਰਮੋਹਗੜ੍ਹ ਚਲੇ ਗਏ। ਨਰਮੋਹਗੜ੍ਹ ਕਿਉਂ ਜਾਂਦੇ ਆ, ਕੀ ਕਾਰਨ ਬਣਦਾ, ਤੁਹਾਨੂੰ ਕਿਸੇ ਵੀ ਬੁੱਕ 'ਚ ਨਹੀਂ ਮਿਲੂਗਾ, ਨਾ ਤੁਹਾਨੂੰ ਪਤਾ ਲੱਗੂਗਾ ਵੀ ਕਿਉਂ ਜਾਂਦੇ ਆ। ਤੁਸੀਂ ਹੁਣ ਕਹੋਗੇ ਵੀ ਜਿੱਤ ਤਾਂ ਗੁਰੂ ਜੀ ਹੋਈ ਹੈ, ਵੀ ਗੁਰੂ ਸਾਹਿਬ ਅਨੰਦਪੁਰ ਛੱਡ ਕੇ ਨਰਮੋਹ ਕਿਉਂ ਚਲੇ ਗਏ। ਉਹ ਪੜ੍ਹਦੇ ਆਪਾਂ, ਨੈਕਸਟ ਕਾਰਨ ਪੜ੍ਹਦੇ ਉਹਦਾ ਕਾਰਨ ਕੀ ਹੈ। ਤਾਂ ਪਤਾ ਲੱਗ ਗਿਆ ਜੀ ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਕਿਉਂ ਹੋਇਆ, ਉਹਦਾ ਕਾਰਨ ਕੀ ਬਣਿਆ, ਉਹ ਤੁਹਾਨੂੰ ਮੈਂ ਸਾਰੀ ਗੱਲ ਦੱਸਤੀ ਹੈ। ਅੱਗੇ ਚੱਲਦੇ ਆ ਜੀ ਆਪਾਂ। ਹਿੰਦੂ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਇਸ ਜਿਹੜੀ ਫੌਜ ਦੀ ਹਾਰ ਹੋਈ ਹੈ ਨਾ, ਇਹਨਾਂ ਨੇ ਕਿਹਾ ਵੀ ਯਾਰ ਪੰਗਾ ਪੈ ਗਿਆ, ਐਂ ਤਾਂ ਗੱਲ ਬਣੀ ਨਹੀਂ, ਬਹੁਤ ਬੇਇੱਜ਼ਤੀ ਹੋਈ ਆ। ਫਿਰ ਇਹ ਸਾਰੇ ਇਕੱਠੇ ਹੋ ਗਏ। ਇਹਨਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਵੀ ਹੁਣ ਆਪਾਂ ਕਿਵੇਂ ਕਰੀਏ, ਵੀ ਕੀ ਕਰੀਏ, ਵੀ ਆਪਾਂ ਗੁਰੂ ਨਾਲ ਹੱਥ ਮਿਲਾਈਏ ਜਾਂ ਫਿਰ ਮੁਗਲਾਂ ਨਾਲ ਦੁਬਾਰਾ ਆਪਾਂ ਕੋਈ ਫੌਜ ਤਕੜੀ ਲੈ ਕੇ ਹਮਲਾ ਕਰੀਏ ਗੁਰੂ ਤੇ। ਤਾਂ ਅੱਗੇ ਦੇਖਦੇ ਹਾਂ ਆਪਾਂ। ਤੇ ਕੁਛ ਸਮੇਂ ਮਗਰੋਂ ਇਹਨਾਂ ਨੇ ਕੀ ਕੀਤਾ ਭਾਈ, ਇਹਨਾਂ ਨੇ ਜਿਹੜੇ ਪਹਾੜੀ ਰਾਜੇ ਸੀਗੇ, ਇਹਨਾਂ ਨੇ ਅਨੰਦਪੁਰ ਤੇ ਫਿਰ ਹਮਲਾ ਕੀਤਾ, ਜਿਹਦਾ ਜ਼ਿਕਰ ਹਜੇ ਤੱਕ ਕਿਤੇ ਵੀ ਇਤਿਹਾਸ ਦੇ ਵਿੱਚ ਆਪਾਂ ਨੂੰ ਦਿਖਦਾ ਨਹੀਂ। ਮਤਲਬ ਕਿ ਜਿਹੜੀਆਂ ਆਪਾਂ ਕਿਤਾਬਾਂ ਪੜ੍ਹਦੇ ਹਾਂ ਐਗਜ਼ਾਮ ਵਾਸਤੇ, ਉਹਦੇ ਵਿੱਚ ਨਹੀਂ ਜ਼ਿਕਰ ਆਊਗਾ, ਇਤਿਹਾਸ ਦੇ ਵਿੱਚ ਜ਼ਿਕਰ ਹੈਗਾ। ਤਾਂ ਅਨੰਦਪੁਰ ਸਾਹਿਬ ਤੇ ਫਿਰ ਹਮਲਾ ਕਰਦੇ ਆ। ਜਦੋਂ ਹਮਲਾ ਕੀਤਾ ਜਾਂਦਾ, ਪਰ ਉਹਨਾਂ ਨੂੰ ਫਿਰ ਕੀ ਆ, ਉਹਨਾਂ ਦੀ ਫਿਰ ਹਾਰ ਹੁੰਦੀ ਹੈ ਪਹਾੜੀ ਰਾਜਿਆਂ ਦੀ। ਇਹ ਸਿਰਫ ਪਹਾੜੀ ਰਾਜੇ ਹਮਲਾ ਕਰਦੇ ਆ, ਉਹਨਾਂ ਦੇ ਪੱਲੇ ਕੁਛ ਨਹੀਂ ਪੈਂਦਾ ਗਾ। ਫਿਰ ਇਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਭਾਈ, ਜਦੋਂ ਇਹਨਾਂ ਦੇ ਕੋਈ ਪੇਸ਼ ਨਾ ਗਈ, ਤੇ ਇਹਨਾਂ ਨੇ ਕਹਿਲੂਰ ਦਾ ਜਿਹੜਾ ਰਾਜਾ ਸੀਗਾ ਅਜਮੇਰ ਚੰਦ ਤੇ ਹੋਰ ਸਾਥੀ ਜਿਹੜੇ ਰਾਜੇ ਸੀਗੇ, ਅਨੰਦਪੁਰ ਨੂੰ ਘੇਰਾ ਪਾ ਲਿਆ। ਇਹਨਾਂ ਨੇ ਰਲ ਕੇ ਇਹਨਾਂ ਨੇ ਕੀ ਕੀਤਾ, ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਜਿਹੜਾ ਕਿਲ੍ਹਾ ਸੀਗਾ ਅਨੰਦਪੁਰ ਸਾਹਿਬ ਦਾ, ਉੱਥੇ ਇਹਨਾਂ ਨੇ ਕੀ ਕਰ ਲਿਆ, ਘੇਰਾ ਪਾ ਲਿਆ। ਤੇ ਇਹਨਾਂ ਨੇ ਕੀ ਕੀਤਾ ਭਾਈ, ਇਹਨਾਂ ਨੇ ਕਿਹਾ ਵੀ ਐਂ ਤਾਂ ਕੰਮ ਨਹੀਂ ਬਣਨਾਗਾ। ਇਹਨਾਂ ਨੇ ਦੇਖੋ ਹਿੰਦੂ ਧਰਮ ਦੇ ਵਿੱਚ ਗਊ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਹੁਣ ਜਿਵੇਂ ਆਪਣੇ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਠੀਕ ਹੈ। ਤਾਂ ਉਹਨਾਂ ਨੇ ਕੀ ਕੀਤਾ ਭਾਈ, ਗਊ ਦੀਆਂ ਕਸਮਾਂ ਖਾ ਲਈਆਂ। ਤੇ ਗਊ ਦੀਆਂ ਕਸਮਾਂ ਖਾ ਕੇ ਗੁਰੂ ਸਾਹਿਬ ਜੀ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਗਈ ਕਿ ਗੁਰੂ ਸਾਹਿਬ ਜੀ ਕੁਝ ਸਮੇਂ ਲਈ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ, ਭਾਵੇਂ ਫੇਰ ਵਾਪਸ ਆ ਜਿਓ। ਠੀਕ ਹੈ। ਇਹਨਾਂ ਦੀ ਸੀਗੀ ਵੀ ਚਲੋ ਇੱਕ ਵਾਰੀ ਆਪਾਂ ਗੁਰੂ ਨੂੰ ਕੱਢ ਦਈਏ, ਫੇਰ ਥੋੜੀ ਆਪਾਂ ਆਉਣ ਦੇਵਾਂਗੇ। ਇਹ ਝੂਠੀਆਂ ਸੌਹਾਂ ਖਾਂਦੇ ਸੀਗੇ। ਠੀਕ ਹੈ। ਤਾਂ ਇਹਨਾਂ ਨੇ ਸੋਚਿਆ ਵੀ ਆਪਾਂ ਸੌਹਾਂ ਖਾ ਕੇ ਗੁਰੂ ਜੀ ਨੂੰ ਇੱਥੋਂ ਬਾਹਰ ਭੇਜ ਦਾਂਗੇ ਤੇ ਆਪਾਂ ਉਸ ਤੋਂ ਬਾਅਦ ਕਬਜ਼ਾ ਕਰ ਲਾਂਗੇ। ਫਿਰ ਹੋਇਆ ਕੀ ਨੈਕਸਟ, ਗੁਰੂ ਜੀ ਤਾਂ ਸਮਝ ਗਏ ਸੀ ਕਿ ਵੀ ਇਹ ਲੋਕ ਜਿਹੜੇ ਹੈਗੇ ਆ ਝੂਠੀਆਂ ਸੌਹਾਂ ਖਾ ਰਹੇ ਆ, ਝੂਠੀਆਂ ਸਗੰਧਾਂ ਖਾ ਰਹੇ ਆ, ਵੀ ਸਾਡੇ ਇੱਥੋਂ ਕੁਝ ਦੇਰ ਚਲੇ ਜਾਣ ਨਾਲ ਕੀ ਪਤਾ ਇਹਨਾਂ ਦੀਆਂ ਸਗੰਧਾਂ ਪੂਰੀਆਂ ਹੋ ਜਾਣ ਤੇ ਘਰੋਂ ਘਰੀ ਮੁੜ ਜਾਣਗੇ। ਪਰ ਇਹ ਕਿੱਥੇ ਮੁੜਨ ਵਾਲੇ ਸੀਗੇ, ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਕੀ ਸੀਗੀ, ਖੋਟ ਸੀਗੀ। ਤਾਂ ਗੁਰੂ ਸਾਹਿਬ ਜੀ ਨੇ ਫਿਰ ਉਹਨਾਂ ਦੀ ਗੱਲ ਮੰਨ ਲਈ, ਤੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਤਾ। ਤੇ ਗੁਰੂ ਜੀ ਕਿੱਥੇ ਆ ਗਏ, ਨਰਮੋਹਗੜ੍ਹ ਆ ਗਏ। ਦੇਖੋ ਗੁਰੂ ਘਰ ਦੇ ਵਿੱਚ ਕਦੇ ਵੀ ਇਹ ਹੋਇਆ, ਪਹਿਲਾ ਹਮਲਾ ਨਹੀਂ ਕੀਤਾ ਗਿਆ। ਜੇ ਹਮਲਾ ਹੁੰਦਾ, ਉਹਦਾ ਮੂੰਹ ਤੋੜ ਜਵਾਬ ਦਿੱਤਾ ਜਾਂਦਾ ਹੈ। ਠੀਕ ਹੈ। ਤਾਂ ਇਸ ਕਰਕੇ ਹਮੇਸ਼ਾ ਖਾਲਸਾ ਮਤਲਬ ਕਿ ਦੂਜੇ ਦੀ ਭਲਾਈ ਚਾਹੁੰਦਾ। ਇਸ ਕਰਕੇ ਗੁਰੂ ਜੀ ਨੇ ਇਸ ਚੀਜ਼ ਭਲਾਈ ਸਮਝੀ ਤੇ ਸਿੱਖਾਂ ਦੇ ਕਹਿਣ ਤੇ ਅਨੰਦਪੁਰ ਸਾਹਿਬ ਛੱਡਤਾ ਤੇ ਨਰਮੋਹਗੜ੍ਹ ਆ ਗਏ। ਪਰ ਇਹ ਕਿੱਥੇ ਟਲੇ,
ਇਹਨਾਂ ਨੇ ਕੀ ਕੀਤਾ ਭਾਈ ਨਨਬੋਹਗੜ੍ਹ ਆ ਕੇ ਵੀ ਟਿਕਣ ਨਹੀਂ ਦਿੱਤਾਗਾ। ਤਾਂ ਇਹਨਾਂ ਨੇ ਉੱਥੇ ਵੀ ਲੜਾਈ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਨੇ ਮਤਲਬ ਕਿ ਪਿੱਛੋਂ ਹਮਲਾ ਕਰਤਾ, ਠੀਕ ਹੈ। ਅਚਨਚੇਤ ਇਹਨਾਂ ਨੇ ਕੀ ਕੀਤਾ, ਹਮਲਾ ਕਰਤਾ, ਪਰ ਸਿੱਖਾਂ ਨੇ ਕੀ ਕੀਤਾ, ਉਹਨਾਂ ਨੂੰ ਵੀ ਪਛਾੜਤਾ। ਤੇ ਇਸ ਤੋਂ ਬਾਅਦ ਜਦੋਂ ਇਹਨਾਂ ਦੀ ਇੱਥੇ ਹਾਰ ਹੋ ਜਾਂਦੀ ਹੈ ਨਨਬੋਹਗੜ੍ਹ, ਫਿਰ ਇਹ ਕੀ ਕਰਦੇ ਆ, ਇਹ ਲਾਹੌਰ ਦੇ ਹਾਕਮ ਕੋਲੇ ਜਾਂਦੇ ਆ ਭਾਈ ਮਦਦ ਵਾਸਤੇ, ਜਿਹੜਾ ਵਜ਼ੀਰ ਖਾਨ, ਠੀਕ ਹੈ, ਜਿਹੜਾ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਦਾ ਹੈ, ਠੀਕ ਹੈ। ਇਹ ਉਹਨਾਂ ਨੂੰ ਕਹਿੰਦੇ ਵੀ ਸਾਡੀ ਹੈਲਪ ਕਰੋ, ਵੀ ਅਸੀਂ ਤਾਂ ਇਕੱਲੇ ਨਹੀਂ ਕੁਝ ਕਰ ਸਕਦੇਗੇ। ਉਹ ਅੱਗੇ ਜਾ ਕੇ ਕੀ ਕਹਾਣੀ ਬਣਦੀ ਆ, ਜਦੋਂ ਦੂਜਾ ਅਨੰਦਪੁਰ ਦਾ ਅਟੈਕ ਹੋਊਗਾ ਉਹ ਆਪਾਂ ਅੱਗੇ ਜਾ ਕੇ ਪੜਾਂਗੇ। ਪਹਿਲਾਂ ਆਪਾਂ ਪੜ੍ਹਦੇ ਜਿਹੜਾ ਨਨਬੋਹਗੜ੍ਹ ਅਟੈਕ ਹੋਇਆ, ਉਹ ਜਿਹੜਾ ਪਹਾੜੀ ਰਾਜਾ ਨੇ ਕੀਤਾ, ਕਿਉਂ ਹੋਇਆ, ਕਿਵੇਂ ਹੋਇਆ, ਤੁਹਾਨੂੰ ਮੈਂ ਦੱਸਤਾ। ਇਹ ਨਰਮੋਹਗੜ੍ਹ ਹੈ, ਠੀਕ ਹੈ, ਜਗ੍ਹਾ। ਤੇ ਨਰਮੋਹਗੜ੍ਹ ਦੇ ਵਿੱਚ ਹੋਇਆ ਸੀਗਾ 1702 ਦੇ ਵਿੱਚ। ਗੁਰੂ ਜੀ ਇੱਕ ਪਾਸੇ ਸੀਗੇ ਤੇ ਭੀਮ ਚੰਦ ਦੇਖੋ ਫੇਰ ਉਹੀ ਅਕ੍ਰਿਤਘਨ ਬੰਦੇ, ਇਹ ਭੀਮ ਚੰਦ ਤੇ ਮੁਗਲ ਸੈਨਿਕ ਇਕੱਠੇ ਸੀਗੇ। ਜਿੱਤ ਫਿਰ ਕਿਹਦੀ ਹੋਈ ਹੈ, ਗੁਰੂ ਜੀ ਦੀ ਹੋਈ ਹੈ। ਹੁਣ ਕਹਾਣੀ ਕੀ ਬਣੀ ਹੈ, ਜਦੋਂ ਫਿਰ ਇਹ ਹਾਰ ਗਏ ਆ, ਫਿਰ ਇਹਨਾਂ ਨੂੰ ਮੂੰਹ ਦੀ ਖਾਣੀ ਪਈ। ਇਹਨਾਂ ਨੇ ਫਿਰ ਮਤਲਬ ਸੋਚਿਆ ਵੀ ਆਪਾਂ ਕਰੀਏ ਕੀ। ਤੇ ਇਹਨਾਂ ਨੇ ਹੁਣ ਕਰਨਾ ਕੀ ਸੀਗਾ, ਦੇਖੋ ਨਰਮੋਹਗੜ੍ਹ ਤੋਂ ਬਾਅਦ ਗੁਰੂ ਜੀ ਕੀ ਕਰ ਗਏ, ਉੱਥੇ ਇੱਕ ਨੇੜੇ ਇੱਕ ਸ਼ਹਿਰ ਸੀਗਾ ਭਸੋਲੀ, ਉੱਥੇ ਚਲੇ ਗਏ। ਪਰ ਇਹ ਫਿਰ ਟਿਕੇ ਨਹੀਂ, ਭਸੋਲੀ ਜਾ ਕੇ ਵੀ ਇਹਨਾਂ ਨੇ ਹਮਲਾ ਕੀਤਾ, ਜਿੱਥੇ ਫਿਰ ਕੀ ਇਹਨਾਂ ਨੂੰ ਕੀ ਹਾਰ ਦਾ ਮੂੰਹ ਦੇਖਣਾ ਪਿਆ। ਹੁਣ ਆਪਾਂ ਪੜ੍ਹ ਲੈਂਦੇ ਹਾਂ, ਕਿਉਂਕਿ ਇਹ ਵੀ ਕਈ ਵਾਰ ਪੁੱਛ ਲੈਂਦੇ ਆ ਭਸੋਲੀ ਦੇ ਬਾਰੇ, ਵੈਸੇ ਬਹੁਤ ਘੱਟ ਪੁੱਛਿਆ ਗਿਆ, ਬਟ ਫਿਰ ਵੀ ਤੁਸੀਂ ਯਾਦ ਰੱਖ ਲਿਓ। ਭਸੋਲੀ ਵਿਖੇ ਵੀ ਇੱਕ ਲੜਾਈ ਹੋਈ ਹੈ 1702 ਦੇ ਵਿੱਚ, ਗੁਰੂ ਜੀ ਤੇ ਰਾਜਾ ਭੀਮ ਚੰਦ ਦੇ ਵਿਚਕਾਰ, ਤੇ ਗੁਰੂ ਜੀ ਫਿਰ ਜਿੱਤ ਗਏ ਹੈ। ਤੇ ਇਹਨਾਂ ਨੇ ਕੀ ਕਰਤਾ ਜੀ, ਕਲਮੋੜ ਤੇ ਕਬਜ਼ਾ ਕਰ ਲਿਆ ਸੀ ਸਿੱਖਾਂ ਨੇ। ਨਤੀਜਾ ਦਾ ਇਹ ਨਿਕਲਿਆ ਸੀਗਾ। ਇਸ ਤੋਂ ਬਾਅਦ ਮੋਸਟ ਇੰਪੋਰਟੈਂਟ ਜਿਹੜਾ ਹੈਗਾ ਅਨੰਦਪੁਰ ਸਾਹਿਬ ਜੀ ਦਾ ਦੂਜਾ ਯੁੱਧ ਹੈ, ਉਹਦੇ ਬਾਰੇ ਕੁਐਸਚਨ ਅਕਸਰ ਐਗਜ਼ਾਮ 'ਚ ਪੁੱਛੇ ਜਾਂਦੇ ਆ। ਇਸ ਤੋਂ ਬਾਅਦ ਕੀ ਹੋਇਆ ਭਾਈ, ਇਹਨਾਂ ਸਾਰਿਆਂ ਯੁੱਧਾਂ ਦੇ ਵਿੱਚ ਸਿੰਘਾਂ ਦੀ ਕੀ ਹੋ ਗਈ, ਜਿੱਤ ਹੋ ਗਈ। ਤੇ ਸਾਰੀਆਂ ਖਬਰਾਂ ਕਿਹਦੇ ਕੋਲ ਪਹੁੰਚਦੀਆਂ ਸੀਗੀਆਂ, ਜਿਹੜਾ ਦਿੱਲੀ ਬੈਠਾ ਸੀਗਾ ਔਰੰਗਜ਼ੇਬ, ਉਹਨੂੰ ਪਹੁੰਚਦੀਆਂ ਸੀਗੀਆਂ। ਉਹਨੂੰ ਪਤਾ ਲੱਗ ਗਿਆ ਵੀ ਯਾਰ ਇਹ ਤਾਂ ਬਹੁਤ ਤਕੜੇ ਨੇ, ਗਿਣਤੀ ਦੇ ਵਿੱਚ ਘੱਟ ਨੇ, ਬਟ ਲੜਦੇ ਬਹੁਤ ਮਤਲਬ ਕਿ ਜਜ਼ਬੇ ਨਾਲ ਹੈ, ਅਸੀਂ ਕਰਾਂਗੇ ਕੀ। ਤੇ ਉਧਰ ਪਹਾੜੀ ਰਾਜੇ ਵੀ ਕੀ ਕਰਦੇ ਸੀਗੇ, ਗੁਰੂ ਦੇ ਵਿਰੁੱਧ ਕੰਨ ਭਰਦੇ ਰਹਿੰਦੇ ਸੀ, ਭਾਈ ਇਹਨੇ ਖਾਲਸਾ ਸਜਾ ਲਿਆ, ਇਹਨੇ ਸ਼ਸਤਰ ਰੱਖਣੇ ਸ਼ੁਰੂ ਕਰਤੇ, ਇਹਨੇ ਫੌਜਾਂ ਰੱਖਣੀਆਂ ਸ਼ੁਰੂ ਕਰਤੀਆਂ, ਇਹ ਤੁਹਾਡੇ ਵਾਸਤੇ ਖਤਰਾ ਹੈ। ਔਰੰਗਜ਼ੇਬ ਨੂੰ ਵੀ ਭੜਕਾਉਂਦੇ ਰਹਿੰਦੇ ਸੀਗੇ। ਤਾਂ ਇਸ ਕਰਕੇ ਔਰੰਗਜ਼ੇਬ ਨੇ ਫਿਰ ਕੀ ਕੀਤਾ ਭਾਈ, ਲਾਹੌਰ ਹੋ ਗਿਆ, ਕਸ਼ਮੀਰ ਹੋ ਗਿਆ, ਸਰਹੰਦ, ਤਿੰਨੇ ਸੂਬੇਦਾਰਾਂ ਨੂੰ ਹੁਕਮ ਦਿੱਤਾ ਵੀ ਅਨੰਦਪੁਰ ਸਾਹਿਬ ਤੇ ਚੜ੍ਹਾਈ ਕਰੋ ਤੇ ਅਟੈਕ ਕਰੋ, ਰਲ ਕੇ ਅਟੈਕ ਕਰੋ ਤੁਸੀਂ ਸਾਰੇ ਜਾਣੇ। ਤਾਂ ਫਿਰ ਇਹਨਾਂ ਨੇ ਭਾਈ ਕੀ ਕੀਤਾ, ਰੋਪੜ ਦੇ ਲਾਗੇ ਪਹੁੰਚ ਕੇ ਪਹਾੜੀ ਰਾਜਾ ਨੇ ਵੀ ਆਪਣੀਆਂ ਫੌਜਾਂ ਨਾਲ ਮਿਲਾਤੀਆਂ। ਉਧਰੋਂ ਤਿੰਨੇ ਜਿਹੜੇ ਨਵਾਬ ਹੋ ਗਏ, ਲਾਹੌਰ ਦਾ, ਜੰਮੂ ਦਾ ਹੋ ਗਿਆ ਤੇ ਸਰਹੰਦ ਦਾ ਹੋ ਗਿਆ, ਉਹਨਾਂ ਨੇ ਆਪਣੀਆਂ ਫੌਜਾਂ ਭੇਜਤੀਆਂ। ਤੇ ਇਹਨਾਂ ਨੇ ਫਿਰ ਦੇਖੋ 1704 ਈਸਵੀ ਦੇ ਵਿੱਚ ਕੀ ਕੀਤਾ, ਇਹਨਾਂ ਨੇ ਅਨੰਦਪੁਰ ਸਾਹਿਬ ਤੇ ਹਮਲਾ ਕੀਤਾ। ਤੇ ਜਿਹਦੇ ਮਗਰੋਂ ਕਾਫੀ ਭਾਰੀ ਮੁਕਾਬਲਾ ਹੋਇਆ, ਦੋਨਾਂ ਧਿਰਾਂ ਦਾ ਮੁਕਾਬਲਾ ਹੋਇਆ। ਇਹਦੇ ਵਿੱਚ ਕੀਤਾ ਕਿ ਇਹਨਾਂ ਨੇ ਅਨੰਦਪੁਰ ਸਾਹਿਬ ਨੂੰ ਕੀ ਕਰਤਾ, ਇਹਨਾਂ ਨੇ ਘੇਰਾ ਪਾ ਲਿਆ। ਇਹ ਘੇਰਾ ਇੱਕ ਦਿਨ ਨਹੀਂ, 2 ਦਿਨ ਨਹੀਂ, ਕਈ ਮਹੀਨੇ ਚੱਲਦਾ ਰਿਹਾ। ਇਹਦੇ ਕਰਕੇ ਕੀ ਹੋ ਗਿਆ, ਅੰਦਰ ਖਾਣ ਪੀਣ ਦਾ ਸਮਾਨ ਖਤਮ ਹੋਣਾ ਸ਼ੁਰੂ ਹੋ ਗਿਆ ਸੀਗਾ ਕਿਲੇ ਦੇ ਅੰਦਰ। ਤੁਸੀਂ ਸੁਣਿਆ ਹੋਊਗਾ 40 ਜਿਹੜੇ ਮੁਕਤੇ ਬਾਅਦ ਵਿੱਚ ਸ਼ਹੀਦ ਹੁੰਦੇ ਆ, ਉਹ ਬੇਦਾਵਾ ਦੇ ਕੇ ਚਲੇ ਗਏ ਸੀਗੇ। ਬੇਦਾਵੇ ਦਾ ਮਤਲਬ ਹੁੰਦਾ ਕਿ ਉਹ ਕਹਿਣ ਲੱਗੇ ਗੁਰੂ ਸਾਹਿਬ ਜੀ ਨੂੰ ਕਿ ਆਪਾਂ ਆਤਮ ਸਮਰਪਣ ਕਰ ਦਈਏ, ਕਿਉਂਕਿ ਆਪਣੇ ਕੋਲ ਖਾਣ ਪੀਣ ਦਾ ਸਮਾਨ ਤਾਂ ਹੈ ਨਹੀਂ, ਭੁੱਖੇ ਪੇਟ ਆਪਾਂ ਲੜ ਨਹੀਂ ਸਕਦੇ। ਬਟ ਗੁਰੂ ਜੀ ਕਹਿੰਦੇ ਸੀਗੇ ਕਿ ਭਾਈ ਜਿਹਨੇ ਛੱਡ ਕੇ ਜਾਣਾ ਜਾ ਸਕਦੇ ਆ, ਬਾਕੀ ਜਿਹਨੇ ਰਹਿਣਾ ਅਸੀਂ ਤਾਂ ਅੰਤ ਤੱਕ ਲੜਾਂਗੇ। ਤਾਂ ਇਹ 40 ਜਾਣੇ ਛੱਡ ਕੇ ਚਲੇ ਗਏ ਸੀਗੇ। ਬਾਅਦ ਦੇ ਵਿੱਚ ਜਾ ਕੇ ਖਿਦਰਾਣੇ ਦੀ ਢਾਬ ਤੋਂ ਮੁਕਤਸਰ ਸਾਹਿਬ ਲੜਾਈ ਹੁੰਦੀ ਹੈ, ਇਹ ਉੱਥੇ ਸ਼ਹੀਦ ਹੁੰਦੇ ਆ, ਉੱਥੇ ਫਿਰ ਬਦਾਵਾ ਪੜਾਉਂਦੇ ਆ ਇਹ ਗੁਰੂ ਸਾਹਿਬ ਜੀ ਪਾਸੋਂ। ਉਹ ਬਾਅਦ ਦੀ ਕਹਾਣੀ ਹੈ, ਬਾਅਦ ਦੀ ਸਟੋਰੀ ਤੁਹਾਨੂੰ ਮੈਂ ਸੁਣਾਉਂਗਾ। ਫਿਲਹਾਲ ਦੀ ਘੜੀ ਇਹਨਾਂ ਨੇ ਘੇਰਾ ਪਾ ਲਿਆ। ਉਹ ਘੇਰਾ ਕਈ ਮਹੀਨੇ ਚੱਲਦਾ ਰਿਹਾ। ਜਦੋਂ ਕਈ ਮਹੀਨੇ ਘੇਰਾ ਚੱਲਦਾ ਰਿਹਾ ਤਾਂ ਫਿਰ ਕੀ ਸੀਗਾ, ਬਾਹਰੋਂ ਆਉਣ ਜਾਣ ਦੇ ਰਸਤੇ ਬੰਦ ਹੋ ਗਏ ਸੀ। ਬਟ ਸਿੰਘ ਕੀ ਕਰਦੇ ਸੀਗੇ, ਡਟ ਕੇ ਮੁਕਾਬਲਾ ਕਰਦੇ ਰਹਿੰਦੇ। ਕਦੇ ਕਦੇ ਉਹ ਅਟੈਕ ਕਰਦੇ ਤੇ ਖਾਣ ਪੀਣ ਦਾ ਸਮਾਨ ਕੀ ਕਰ ਲੈਂਦੇ, ਖੋਹ ਲੈਂਦੇ ਮੁਗਲਾਂ ਪਾਸੋਂ। ਬਟ ਫਿਰ ਵੀ ਕਮੀ ਸੀਗੀ ਕਾਫੀ ਖਾਣ ਪੀਣ ਦੀ। ਤੇ ਸਮਾਂ ਬੀਤਦਾ ਗਿਆ, ਆਖਰ ਨੂੰ ਉਹ ਵੀ ਹਾਰ ਗਏ ਜਿਹੜੇ ਬਾਹਰ ਬੈਠੇ ਸੀਗੇ। ਇਹਨਾਂ ਨੇ ਸੋਚਿਆ ਯਾਰ ਹੁਣ ਐਂ ਤਾਂ ਗੱਲ ਬਣਦੀ ਨਹੀਂ, ਆਪਾਂ ਜਿੱਤ ਤਾਂ ਸਕਦੇ ਨਹੀਂ। ਇਹਨਾਂ ਨੇ ਫਿਰ ਕੀ ਕੀਤਾ, ਔਰੰਗਜ਼ੇਬ ਵੱਲੋਂ ਕਹਿੰਦਾ ਕੁਰਾਨ ਦੇ ਨਾਂ ਤੇ ਇੱਕ ਲੈਟਰ ਲਿਖਿਆ, ਪਰਵਾਨਾ ਲਿਖਿਆ, ਜਿਹੜਾ ਗੁਰੂ ਸਾਹਿਬ ਜੀ ਨੂੰ ਪਹੁੰਚਾਇਆ ਗਿਆ। ਕੁਰਾਨ ਦੀਆਂ ਕਸਮਾਂ ਖਾਧੀਆਂ ਗਈਆਂ, ਗਊ ਦੀਆਂ ਕਸਮਾਂ ਵੀ ਖਾਧੀਆਂ ਗਈਆਂ। ਇਹਨਾਂ ਨੇ ਕੀ ਕੀਤਾ, ਗੁਰੂ ਸਾਹਿਬ ਨੂੰ ਚਿੱਠੀਆਂ ਭੇਜੀਆਂ ਵੀ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ, ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ, ਅਟੈਕ ਨਹੀਂ ਕਰਾਂਗੇ। ਤਾਂ ਗੁਰੂ ਸਾਹਿਬ ਜੀ ਦੇ ਦੇਖੋ, ਗੁਰੂ ਸਾਹਿਬ ਜੀ ਤਾਂ ਭਲੀ ਭਾਂਤ ਜਾਣਦੇ ਸੀਗੇ ਗੁਰੂ, ਕਿਉਂਕਿ ਖੁਦ ਕੀ ਸੀਗਾ, ਅਕਾਲ ਪੁਰਖ ਸੀਗਾ। ਤਾਂ ਗੁਰੂ ਸਾਹਿਬ ਜੀ ਨੂੰ ਪਤਾ ਸੀਗਾ ਵੀ ਭਾਈ ਜੇ ਅਸੀਂ ਛੱਡ ਵੀ ਦੇਵਾਂਗੇ ਤਾਂ ਵੀ ਕੀ ਕਰਨਗੇ, ਹਮਲਾ ਕਰਨਗੇ। ਪਰ ਗੁਰੂ ਸਾਹਿਬ ਜੀ ਨੇ ਜਿਹੜੇ 5 ਪਿਆਰੇ ਥਾਪੇ ਸੀਗੇ, ਤਾਂ ਗੁਰੂ ਸਾਹਿਬ ਜੀ ਨੇ ਕਿਹਾ ਸੀ ਜਿਹੜਾ ਸੰਗਤ ਦਾ ਜਿਹੜਾ ਹੁਕਮ ਹੋਊਗਾ ਗੁਰੂ ਤੋਂ ਉੱਪਰ ਹੋਊਗਾ। ਤਾਂ ਸੰਗਤ ਨੇ ਕਿਹਾ ਨਹੀਂ ਭਾਈ ਤੁਸੀਂ ਛੱਡ ਦਿਓ। ਸੰਗਤ ਦੇ ਜ਼ੋਰ ਪਾਉਣ ਤੇ ਗੁਰੂ ਜੀ ਨੇ 1704 ਨੂੰ ਈਸਵੀ ਨੂੰ ਦਸੰਬਰ ਦੇ ਤੀਜੇ ਹਫ਼ਤੇ ਰਾਤ ਦੇ ਪਹਿਲੇ ਪੈਰ ਕੀ ਕਰਤਾ, ਅਨੰਦਪੁਰ ਸਾਹਿਬ ਨੂੰ ਛੱਡਤਾ। ਜਦੋਂ 1704 ਦੇ ਵਿੱਚ ਅਨੰਦਪੁਰ ਸਾਹਿਬ ਨੂੰ ਛੱਡਿਆ ਤੇ ਗੁਰੂ ਜੀ ਹਜੇ ਸਰਸਾ ਦੇ ਨੇੜੇ ਪਹੁੰਚੇ ਸੀਗੇ। ਤੇ ਇਹਨਾਂ ਨੇ ਕੀ ਕਰਤਾ ਜੀ, ਪਿੱਛੋਂ ਅਟੈਕ ਕਰਤਾ। ਜਦੋਂ ਪਿੱਛੋਂ ਅਟੈਕ ਕਰਤਾ, ਸਮਝ ਲਓ ਇਹਨਾਂ ਨੇ ਸਾਰੀਆਂ ਕਸਮਾਂ ਕੀ ਕਰਤੀਆਂ, ਛਿੱਕੇ ਟੰਗਤੀਆਂ। ਤੇ ਇਹਨਾਂ ਨੇ ਕੀ ਕੀਤਾ ਜੀ, ਅਟੈਕ ਕਰਤਾ। ਅਟੈਕ ਕਰਦੇ ਕੀਤਾ ਤਾਂ ਸਰਸਾ ਦੇ ਦਰਿਆ ਦੇ ਕੰਢੇ ਕੀ ਸੀਗਾ, ਮਤਲਬ ਕਿ ਵਰਖਾ ਉਹਨਾਂ ਦਿਨਾਂ ਦੇ ਵਿੱਚ ਵਰਖਾ ਬਹੁਤ ਹੁੰਦੀ ਸੀਗੀ, ਮੀਂਹ ਬਹੁਤ ਪੈਂਦਾ ਸੀ, ਬਾਰਿਸ਼ਾਂ ਬਹੁਤ ਪੈਂਦੀਆਂ ਸੀਗੀਆਂ।
ਤੇ ਦਰਿਆ ਦੇ ਵਿੱਚ ਹੜ੍ਹ ਆਇਆ ਸੀਗਾ ਤੇ ਉਹਨੂੰ ਪਾਰ ਕਰਨਾ ਵੀ ਕਾਫੀ ਔਖਾ ਸੀਗਾ। ਇਸ ਕਰਕੇ ਸਰਸੇ ਦੇ ਕੰਢੇ ਕੀ ਹੋ ਗਈ, ਉੱਥੇ ਲੜਾਈ ਹੋ ਗਈ, ਭਾਰੀ ਜੰਗ ਹੋਈ ਹੈ। ਤੇ ਤੁਹਾਨੂੰ ਪਤਾ ਉੱਥੇ 3 ਪਿਆਰੇ ਵੀ ਸ਼ਹੀਦ ਹੋ ਗਏ ਸੀ ਆਪਣੇ, ਠੀਕ ਹੈ। ਮਤਲਬ ਉੱਥੇ ਲੜਾਈ ਹੁੰਦੀ ਹੈ, ਉੱਥੇ ਕਾਫੀ ਸਿੰਘ ਸ਼ਹੀਦ ਹੁੰਦੇ ਆ ਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਕੀ ਜਾਂਦਾ, ਵਿਛੜ ਜਾਂਦਾ ਹੈ। ਤੁਸੀਂ ਦੇਖਿਆ ਵੀ ਹੋਊਗਾ ਉੱਥੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵੀ ਹੈਗਾ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਕੀ ਹੈ, ਸਾਰੇ ਅਲੱਗ-ਅਲੱਗ ਹੋ ਜਾਂਦੇ ਆ। ਮਾਤਾ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ ਅਲੱਗ ਹੋ ਜਾਂਦੇ ਆ, ਗੁਰੂ ਸਾਹਿਬ ਤੇ ਵੱਡੇ ਸਾਹਿਬਜ਼ਾਦੇ ਅਲੱਗ ਹੋ ਜਾਂਦੇ ਆ, ਮਾਤਾ ਸੁੰਦਰੀ ਜੀ ਅਲੱਗ ਹੋ ਜਾਂਦੇ ਆ, ਠੀਕ ਹੈ। ਇਹ ਮਤਲਬ ਸਾਰੇ ਵੱਖਰਾ ਵੱਖਰਾ ਹੋ ਜਾਂਦਾ ਪਰਿਵਾਰ, ਤਾਂ ਹੀ ਉੱਥੇ ਗੁਰਦੁਆਰਾ ਕੀ ਹੈ, ਪਰਿਵਾਰ ਵਿਛੋੜਾ ਸਾਹਿਬ ਹੈ। ਤਾਂ ਇਹਦੇ ਵਿੱਚ ਕੀ ਹੁੰਦਾ ਬੇਸਿਕਲੀ, ਜੇ ਦੇਖਿਆ ਜਾਵੇ ਦੋਨੇ ਪਾਸੇ ਕੀ ਹੈ, ਬਹੁਤ ਭਾਰੀ ਨੁਕਸਾਨ ਹੋਇਆ ਤੇ ਇਹਨਾਂ ਨੇ ਪਿੱਠ ਤੇ ਛੁਰਾ ਘੋਪਿਆ ਗੁਰੂ ਜੀ ਦੇ। ਤੇ ਇੱਥੇ ਆਪਾਂ ਦੇਖੀਏ ਤਾਂ ਅਨੰਦਪੁਰ ਸਾਹਿਬ ਦਾ ਦੂਜਾ ਯੁੱਧ ਕਹਿੰਦੇ ਇਹਨੂੰ, ਅਨੰਦਪੁਰ ਸਾਹਿਬ ਵਿਖੇ ਹੀ ਹੋਇਆ, 1704 ਦੇ ਵਿੱਚ ਹੋਇਆ। ਇੱਕ ਪਾਸੇ ਗੁਰੂ ਜੀ ਸੀਗੇ ਤੇ ਇੱਕ ਪਾਸੇ ਪਹਾੜੀ ਰਾਜੇ ਵਜ਼ੀਰ ਖਾਨ ਦੀਆਂ ਫੌਜਾਂ ਸੀਗੀਆਂ ਤੇ ਇਹਨਾਂ ਦੀ ਜਿੱਤ ਹੋ ਜਾਂਦੀ ਹੈ। ਮਤਲਬ ਜਿੱਤ ਤਾਂ ਨਹੀਂ ਕਹਿ ਸਕਦੇ, ਲੇਕਿਨ ਇੱਕ ਤਰ੍ਹਾਂ ਦਾ ਧੋਖਾ ਹੀ ਹੈ। ਬਟ ਇਤਿਹਾਸ ਦੇ ਵਿੱਚ ਐਗਜ਼ਾਮ ਵਾਸਤੇ ਅਗਰ ਤੁਸੀਂ ਪੜ੍ਹਨਾ ਤਾਂ ਆਪਾਂ ਨੂੰ ਪੜ੍ਹਨਾ ਹੀ ਪਊਗਾ। ਜਿੱਤ ਕਿਹਨਾਂ ਦੀ ਹੋਈ ਹੈ, ਪਹਾੜੀ ਰਾਜਿਆਂ ਤੇ ਵਜ਼ੀਰ ਖਾਨ ਦੀ ਹੋਈ ਹੈ। ਤੇ ਗੁਰੂ ਸਾਹਿਬ ਜੀ ਨੂੰ ਕੀ ਕਰਨਾ ਪਿਆ, ਅਨੰਦਪੁਰ ਸਾਹਿਬ ਛੱਡਣਾ ਪਿਆ। ਹੁਣ ਅਨੰਦਪੁਰ ਸਾਹਿਬ ਛੱਡਤਾ ਤੇ ਅੱਗੇ ਜਾ ਕੇ ਗੁਰੂ ਜੀ ਕਿੱਥੇ ਚਲੇ ਜਾਂਦੇ ਆ, ਚਮਕੌਰ ਸਾਹਿਬ ਚਲੇ ਜਾਂਦੇ। ਇੱਕ ਬਹੁਤ ਉੱਚੀ ਢਾਬ ਹੁੰਦੀ ਹੈ, ਚਮਕੌਰ ਦੀ ਗੜੀ ਜਿਹਨੂੰ ਆਪਾਂ ਜਾਣਦੇ ਹਾਂ ਅੱਜ ਕੱਲ੍ਹ, ਚਮਕੌਰ ਸਾਹਿਬ ਕਹਿੰਦੇ ਆਪਾਂ, ਹੁਣ ਵੀ ਦਰਸ਼ਨ ਹੁੰਦੇ ਆਪਾਂ ਨੂੰ, ਤੇ ਗੜੀ ਬਣੀ ਹੋਈ ਹੈ। ਤਾਂ ਸਰਸਾ ਦਰਿਆ ਦੇ ਕੰਢੇ ਹੁੰਦੇ ਹੋਏ ਯੁੱਧ ਤੋਂ ਬਾਅਦ ਅਗਲਾ ਜੰਗ ਹੁੰਦਾ ਜੀ ਚਮਕੌਰ ਸਾਹਿਬ ਦਾ। ਤਾਂ ਗੁਰੂ ਜੀ ਇੱਥੇ ਕੋਲ ਕੇਵਲ 40 ਸਿੰਘ ਰਹਿ ਜਾਂਦੇ। ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ, ਨਾਲ ਕੀ ਹੁੰਦੇ 40 ਸਿੰਘ ਹੁੰਦੇ ਆ। ਤਾਂ ਇੱਥੇ ਇੱਕ ਬਹੁਤ ਉੱਚੀ ਜਗ੍ਹਾ ਹੁੰਦੀ ਹੈ, ਕੱਚੀ ਗੜੀ ਹੁੰਦੀ ਹੈ, ਉੱਥੇ ਬੈਠ ਜਾਂਦੇ ਆ, ਜਿੱਥੇ ਕਿ ਬਹੁਤ ਭਾਰੀ, ਮੈਂ ਕਹਿੰਦਾ ਦੁਨੀਆ ਦੀ ਸਭ ਤੋਂ ਵੱਡਾ ਮੁਕਾਬਲਾ ਹੁੰਦਾ, ਜਿੱਥੇ ਇਕੱਲਾ 1.25 ਲੱਖ ਨਾਲ ਲੜਦਾ ਹੈ। ਤੇ ਇਹ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਲੜਾਈ ਮੰਨੀ ਗਈ ਹੈ, ਠੀਕ ਹੈ ਜੀ। ਤੇ ਇਸ ਜੰਗ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਗੁਰੂ ਜੀ ਨੂੰ ਹੁਕਮ ਕਰਦੇ ਆ ਪਿਆਰੇ, 5 ਪਿਆਰੇ, ਵੀ ਤੁਸੀਂ ਚਲੇ ਜਾਓ ਗੜੀ ਛੱਡ ਕੇ। ਤਾਂ ਗੁਰੂ ਜੀ ਉੱਥੋਂ ਚਲੇ ਜਾਂਦੇ ਆ ਤੇ ਵੱਡੇ ਸਾਹਿਬਜ਼ਾਦੇ ਜਿਹੜੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਇਸ ਜੰਗ ਦੇ ਵਿੱਚ ਕੀ ਹੋ ਜਾਂਦੇ ਆ, ਸ਼ਹੀਦੀ ਪਾ ਲੈਂਦੇ ਆ, ਤੁਹਾਨੂੰ ਪਤਾ ਹੀ ਹੈ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ, ਜਿਹੜੇ ਦੂਜੇ ਛੋਟੇ ਸਾਹਿਬਜ਼ਾਦੇ ਆ ਉਹ ਵਜ਼ੀਰ ਖਾਨ ਦੁਆਰਾ ਮਤਲਬ ਕਿ ਸਰਹੰਦ ਦੇ ਵਿੱਚ ਨੀਹਾਂ ਦੇ ਵਿੱਚ ਚਿਣਾਏ ਜਾਂਦੇ ਆ। ਉਹ ਇਤਿਹਾਸ ਅਲੱਗ ਹੈ, ਚਲੋ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਆਪਾਂ ਇੰਨਾ ਜ਼ਿਆਦਾ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਜੋ ਐਗਜ਼ਾਮ ਦੇ ਵਿੱਚ ਪੜ੍ਹਨਾ ਤੁਹਾਨੂੰ ਮੈਂ ਦੱਸ ਦਿੰਦਾ। ਹੁਣ ਨੈਕਸਟ ਜੰਗ ਜਿਹੜੀ ਹੋਈ ਆ ਚਮਕੌਰ ਸਾਹਿਬ ਦੀ ਹੋਈ ਆ, 1704 ਦੇ ਵਿੱਚ ਹੋਈ ਆ ਚਮਕੌਰ ਸਾਹਿਬ ਵਿਖੇ। ਗੁਰੂ ਜੀ ਤੇ ਮੁਗਲ ਫੌਜਾਂ ਦੇ ਵਿਚਕਾਰ ਹੋਈ ਹੈ ਤੇ ਮੁਗਲ ਫੌਜਾਂ ਜਿੱਤ ਜਾਂਦੀਆਂ ਤੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਤੇ 35 ਸਿੱਖ ਹੋਰ ਕੀ ਹੋ ਜਾਂਦੇ ਆ, ਸ਼ਹੀਦ ਹੋ ਜਾਂਦੇ ਆ। ਨੈਕਸਟ ਦੇਖਦੇ ਹਾਂ ਜੀ ਹੁਣ ਆਪਾਂ, ਇਸ ਤੋਂ ਬਾਅਦ ਕੀ ਹੋ ਜਾਂਦਾ ਜੀ, ਜਦੋਂ ਇਹ ਸਾਰਾ ਕੁਝ ਹੋ ਜਾਂਦਾ ਗੁਰੂ ਜੀ ਮਾਲਵੇ ਵੱਲ ਚਲੇ ਜਾਂਦੇ ਆ। ਮਾਲਵੇ ਦੇ ਵਿੱਚ ਇੱਕ ਜਗ੍ਹਾ ਹੁੰਦੀ ਹੈ ਖਦਰਾਣਾ, ਖਦਰਾਣਾ ਕਹਿੰਦੇ ਰਾਜੇ ਜਿਸ ਟਾਈਮ ਤੇ ਨਾ ਪੁਰਾਣੇ ਟਾਈਮ ਤੇ ਜਿਵੇਂ ਪਾਣੀ ਵਰਖਾ ਦਾ ਪਾਣੀ ਇਕੱਠਾ ਹੋ ਜਾਂਦਾ ਇੱਕ ਥਾਂ ਤੇ, ਢਾਬ ਹੁੰਦੀ ਜਿੱਥੇ ਪਾਣੀ ਵਗੈਰਾ ਮਿਲਣਾ ਆਸਾਨ ਹੁੰਦਾ, ਬਹੁਤ ਉੱਚੀ ਜਗ੍ਹਾ ਤੇ ਬੈਠ ਜਾਂਦੇ ਆ, ਉਹਨੂੰ ਖਦਰਾਣਾ ਖਦਰਾਣਾ ਕਹਿ ਦਿੰਦੇ ਆ। ਤਾਂ ਖਦਰਾਣੇ ਦੀ ਢਾਬ ਜਿਹਨੂੰ ਅੱਜ ਕੱਲ੍ਹ ਮੁਕਤਸਰ ਸਾਹਿਬ ਵੀ ਕਹਿੰਦੇ ਆ, ਇਹ ਕੁਐਸਚਨ ਬਹੁਤ ਵਾਰੀ ਪੁੱਛਿਆ ਜਾਂਦਾ ਹੈ, ਖਦਰਾਣਾ ਜਾਂ ਮੁਕਤਸਰ ਦਾ ਪਹਿਲਾ ਨਾਮ ਕੀ ਸੀਗਾ, ਖਦਰਾਣੇ ਦੀ ਢਾਬ ਕਹਿ ਦਿੰਦੇ ਆ। ਜਿੱਥੇ ਅੱਜ ਕੱਲ੍ਹ ਮਾਘੀ ਦੇ ਉੱਪਰ ਵੀ ਕੀ ਲੱਗਦਾ ਹੈ, ਇੱਕ ਬਹੁਤ ਯਾਦ ਦੇ ਵਿੱਚ ਮਨਾਇਆ ਜਾਂਦਾ 40 ਮੁਕਤਿਆਂ ਦੀ ਯਾਦ ਦੇ ਵਿੱਚ ਮਾਘੀ ਦਾ ਮੇਲਾ, ਇਹ ਮੁਕਤਸਰ ਸਾਹਿਬ ਵਿਖੇ ਹੁੰਦਾ ਹੈ। ਤੇ ਉਸ ਟਾਈਮ ਤੇ 1705 ਈਸਵੀ ਦੇ ਵਿੱਚ ਕੀ ਹੋਇਆ ਸੀਗਾ, ਯੁੱਧ ਹੋਇਆ ਸੀਗਾ, ਜਿਹਦੇ ਵਿੱਚ 40 ਮੁਕਤੇ ਸ਼ਹੀਦ ਹੁੰਦੇ ਆ ਤੇ ਬਾਕੀ ਜਿਹੜੇ ਮਝੈਲ ਸਿੰਘ ਹੈਗੇ ਆਪਣੇ ਮਾਹ ਸਿੰਘ ਵਰਗੇ ਉਹ ਸ਼ਹੀਦ ਹੁੰਦੇ ਆ, ਜਿਹੜੇ ਕਿ ਬੇਦਾਵਾ ਦੇ ਕੇ ਆਏ ਸੀ। ਬਾਅਦ ਦੇ ਵਿੱਚ ਕੀ ਕਰਦੇ, ਬੇਦਾਵਾ ਪੜਾਉਂਦੇ ਆ ਤੇ ਇਹ ਟਾਕਰਾ ਲੈ ਲੈਂਦੇ ਮੁਗਲ ਫੌਜਾਂ ਦੇ ਨਾਲ। ਪਹਿਲਾਂ ਹੀ ਗੁਰੂ ਸਾਹਿਬ ਤੋਂ ਮਤਲਬ ਗੁਰੂ ਸਾਹਿਬ ਜੀ ਵੱਲ ਫੌਜਾਂ ਨਾ ਪਹੁੰਚਣ, ਰਾਸਤੇ ਦੇ ਵਿੱਚ ਕੀ ਕਰਦੇ ਆ, ਲੜਨਾ ਸਟਾਰਟ ਕਰ ਦਿੰਦੇ ਆ। ਇਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ। ਤਾਂ ਆਪਾਂ ਦੇਖਦੇ ਹਾਂ ਜੀ ਨੈਕਸਟ ਲੜਾਈ ਜਿਹੜੀ ਹੋਈ ਆ ਜੀ, ਇਹ ਮੁਕਤਸਰ ਸਾਹਿਬ ਦੀ ਲੜਾਈ ਕਹਿ ਦਿੰਦੇ ਜਾਂ ਖਦਰਾਣੇ ਦੀ ਢਾਬ ਦੀ ਲੜਾਈ ਕਹਿ ਦਿੰਦੇ ਆ। ਖਦਰਾਣੇ ਵਿਖੇ ਹੋਈ ਆ, ਮੁਕਤਸਰ ਸਾਹਿਬ ਵਿਖੇ ਹੋਈ ਆ, 1705 ਦੇ ਵਿੱਚ ਗੁਰੂ ਜੀ ਤੇ ਫੌਜਾਂ ਦੇ ਵਿਚਕਾਰ ਹੋਈ ਆ ਤੇ ਗੁਰੂ ਜੀ ਕੀ ਜਿੱਤ ਜਾਂਦੇ ਆ। ਬਟ 40 ਮੁਕਤੇ ਕੀ ਕਰ ਦਿੰਦੇ ਆ, ਸ਼ਹੀਦੀ ਪਾ ਜਾਂਦੇ ਆ। ਆਪਾਂ ਨੂੰ ਸਾਰਿਆਂ ਨੂੰ ਪਤਾ 40 ਮੁਕਤੇ ਸ਼ਹੀਦ ਹੋ ਜਾਂਦੇ ਆ ਤੇ ਇਹ ਫੋਟੋ ਆਪਾਂ ਸਾਰਿਆਂ ਨੇ ਦੇਖੀ ਹੋਈ ਹੈ, ਚੰਗੀ ਤਰ੍ਹਾਂ ਆਪਾਂ ਜਾਣੂ ਹੈ ਇਸ ਫੋਟੋ ਦੇ ਨਾਲ। ਤੇ ਇਹ ਲਾਸਟ ਦੇ ਵਿੱਚ ਗੁਰੂ ਜੀ ਮਤਲਬ ਕੀ ਕਹਿੰਦੇ ਆ ਵੀ ਤੁਹਾਨੂੰ ਕੀ ਚਾਹੀਦਾ, ਜਦੋਂ ਸ਼ਹੀਦ ਹੋ ਰਹੇ ਹੁੰਦੇ ਭਾਈ ਮਹਾਂ ਸਿੰਘ, ਤਾਂ ਇਹੀ ਕਹਿੰਦੇ ਆ ਵੀ ਬੇਦਾਵਾ ਪਾੜ ਦਿਓ ਜੀ ਤੁਸੀਂ। ਤਾਂ ਬੇਦਾਵਾ ਇਹਨਾਂ ਸਾਹਮਣੇ ਪਾੜ ਦਿੰਦੇ। ਬੇਦਾਵੇ ਦਾ ਮਤਲਬ ਹੁੰਦਾ ਇੱਕ ਲੈਟਰ ਜਿਹਦੇ ਵਿੱਚ ਇਹ ਲਿਖ ਕੇ ਆਉਂਦੇ ਆ ਵੀ ਅਸੀਂ ਇਹ ਤੁਹਾਨੂੰ ਛੱਡ ਕੇ ਜਾ ਰਹੇ ਹਾਂ, ਅਸੀਂ ਤੁਹਾਡੇ ਸਿੱਖ ਨਹੀਂ ਹੈਗੇ। ਬਟ ਇਹ ਬਾਅਦ ਦੇ ਵਿੱਚ ਇਹਨੂੰ ਲੋਕਾਂ ਵੱਲੋਂ ਬਹੁਤ ਲਾਹਨਤਾਂ ਪਾਈਆਂ ਜਾਂਦੀਆਂ, ਠੀਕ ਹੈ। ਮਾਤਾ ਮਾਈ ਭਾਗੋ ਦੇ ਕਹਿਣ ਤੇ ਵਾਪਸ ਪਰਤਦੇ ਆ, ਲੜਦੇ ਆ, ਮਤਲਬ ਕਿ ਪੂਰਾ ਜੰਗ ਦੇ ਵਿੱਚ ਸ਼ਹੀਦੀ ਪਾਉਂਦੇ ਆ। ਉਹ ਸਟੋਰੀ ਚਲੋ ਸਾਰਿਆਂ ਨੂੰ ਪਤਾ ਹੀ ਆ, ਆਪਾਂ ਫਿਲਹਾਲ ਐਗਜ਼ਾਮ ਵਾਸਤੇ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਤਾਂ ਇਹ 40 ਮੁਕਤੇ ਕੀ ਹੋ ਜਾਂਦੇ ਜੀ, ਸ਼ਹੀਦ ਹੋ ਜਾਂਦੇ ਆ। ਇਸ ਤੋਂ ਬਾਅਦ ਫਿਰ ਕੀ ਹੁੰਦਾ ਜੀ, ਹੁਣ ਮੇਨ ਜਿਹੜੇ 4 ਪੁਆਇੰਟ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਜਿਹੜੇ ਕਿ ਐਗਜ਼ਾਮ ਦੇ ਵਿੱਚ ਨਾ ਨਹੀਂ ਪੁੱਛੇ ਜਾਂਦੇਗੇ। ਉਸ ਟਾਈਮ ਤੇ ਜਿਹੜੇ ਯੁੱਧ ਹੁੰਦੇ ਸੀ ਨਾ, ਜਦੋਂ ਯੁੱਧ ਦੇ ਵਿੱਚ ਇੱਕ ਧਿਰ ਜਿੱਤ ਜਾਂਦੀ ਸੀਗੀ, ਉਹ ਦੂਜੇ ਧਿਰ ਦੀ ਕੀ ਕਰ ਦਿੰਦੇ ਸੀਗੇ, ਧਰਮ ਪਰਿਵਰਤਨ ਕਰ ਦਿੰਦੇ ਸੀਗੇ। ਇਸ ਤੋਂ ਇਲਾਵਾ ਉਹਨਾਂ ਨੂੰ ਲੁੱਟ ਵੀ ਲੈਂਦੇ ਸੀਗੇ। ਇਸ ਤੋਂ ਇਲਾਵਾ ਹੋਰ ਵੀ ਬਥੇਰੇ ਮਤਲਬ ਕਿ ਮਾੜੇ ਕੰਮ ਕਰਦੇ ਸੀ। ਬਟ ਜਿੰਨੇ ਵੀ ਲੜਾਈਆਂ ਹੋਈਆਂ ਗੁਰੂ ਸਾਹਿਬ ਜੀ ਦੁਆਰਾ ਲੜੀਆਂ ਗਈਆਂ, ਉਹਦੇ ਵਿੱਚ ਪਹਿਲਾਂ ਕਿਸੇ ਦੇ ਉੱਤੇ ਹਮਲਾ ਨਹੀਂ ਕੀਤਾ ਗਿਆ। ਉਸ ਵੇਲੇ ਹਥਿਆਰ ਚੁੱਕਿਆ ਜਾਂਦਾ ਜਦੋਂ
ਕਿ ਤੁਹਾਡੇ ਤੇ ਹਮਲਾ ਹੁੰਦਾ ਹੈ। ਇਸ ਤੋਂ ਇਲਾਵਾ ਕਦੇ ਵੀ ਪਹਿਲਾਂ ਹਮਲਾ ਨਹੀਂ ਕੀਤਾ ਗਿਆ ਗੁਰੂ ਸਾਹਿਬ ਜੀ ਵੱਲੋਂ। ਦੂਜਾ, ਜਦੋਂ ਵੀ ਕਿਸੇ ਨੂੰ ਹਰਾਇਆ ਗਿਆ ਨਾ ਤਾਂ ਉਹਦਾ ਧਰਮ ਪਰਿਵਰਤਨ ਕੀਤਾ ਗਿਆ, ਨਾ ਹੀ ਉਹਨੂੰ ਕੀ ਆ ਜਬਰੀ ਮਤਲਬ ਉਹਦੀ ਲੁੱਟ ਖਸੁੱਟ ਹੁੰਦੀ ਸੀਗੀ, ਕੁਛ ਨਹੀਂ ਕੀਤਾ ਜਾਂਦਾ ਸੀ ਗੁਰੂ ਸਾਹਿਬ ਜੀ ਵੱਲੋਂ। ਠੀਕ ਹੈ, ਨਾ ਕਿਸੇ ਨੂੰ ਕੈਦੀ ਬਣਾਇਆ ਜਾਂਦਾ ਸੀਗਾ। ਠੀਕ ਹੈ, ਇਹ ਮਤਲਬ ਕਿ ਸਾਰੇ ਕੀ ਆ ਗੁਰੂ ਜੀ ਦੇ ਕੀ ਸੀਗੇ, ਮਤਲਬ ਕਿ ਚੰਗੇ ਪੁਆਇੰਟ ਮੈਂ ਤੁਹਾਨੂੰ ਗਿਣਾ ਰਿਹਾ ਜਿਹੜੇ ਕਿ ਉਸ ਟਾਈਮ ਤੇ ਹੁੰਦਾ ਸੀ, ਬਹੁਤ ਮਾੜਾ ਹੁੰਦਾ ਸੀ ਜਦੋਂ ਕੋਈ ਬੰਦਾ ਹਾਰ ਜਾਂਦਾ ਸੀਗਾ। ਤਾਂ ਕਹਿੰਦਾ ਸਿੰਘਾਂ ਵੱਲੋਂ ਮਾਰੇ ਗਏ ਵਿਰੋਧੀ ਲੜਾਕੂਆਂ ਤੇ ਉਹਨਾਂ ਦਾ ਧਰਮਾਂ ਦੇ ਅਨੁਸਾਰ ਸੰਸਕਾਰ ਵੀ ਕੀਤਾ ਜਾਂਦਾ ਸੀਗਾ, ਜਿਹੜੇ ਮਰ ਜਾਂਦੇ ਸੀ ਜੰਗ ਦੇ ਵਿੱਚ ਸ਼ਹੀਦ ਹੋ ਜਾਂਦੇ ਸੀਗੇ। ਤੇ ਜਿਹੜੇ ਗੁਰੂ ਜੀ ਦੇ ਕੋਲ ਵਲੰਟੀਅਰ ਸੀਗੇ ਉਹ ਜ਼ਖਮੀ ਹੋਏ ਲੋਕਾਂ ਨੂੰ ਭਾਵੇਂ ਉਹ ਲੜਾਈ ਦੇ ਵਿੱਚ ਸ਼ਾਮਲ ਨੇ ਕਿਸੇ ਧਿਰ ਨਾਲ ਸੰਬੰਧਿਤ ਹੋਣ ਮਲਮ ਪੱਟੀ ਵੀ ਕਰਦੇ ਸੀਗੇ। ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਠੀਕ ਹੈ, ਸਾਰਿਆਂ ਨੂੰ ਮਲਮ ਪੱਟੀ, ਸਾਰਿਆਂ ਨੂੰ ਠੀਕ ਹੈ ਪਾਣੀ ਪਿਆਉਣ ਦਾ ਕੰਮ ਕੌਣ ਕਰਦੇ ਸੀਗੇ, ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਰ ਸਕਦੇ ਹੋ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ, ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਹੋਊਗਾ, ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਠੀਕ ਹੈ, ਤਾਂ ਨੈਕਸਟ ਆਪਾਂ ਦੇਖਦੇ ਹਾਂ। ਹੁਣ ਜਦੋਂ ਖਦਰਾਣੇ ਢਾਬ ਦੀ ਲੜਾਈ ਹੁੰਦੀ ਹੈ, ਇਸ ਤੋਂ ਬਾਅਦ ਕੀ ਹੈ ਗੁਰੂ ਜੀ ਕਿੱਥੇ ਆ ਜਾਂਦੇ ਆ, ਤਲਵੰਡੀ ਕੀ ਸਾਬੋ ਆ ਜਾਂਦੇ ਆ। ਤਲਵੰਡੀ ਕੀ ਸਾਬੋ ਕੀ ਆਪਣਾ ਤਖਤ ਹੈ, ਤੀਸਰਾ ਤਖਤ, ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਕੀ ਸਾਬੋ। ਠੀਕ ਹੈ, ਗੁਰੂ ਕੀ ਕਾਸ਼ੀ ਜਿਹਨੂੰ ਕਹਿੰਦੇ ਆ, ਸੈਂਟਰ ਆਫ ਲਰਨਿੰਗ ਗੁਰੂ ਕੀ ਕਾਸ਼ੀ। ਠੀਕ ਹੈ ਜੀ, ਉੱਥੇ ਇੱਕ ਗੁਰੂ ਘਰ ਦਾ ਪਿਆਰਾ ਸਿੱਖ ਸੀਗਾ ਡੱਲਾ, ਉਹਦੇ ਕਹਿਣ ਤੇ, ਵਿਰਾਟ ਸਿੱਖ ਦੇ ਕਹਿਣ ਤੇ ਗੁਰੂ ਜੀ ਉੱਥੇ ਕੁਝ ਸਮਾਂ ਬਿਤਾਉਂਦੇ ਆ, ਲਗਭਗ 9 ਮਹੀਨੇ ਰਹਿੰਦੇ ਆ ਤੇ ਇੱਥੇ ਰਹਿ ਕੇ ਗੁਰੂ ਜੀ ਦਸਮ ਗ੍ਰੰਥ ਦੀ ਰਚਨਾ ਕਰਦੇ ਆ। ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੇ ਪਿਤਾ ਜੀ ਦੀ ਬਾਣੀ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਾਉਂਦੇ ਆ। ਤੇ ਉਸ ਟਾਈਮ ਤੇ ਲਿਖਾਰੀ ਕੌਣ ਸੀਗੇ, ਭਾਈ ਮਣੀ ਸਿੰਘ ਜੀ। ਠੀਕ ਹੈ, ਭਾਈ ਮਣੀ ਸਿੰਘ ਜੀ ਨੇ ਦਾ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀਗਾ। ਤਾਂ ਇਹਨਾਂ ਪਾਸੋਂ ਕੀ ਆ ਦਰਜ ਕਰਾਈ ਜਾਂਦੀ ਹੈ ਬਾਣੀ। ਤੁਸੀਂ ਜਾਓਗੇ ਦਮਦਮਾ ਸਾਹਿਬ, ਉੱਥੇ ਗੁਰਦੁਆਰਾ ਲਿਖਣਸਰ ਵੀ ਹੈਗਾ, ਜਿੱਥੇ ਉਹ ਕਲਮਾਂ ਲੋਕ ਲਿਖ ਕੇ ਵੀ ਆਉਂਦੇ ਆ, ਕੋਈ ਚਲੋ ਕੁਛ ਲਿਖ ਕੇ ਆਉਂਦਾ, ਵੈਸੇ ਉਹ ਉੱਥੇ ਪੜ੍ਹਨ ਵਾਸਤੇ ਲਿਖਦੇ ਆ ਲੋਕ, 35 ਲਿਖ ਕੇ ਆਉਂਦੇ ਆ। ਠੀਕ ਹੈ ਜੀ, ਮੇਨ ਮਤਲਬ ਕਿ ਆਪਣਾ ਕੁਐਸਚਨ ਐਗਜ਼ਾਮ 'ਚ ਪੁੱਛਿਆ ਜਾਂਦਾ ਕਿ ਉੱਥੇ ਜਿਹੜੀ ਬਾਣੀ ਲਿਖਾਈ ਗਈ ਹੈ ਕਿਹਦੇ ਪਾਸੋਂ ਲਿਖਾਈ ਗਈ ਹੈ, ਭਾਈ ਮਣੀ ਸਿੰਘ ਜੀ ਪਾਸੋਂ ਲਿਖਾਈ ਗਈ ਹੈ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਆਪਾਂ। ਅੱਗੇ ਹੈਗਾ ਜੀ ਮੁਗਲ ਬਾਦਸ਼ਾਹ। ਇਸ ਤੋਂ ਬਾਅਦ ਕੀ ਕਰਦੇ ਆ ਗੁਰੂ ਜੀ, ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਮਿਲਣਾ ਚਾਹੁੰਦੇ ਹੁੰਦੇ ਆ ਤੇ ਤਲਵੰਡੀ ਛੱਡ ਕੇ ਚਲੇ ਜਾਂਦੇ ਆ, ਬਟ ਮੁਗਲ ਬਾਦਸ਼ਾਹ ਉਸ ਤੋਂ ਪਹਿਲਾਂ ਕੀ ਡੈਥ ਹੋ ਜਾਂਦੀ ਹੈ। ਡੈਥ ਹੋਣ ਤੋਂ ਬਾਅਦ ਜਿਹੜੇ ਉਹਦੇ ਬੱਚੇ ਹੁੰਦੇ ਆਪਸ ਵਿੱਚ ਲੜਨਾ ਸ਼ੁਰੂ ਹੋ ਜਾਂਦੇ ਆ ਗੱਦੀ ਨੂੰ ਲੈ ਕੇ। ਤੇ ਜਿਹੜਾ ਵੱਡਾ ਪੁੱਤਰ ਹੁੰਦਾ ਬਹਾਦਰ ਸ਼ਾਹ, ਉਹ ਗੁਰੂ ਜੀ ਪਾਸੋਂ ਮਦਦ ਮੰਗਦਾ ਹੈ ਵੀ ਅਸੀਂ ਵਜ਼ੀਰ ਖਾਨ ਦੇ ਵਿਰੁੱਧ ਕਾਰਵਾਈ ਕਰਾਂਗੇ, ਜਿਹਨੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਆ, ਤੁਸੀਂ ਸਾਡੀ ਮਦਦ ਕਰੋ। ਫਿਰ ਇੱਕ ਲੜਾਈ ਹੁੰਦੀ ਹੈ ਵਜ਼ੀਰ ਖਾਨ ਦੀ, ਸੌਰੀ ਬਹਾਦਰ ਸ਼ਾਹ ਦੀ। ਉਹ ਬਹਾਦਰ ਸ਼ਾਹ ਇੱਕ ਜਜਾਊ ਦੀ ਲੜਾਈ ਲੜਦਾ ਹੈ ਜਿਹਦੇ ਵਿੱਚ ਉਹ ਫਤਿਹ ਕਰਦਾ ਹੈ, ਬਟ ਉਹ ਫਤਿਹ ਹੋਣ ਤੋਂ ਬਾਅਦ ਲੜਾਈ ਤੋਂ ਬਾਅਦ ਉਹ ਗੁਰੂ ਜੀ ਨੂੰ ਮਿਲਣ ਵਾਸਤੇ ਆਗਰਾ ਬੁਲਾਉਂਦਾ 1707 ਦੇ ਵਿੱਚ। ਬਟ ਉਹ ਗੁਰੂ ਜੀ ਅੱਗੇ ਕੀ ਕਰਦਾ, ਮਹਿੰਗੇ ਮਹਿੰਗੇ ਤੋਹਫੇ ਭੇਟ ਕਰਦਾ, ਬਟ ਆਪਣਾ ਵਾਅਦਾ ਨਹੀਂ ਪੂਰਾ ਕਰਦਾ, ਵਜ਼ੀਰ ਖਾਨ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕਰਦਾਗਾ। ਤਾਂ ਇਸ ਕਰਕੇ ਗੁਰੂ ਜੀ ਉਹ ਤੋਂ ਮਤਲਬ ਨਾਰਾਜ਼ ਹੋ ਜਾਂਦੇ ਆ, ਉਹਦੇ ਨਾਲ ਨਾਤਾ ਤੋੜ ਦਿੰਦੇ ਆ। ਤੇ ਫਿਰ ਗੁਰੂ ਜੀ ਦਾ ਕੀ ਹੁੰਦਾ, ਇੱਕ ਫਿਰ ਗੁਰੂ ਜੀ ਨੰਦੇੜਵਾਲ ਜਾਂਦੇ ਆ, ਜਿੱਥੇ ਉਹਨਾਂ ਦੀ ਮੁਲਾਕਾਤ ਕਿਹਦੇ ਨਾਲ ਹੁੰਦੀ ਹੈ, ਮਾਧੋ ਦਾਸ ਬੈਰਾਗੀ ਨਾਲ ਹੁੰਦੀ ਹੈ, ਜਿਹੜਾ ਬਾਅਦ ਦੇ ਵਿੱਚ ਕੀ ਬਣ ਜਾਂਦਾ, ਬੰਦਾ ਸਿੰਘ ਬਹਾਦਰ ਬਣਦਾ। ਤੇ ਗੁਰੂ ਜੀ ਉਹਨੂੰ ਪੰਜਾਬ ਵੱਲ ਭੇਜਦੇ ਆ ਵਜ਼ੀਰ ਖਾਨ ਤੋਂ ਬਦਲਾ ਲੈਣ ਵਾਸਤੇ। ਤਾਂ ਚਲੋ ਜੀ, ਇਹ ਕਹਾਣੀ ਆਪਾਂ ਨੈਕਸਟ ਟਾਈਮ ਪੜਾਂਗੇ, ਜਦੋਂ ਅਗਲੀ ਵਾਰੀ ਪੜਾਂਗੇ। ਇਸ ਤੋਂ ਇਲਾਵਾ ਫਿਰ ਇੱਕ ਦਿਨ ਕੀ ਹੁੰਦਾ, ਜੇ ਦੋ ਪਠਾਨਾਂ ਵੱਲੋਂ ਗੁਰੂ ਜੀ ਤੇ ਹਮਲਾ ਕੀਤਾ ਜਾਂਦਾ ਤਾਂ ਗੁਰੂ ਜੀ ਦੇ ਖੱਬੇ ਪਾਸੇ ਦਿਲ ਤੋਂ ਹੇਠਾਂ ਇੱਕ ਡੂੰਘੀ ਜ਼ਖਮ ਹੋ ਜਾਂਦਾ। ਉਹ ਜ਼ਖਮ ਹੌਲੀ ਹੌਲੀ ਭਰ ਜਾਂਦਾ, ਬਟ ਇੱਕ ਦਿਨ ਗੁਰੂ ਜੀ ਕਮਾਨ ਚੜਾ ਰਹੇ ਹੁੰਦੇ ਆ, ਤੀਰ ਕਮਾਨ ਚੜਾ ਰਹੇ ਹੁੰਦੇ ਆ, ਤੇ ਉਹ ਫੱਟ ਰਿਸ ਜਾਂਦਾ, ਜਿਹਦੇ ਕਰਕੇ ਜ਼ਖਮਾਂ ਡੂੰਘੇ ਹੋਣ ਕਰਕੇ ਗੁਰੂ ਜੀ ਦਾ ਕੀ ਹੋ ਜਾਂਦਾ, ਦੇਹਾਂਤ ਹੋ ਜਾਂਦਾ। ਗੁਰੂ ਜੀ ਕੀ ਕਰ ਸਰੀਰ ਤਿਆਗ ਦਿੰਦੇ ਆ ਤੇ 7 ਅਕਤੂਬਰ 1708 ਨੂੰ ਗੁਰੂ ਜੀ ਕੀ ਕਰ ਦਿੰਦੇ ਆ, ਵਿਰਾਜਮਾਨ ਹੋ ਜਾਂਦੇ ਆ। ਠੀਕ ਹੈ, ਕਲੀਅਰ ਹੈ ਜੀ। ਇਹ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ, ਜਿਹੜਾ ਕਿ ਬਹੁਤ ਵੱਡਾ ਮੁੱਲ ਹੈ ਤੇ ਵਾਰ-ਵਾਰ ਕੁਐਸਚਨ ਇੱਥੋਂ ਐਗਜ਼ਾਮ ਤੇ ਪੁੱਛੇ ਜਾਂਦੇ ਆ। ਨੈਕਸਟ ਆਪਾਂ ਦੇਖਦੇ ਹਾਂ ਜੀ ਤੁਹਾਡਾ ਮੈਮਰੀ ਟੈਸਟ। ਲਾਸਟ ਦੇ ਵਿੱਚ ਜਾਂਦੇ ਜਾਂਦੇ 3-4 ਕੁਐਸਚਨ ਨੇ, ਬਾਕੀ ਅਲੱਗ ਤੋਂ ਆਪਾਂ ਕੁਐਸਚਨ ਸੀਰੀਜ਼ ਇੱਕ ਵੀਡੀਓ ਲੈ ਕੇ ਆਵਾਂਗੇ ਜਦੋਂ ਆਪਾਂ ਸਾਰਾ ਕੁਝ ਪੜ੍ਹ ਲਾਂਗੇ। ਹੁਣ ਆਪਾਂ ਲਗਭਗ ਪਹਿਲੇ ਗੁਰੂ ਸਿੱਖ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਾਹਿਬ ਜੀ ਤੱਕ ਕੀ ਪੜ੍ਹ ਲਿਆ, ਸਾਰਾ ਸਿੱਖ ਇਤਿਹਾਸ ਪੜ੍ਹ ਲਿਆ। ਠੀਕ ਹੈ, ਇਸ ਤੋਂ ਬਾਅਦ ਆਪਾਂ ਕੀ ਪੜ੍ਹਨਾ, ਹੁਣ ਆਪਾਂ ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਪੜ੍ਹਨਾ ਹੈ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ, 12 ਮਿਸਲਾਂ ਬਾਰੇ ਸਾਰਾ ਕੁਝ ਪੜ੍ਹਨਾ, ਮਤਲਬ ਕਿ ਸਟੈਪ ਬਾਏ ਸਟੈਪ ਪੜ੍ਹਾਂਗੇ। ਤਾਂ ਜਿਹੜਾ ਹੁਣ ਮੈਂ ਤੁਹਾਨੂੰ ਪੜ੍ਹਾਇਆ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਾਹਿਬ ਜੀ ਤੱਕ, ਇਹਦੇ ਤੇ ਵੀ ਘੱਟੋ ਘੱਟ ਹਰੇਕ ਐਗਜ਼ਾਮ ਦੇ ਵਿੱਚ 2 ਜਾਂ 3 ਕੁਐਸਚਨ ਪੁੱਛੇ ਜਾਂਦੇ ਆ, ਤੇ ਇਹਨੂੰ ਚੰਗੀ ਤਰ੍ਹਾਂ ਤੁਸੀਂ ਕਰ ਲੈਣਾ। ਤਾਂ ਮੈਮਰੀ ਟੈਸਟ ਆ ਤੁਹਾਡਾ, 2-3 ਕੁਐਸਚਨ ਤੁਹਾਨੂੰ ਮੈਂ ਪੁੱਛਦਾ ਅੱਜ ਦੀ ਵੀਡੀਓ ਦੇ ਰਿਲੇਟਡ, ਤੁਸੀਂ ਮੈਨੂੰ ਜ਼ਰੂਰ ਦੱਸਣਾ। ਚੱਕ ਨਾਨਕੀ ਗੁਰੂ ਤੇਗ ਬਹਾਦਰ ਜੀ ਦੁਆਰਾ ਵਸਾਇਆ ਗਿਆ ਸ਼ਹਿਰ ਬਾਅਦ ਦੇ ਵਿੱਚ ਕਿਸ ਨਾਮ ਨਾਲ ਪ੍ਰਸਿੱਧ ਹੋਇਆ। ਕੁਐਸਚਨ ਇਦਾਂ ਵੀ ਪੁੱਛ ਲੈਂਦੇ ਆ ਕਿ ਚੱਕ ਨਾਨਕੀ ਕਿਹਨੇ ਵਸਾਇਆ, ਇੱਥੇ ਕੁਐਸਚਨ ਥੋੜਾ ਜਿਹਾ ਮੈਂ ਹੋਰ ਢੰਗ ਨਾਲ ਪਾਇਆ। ਤਾਂ ਅਨੰਦਪੁਰ ਸਾਹਿਬ ਕਹਿੰਦੇ ਆ ਜੀ, ਗੋਬਿੰਦਵਾਲ ਸਾਹਿਬ ਕਹਿੰਦੇ ਆ, ਖਡੂਰ ਸਾਹਿਬ, ਜਾਂ ਫਿਰ ਕੋਈ ਵੀ ਨਹੀਂ। ਤਾਂ ਤੁਹਾਨੂੰ ਪਤਾ ਹੈ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਹੈ, ਚੱਕ ਨਾਨਕੀ। ਨੈਕਸਟ ਹੈਗਾ ਜੀ ਬਚਿੱਤਰ ਨਾਟਕ ਹੇਠ ਲਿਖਿਆ ਵਿੱਚੋਂ ਕਿਸ ਗੁਰੂ ਸਾਹਿਬ ਜੀ ਦੀ ਰਚਨਾ ਹੈ। ਤਾਂ ਬਚਿੱਤਰ ਨਾਟਕ ਤੁਹਾਨੂੰ ਪਤਾ ਕਿਹਦੀ ਸਵੈ ਜੀਵਨੀ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ। ਤਾਂ ਸਵੈ ਜੀਵਨੀ ਹੈਗੀ ਹੈ ਜੀ ਗੁਰੂ ਗੋਬਿੰਦ ਸਾਹਿਬ ਜੀ ਦੀ। ਰਾਈਟ ਆਂਸਰ ਕੀ ਹੈ, ਡੀ ਹੈ।
ਇਸ ਤੋਂ ਇਲਾਵਾ ਨੈਕਸਟ ਹੈਗਾ ਜੀ ਇਤਿਹਾਸਿਕ ਖਿਦਰਾਣੇ ਦੀ ਢਾਬ, ਜਿਹੜੀ ਕਿ ਹੁਣ ਕਿਸ ਨਾਮ ਦੇ ਨਾਲ ਜਾਣੀ ਜਾਂਦੀ ਹੈ। ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਖਿਦਰਾਣੇ ਦੀ ਢਾਬ ਕੀ ਕਹਿੰਦੇ ਆ ਜੀ, ਮੁਕਤਸਰ ਸਾਹਿਬ ਕਹਿੰਦੇ ਆ। ਠੀਕ ਹੈ, ਜਿੱਥੇ ਕੀ ਹੈ 40 ਮੁਕਤਿਆਂ ਦੀ ਯਾਦ ਦੇ ਵਿੱਚ ਕੀ ਲੱਗਦਾ ਹੈ, ਮਾਘੀ ਦਾ ਮੇਲਾ ਲੱਗਦਾ ਹੈ। ਕਲੀਅਰ ਹੈ ਜੀ। ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਕਿਹੜਾ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਤੁਹਾਨੂੰ ਮੈਂ ਪੜ੍ਹਾ ਕੇ ਆਇਆ। ਜਦੋਂ ਗੁਰੂ ਤੇਗ ਬਹਾਦਰ ਜੀ ਆਪਣੇ ਜਾਂਦੇ ਆ, ਆਗਰਾ ਵਾਲੀ ਸਾਈਡ ਜਾਂਦੇ ਆ, ਪਟਨਾ ਵਾਲੀ ਸਾਈਡ ਜਾਂਦੇ ਆ, ਤਾਂ ਪਟਨਾ ਬਿਹਾਰ ਦੇ ਵਿੱਚ ਕੀ ਹੋਇਆ ਸੀ, ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀਗਾ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਬਹੁਤ ਪਸੰਦ ਆਈ ਹੋਊਗੀ ਔਰ ਕਾਫੀ ਨੌਲੇਜੇਬਲ ਵੀਡੀਓ ਸੀਗੀ, ਔਰ ਕੱਲੀ ਕੱਲੀ ਚੀਜ਼ ਤੁਹਾਨੂੰ ਮੈਂ ਪੂਰੀ ਐਨ ਵਧੀਆ ਤਰੀਕੇ ਨਾਲ ਕਰਾਈ ਹੈ। ਹੁਣ ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕੋਈ ਵੀ ਲੜਾਈ, ਗੁਰੂ ਸਾਹਿਬ ਜੀ ਦਾ ਕੋਈ ਵੀ ਯੁੱਧ ਨਹੀਂ ਭੁੱਲ ਸਕੋਗੇ, ਚੰਗੀ ਤਰ੍ਹਾਂ ਪੜ੍ਹ ਲਓਗੇ। ਤੇ ਇਹਦੇ ਵਿੱਚ ਕੋਈ ਡਾਊਟ ਹੋਇਆ ਤੁਸੀਂ ਜਰੂਰ ਕਮੈਂਟ ਬਾਕਸ 'ਚ ਲਿਖ ਸਕਦੇ ਹੋ। ਜੇ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਜਰੂਰ ਕਰਕੇ ਜਾਇਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸ਼ੇਅਰ ਕਰਿਓ। ਧੰਨਵਾਦ, ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਵਾਸਤੇ ਧੰਨਵਾਦ। ਸਰਬੱਤ ਦਾ ਭਲਾ ਬਾਬਾ ਮਿਹਰ ਕਰੇ।